ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਦੋਸਤੋ, ਇਲੈਕਸ਼ਨਾਂ ਦੇ ਦਿਨ ਜਿਵੇਂ ਜਿਵੇਂ ਨੇੜੇ ਆ ਰਹੇ ਨੇ ਉਵੇਂ ਹੀ ਜਿਹੜੀਆਂ ਪਾਰਟੀਆਂ ਨੇ ਉਹ ਜ਼ੋਰ ਅਜ਼ਮਾਇਸ਼ ਉਹਨਾਂ ਦੀ ਚੱਲ ਰਹੀ ਹੈ। ਇੱਕ ਦੂਜੇ ਨੂੰ ਗਲਤ ਤੇ ਆਪਣੇ ਆਪ ਨੂੰ ਸਹੀ ਕਹਿਣ ਦੀ ਜਿਹੜੀ ਗੱਲਬਾਤ ਹੈ ਉਹ ਰੈਗੂਲਰ ਚੱਲ ਰਹੀ ਹੈ। ਪਰ ਅਸੀਂ ਇਸ ਪ੍ਰੋਗਰਾਮ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਵਾਕਈ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਗਰਾਊਂਡ 'ਤੇ ਜਾਂ ਹਵਾ ਦੇ ਵਿੱਚ ਉਹ ਕਿਹੋ ਜਿਹੀ ਗੱਲਾਂ ਨੇ ਤੇ ਪਾਰਟੀਜ਼ ਕੀ ਕਹਿੰਦੀਆਂ ਨੇ। ਸੋ ਇਸ ਪੂਰੀ ਅੱਜ ਦੀ ਡਿਬੇਟ ਦੇ ਲਈ ਸਾਡੇ ਨਾਲ ਅਲੱਗ-ਅਲੱਗ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜੁੜ ਚੁੱਕੇ ਨੇ, ਜਿਵੇਂ ਕਿ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜੁੜ ਚੁੱਕੇ ਨੇ ਅਹਿਬਾਬ ਗਰੇਵਾਲ ਜੀ, ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੰਘ ਭੁੱਲਰ ਜੀ ਤੇ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਮਨਿੰਦਰਪਾਲ ਸਿੰਘ ਪੱਲਾਸੋ ਜੀ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਜਿਹੜਾ ਇਸ ਟਾਈਮ ਕਰੰਟ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਜਿਹੜਾ ਰੀਸੈਂਟਲੀ ਸਰਕਾਰ ਨੇ ਜਿਹੜਾ ਕਰਤਾਰਪੁਰ ਕੋਰੀਡੋਰ ਖੋਲ੍ਹਿਆ, ਚਲੋ ਚੰਗੀ ਖਬਰ ਹੈ। ਸਾਰੇ ਦੇ ਜਿਹੜੇ ਲੋਕ ਜਿਹੜੇ ਨੇ ਜਿਹੜਾ ਜਾਣਾ ਚਾਹੁੰਦੇ ਸੀਗੇ ਉਹਨਾਂ ਦੀ ਖੁਆਹਿਸ਼ ਪੂਰੀ ਹੋਵੇਗੀ। ਪਰ ਇਸ ਧਾਰਮਿਕ ਮੁੱਦੇ ਦੇ ਉੱਪਰ ਜਿਹੜੀ ਬੀਜੇਪੀ ਸਰਕਾਰ ਹੈ ਉਹ ਪੋਲੀਟਿਕਸ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ, ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਸਭ ਤੋਂ ਪਹਿਲਾਂ ਭੁੱਲਰ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਜੋ ਬੀਜੇਪੀ ਸਰਕਾਰ ਇਸ ਵਕਤ ਕਰ ਰਹੀ ਹੈ ਉਹਦੇ ਬਾਰੇ ਤੁਹਾਡੀ ਕੀ ਰਾਏ ਆ ਭੁੱਲਰ ਸਾਹਿਬ? ਦੇਖੋ ਜੀ, ਪਹਿਲਾਂ ਤਾਂ ਮੈਂ ਕੋਰੀਡੋਰ ਖੁੱਲ੍ਹਣ ਦੇ ਉੱਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਚਲੋ ਸਾਨੂੰ ਗੁਰੂ ਘਰ ਦੇ ਦਰਸ਼ਨ ਦੁਬਾਰਾ ਤੋਂ ਹੋਣੇ ਸ਼ੁਰੂ ਹੋਏ ਨੇ। ਪਰ ਨਾਲ ਹੀ ਉੱਥੇ ਮੈਂ ਇਹ ਵੀ ਗੱਲ ਕਹੂੰਗਾ ਕਿ ਇਹ ਟੋਟਲੀ ਇਲੈਕਸ਼ਨ ਸਟੰਟ ਬਣਾਉਣ ਪਿੱਛੇ ਉਸ ਵੇਲੇ ਬੀਜੇਪੀ ਨੇ ਇਹਨੂੰ ਰੋਕਿਆ ਸੈਂਟਰ ਨੇ, ਔਰ ਅੱਜ ਦੁਬਾਰਾ ਇਹ ਖੋਲ ਰਹੀ ਹੈ। ਮੈਂ ਤਾਂ ਇਸ ਗੱਲ ਦੇ ਵਿੱਚ ਇਹ ਵੀ ਗੱਲ ਕਹੂੰਗਾ ਕਿ ਇਸ ਤਰ੍ਹਾਂ ਕਰਕੇ ਜਿਹੜੀ ਸੈਂਟਰ ਹੈ ਉਹ ਸਾਨੂੰ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਵੀ ਨਾਲ ਕਰਾ ਰਹੀ। ਗਰੇਵਾਲ ਸਾਹਿਬ ਜੀ, ਮੋਹਿਤ ਜੀ, ਇਸ ਤਰ੍ਹਾਂ ਦੇਖੋ, ਬੜਾ ਵੈਲਕਮ ਸਟੈਪ ਹੈ ਜਿਹੜਾ ਲਾਂਘਾ ਖੁੱਲਿਆ, ਬੜੀ ਖੁਸ਼ੀ ਦੀ ਗੱਲ ਹੈ। ਆਪਾਂ ਅਰਦਾਸ ਕਰਦੇ ਹਾਂ ਅਰਦਾਸਾਂ ਪੂਰੀਆਂ ਹੋਣ, ਪਰ ਗੱਲ ਸਿਰਫ ਇੰਨੀ ਕਿ ਇਹਨਾਂ ਮੁੱਦਿਆਂ ਨੂੰ ਨਾ ਧਰਮ ਦੇ ਨਾਲ ਨਹੀਂ ਜੋੜਨਾ ਚਾਹੀਦਾ, ਧਰਮ ਨੂੰ ਪਬਲਿਸਿਟੀ ਲੈਣ ਲਈ ਨਹੀਂ ਵਰਤਣਾ ਚਾਹੀਦਾ। ਬੜੀ ਬਦਕਿਸਮਤੀ ਨਾਲ ਬੀਜੇਪੀ ਨਾ ਫੌਜ ਨੂੰ ਵੀ ਇਸਤੇਮਾਲ ਕਰਦੀ ਹੈ, ਫੌਜੀ ਸਟ੍ਰਾਈਕਸ ਨੂੰ ਵੀ ਇਸਤੇਮਾਲ ਕਰਦੀ, ਜਿਹੜੀ ਕਿ ਸ਼ੁਰੂ ਤੋਂ ਚੱਲ ਰਹੀਆਂ ਨੇ। ਫੌਜ ਨੂੰ ਤੇ ਧਰਮ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ। ਬਦਕਿਸਮਤੀ ਦੀ ਗੱਲ ਇਹ ਕਿ ਕਹਿੰਦੇ ਵੀ ਸੈਂਟੀਮੈਂਟਸ ਜੁੜੇ ਨੇ। ਗੁਰੂ ਨਾਨਕ ਦੇਵ ਜੀ ਸਭ ਦੇ ਗੁਰੂ ਨੇ, ਉਹ ਇਕੱਲੇ ਸਿੱਖਾਂ ਦੇ ਨਹੀਂ, ਉਹ ਹਿੰਦੂਆਂ ਦੇ, ਮੁਸਲਮਾਨਾਂ ਦੇ, ਈਸਾਈਆਂ ਦੇ, ਸਭ ਦੇ ਗੁਰੂ ਨੇ, ਐਂਡ ਇਕੱਲੇ ਪੰਜਾਬੀਆਂ ਦੇ ਨਹੀਂ। ਉਹ ਮਨੁੱਖਤਾ ਲਈ ਉਹਨਾਂ ਨੇ ਗੱਲ ਕੀਤੀ ਹੈ। ਤਾਂ ਉਹਨਾਂ ਨੂੰ ਆਪਾਂ ਕੌਣ ਹੁੰਦੇ ਆ ਉਹਨਾਂ ਨੂੰ ਕਿਸੇ ਵੀ ਉਹਦੇ ਚ ਵੰਡਣ ਵਾਲੇ, ਕਿਸੇ ਧਰਮ ਚ ਵੰਡਣ ਵਾਲੇ। ਤੇ ਗੁਰੂ ਸਾਹਿਬ ਦੇ ਉੱਥੇ ਦਰਸ਼ਨ ਹੋਏ ਨੇ, ਬਹੁਤ ਚੰਗੀ ਗੱਲ ਹੈ। ਉਹਨਾਂ ਦੇ ਜਨਮ ਸਥਾਨ ਦੇ ਉਹਨਾਂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਜਿਹੜੇ ਖੁੱਲਣ ਦੀ ਖਬਰ ਹੈ, ਅੱਛੀ ਹੈ। ਪਰ ਉਹਦੇ ਨਾਲ ਹੀ ਦੇਖੋ, ਜੇ ਬੀਜੇਪੀ ਵੀ ਕਰ ਰਹੀ ਹੈ ਤੇ ਕਾਂਗਰਸ ਨੂੰ ਵੀ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ ਕਿ ਪਹਿਲਾਂ MLA ਸਾਹਿਬਾਨ ਜਾਣਗੇ ਜੀ ਤੇ ਇਹ ਕਰਨਗੇ। ਇਹ ਆਮ ਲੋਕਾਂ ਨੂੰ ਜਾਣਦੇ ਤੇ ਜਾਣਾ, ਤੇ ਆਮ ਸ਼ਰਧਾਲੂ ਬਣ ਕੇ ਜਾਓ। ਐਡੀ ਵੱਡੀ ਪਬਲਿਸਿਟੀ ਕਰਕੇ ਜਾਣ ਦਾ ਕੋਈ ਲੌਜਿਕ ਨਹੀਂ ਬਣਦਾ। ਸੋ ਇਹ ਭਾਵੇਂ ਕੋਸ਼ਿਸ਼ਾਂ ਬੀਜੇਪੀ ਜਿੰਨੀਆਂ ਮਰਜ਼ੀ ਕਰ ਲਵੇ ਸਰ, ਪਰ ਇਹ ਕਾਮਯਾਬ ਨਹੀਂ ਹੋਣੀਆਂ, ਕਿਉਂਕਿ ਹੁਣ ਲੋਕ ਜਿਹੜੇ ਆ ਨਾ ਉਹ ਇਹਨਾਂ ਭਾਵਨਾਤਮਕ ਮੁੱਦਿਆਂ ਤੋਂ ਉੱਪਰ ਉੱਠ ਚੁੱਕੇ ਆ। ਹੁਣ ਲੋਕਾਂ ਦੀ ਅਵੇਅਰਨੈਸ ਇਸ ਲੈਵਲ ਤੱਕ ਹੋ ਗਈ ਹੈ ਕਿ ਲੋਕ ਕਹਿੰਦੇ ਕਿ ਠੀਕ ਹੈ, ਇਹ ਮੁੱਦੇ ਇੱਕ ਪਾਸੇ ਨੇ, ਪਰ ਸਾਡੇ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਦੇ ਇਸ਼ੂਜ਼ ਨੇ ਉਹਨਾਂ ਨੂੰ ਤੁਸੀਂ ਕਿਵੇਂ ਐਡਰੈਸ ਕਰੋਗੇ, ਉਹਦੀ ਗੱਲ ਕਰੋ। ਤੇ ਬਦਕਿਸਮਤੀ ਨਾਲ ਉਹਨਾਂ ਦਾ ਕਿਸੇ ਕੋਲ ਜਵਾਬ ਹੈ ਨਹੀਂਗਾ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹਦਾ ਕੋਈ ਫਰਕ ਪਏਗਾ ਲੋਕਾਂ ਨੂੰ। ਜੀ ਬਾਕੀ ਜਿਵੇਂ ਸਾਰਿਆਂ ਨੇ ਕਿਹਾ ਕਿ ਟੋਟਲੀ ਹੀ ਪੋਲੀਟੀਕਲ ਸਟੰਟ ਹੈ, ਕਿਉਂਕਿ 17 ਤਰੀਕ ਨੂੰ ਲਾਂਘਾ ਖੁੱਲ੍ਹਣ ਦੀ ਖਬਰ ਆਉਂਦੀ ਹੈ, 19 ਤਰੀਕ ਨੂੰ ਗੁਰਪੁਰਬ ਹੈ, ਐਂਡ ਉਸ ਤੋਂ ਇਲਾਵਾ ਪਹਿਲੇ 10 ਦਿਨ ਕਿਹਾ ਜਾ ਰਿਹਾ ਕਿ ਆਮ ਆਦਮੀ ਜਾ ਕੇ ਮੱਥਾ ਨਹੀਂ ਟੇਕ ਸਕਦਾ, ਸਿਰਫ VIP ਜਾ ਕੇ ਮੱਥਾ ਟੇਕਣਗੇ ਕਿਉਂਕਿ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ। ਸੋ ਫਲਾਣਾ ਉਹ ਸਾਫ਼ ਜ਼ਾਹਰ ਹੋ ਰਿਹਾ ਕਿ ਕੀ ਬੀਜੇਪੀ ਦੀ ਮਨਸ਼ਾ ਹੈ, ਕਿਉਂ ਇਹੋ ਜਿਹਾ ਕਰਨਾ ਚਾਹੁੰਦੀ, ਕਿਉਂਕਿ ਪੰਜਾਬ ਦੇ ਕੁਝ ਬੀਜੇਪੀ ਆਗੂ ਜਾਂਦੇ ਨੇ, ਫਿਰ ਉਸ ਤੋਂ ਬਾਅਦ ਕਹਿੰਦੇ ਨੇ ਅਸੀਂ ਵਿਚਾਰਿਆ ਤੇ ਅਸੀਂ ਲੋਕਾਂ ਦੇ ਸੈਂਟੀਮੈਂਟਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਲਾਂਘਾ ਜਿਹੜਾ ਹੈ ਖੋਲ੍ਹ ਰਹੇ ਹਾਂ, ਜੋ ਕਿ ਟੋਟਲੀ ਪੋਲੀਟੀਕਲ ਸਟੰਟ ਹੀ ਦਿਸ ਰਿਹਾ। ਪੱਲਾਸੋ ਸਾਹਿਬ, ਤੁਸੀਂ ਕੀ ਆਪਣੀ ਰਾਏ ਦੇਣਾ ਚਾਹੁੰਦੇ ਇਸ ਗੱਲਬਾਤ ਬਾਰੇ? ਮੈਂ ਜੀ ਵਿਜ਼ਨ ਪੰਜਾਬ ਟੀਵੀ ਦੇ ਸਾਰੇ ਵਿਊਅਰਸ ਨੂੰ ਤੇ ਇਸ ਚੈਨਲ ਦੇ ਜਰੀਏ ਪਹਿਲਾਂ ਤਾਂ ਸਮੁੱਚੀ ਮਾਨਵਤਾ ਨੂੰ ਗੁਰੂ ਨਾਨਕ ਨਾਮ ਦੇ ਬਾਰੇ ਇਸ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੀ, ਦੁਬਾਰਾ ਖੁੱਲ੍ਹਣ ਦੀ ਮੁਬਾਰਕਬਾਦ ਦੇਣਾ ਤੇ ਸ਼ੁਕਰ ਕਰਦਾ, ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਇਹ ਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਫਿਰ ਕਿਤੇ ਸਿਆਸਤ ਦੀ ਭੇਂਟ ਇਹੋ ਜਿਹੀ ਗੱਲ ਨਾ ਚੜੇ, ਇਹ ਹੁਣ ਸਦੀ ਵੀ ਖੁੱਲਿਆ ਰਹੇ। ਇਸ ਤੋਂ ਅੱਗੇ ਗੱਲ ਆਈ ਹੈ, ਅੱਜ ਤੱਕ ਇਹ ਨਹੀਂ ਸਮਝ ਆ ਸਕੀ ਕਿ ਜਦੋਂ ਇੱਕ ਵਾਰ ਖੁੱਲ ਗਿਆ ਸੀ, ਉਸ ਵੇਲੇ ਖੁੱਲਣ ਵੇਲੇ ਵੀ ਬੜੀ ਡਰਾਮੇਬਾਜ਼ੀ ਤੇ ਬਹੁਤ ਕੁਝ ਹੋਇਆ ਸੀ, ਪਰ ਜਦੋਂ ਇੱਕ ਵਾਰ ਖੁੱਲ ਗਿਆ ਸੀ ਤੇ ਫਿਰ ਉਹਨੂੰ ਬੰਦ ਕਰਨ ਦੀ
ਜਿਹੜੀ ਸੀਗੀ ਉਹ ਨੌਬਤ ਕਿਉਂ ਆਈ ਸੀ ਤੇ ਬੰਦ ਕਿਉਂ ਕੀਤਾ ਗਿਆ ਸੀ। ਕੋਵਿਡ ਦੇ ਬਹਾਨੇ ਦੇ ਨਾਲ ਇਹਨੂੰ ਬੰਦ ਕਰਨਾ, ਕੋਵਿਡ ਦੇ ਦਿਨਾਂ ਦੇ ਵਿੱਚ ਜਿਹੜੇ ਮੇਅਰਸ ਤੁਸੀਂ ਦੇ ਦਿੱਤੇ ਸੀਗੇ ਉਹਨਾਂ ਮੇਅਰਸ ਦੇ ਮੁਤਾਬਕ ਲੋਕ ਆਪਣੇ ਆਪ ਹੀ ਨਹੀਂ ਸੀ ਜਾਣੇ, ਔਰ ਜਦੋਂ ਵੀ ਕੋਵਿਡ ਨੇ ਖੁੱਲਣਾ ਸੀ ਉਸ ਤੋਂ ਬਾਅਦ ਲੋਕ ਆਪਣੇ ਆਪ ਜਾਣੇ ਸ਼ੁਰੂ ਹੋ ਜਾਣੇ ਸੀ। ਗਵਰਨਮੈਂਟ ਨੈਸ਼ਨਲ ਗਵਰਨਮੈਂਟ ਲੈਵਲ ਤੇ ਜਾ ਕੇ ਇਹਨੂੰ ਬੈਨ ਕਰਨਾ ਉਸ ਵੇਲੇ ਵੀ ਸਮਝ ਨਹੀਂ ਸੀ ਆਈ। ਤੇ ਉਸ ਤੋਂ ਬਾਅਦ ਮੇਰਾ ਖਿਆਲ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਭਾਵੇਂ ਇੰਡੀਅਨ ਨੈਸ਼ਨਲ ਕਾਂਗਰਸ ਹੈ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਹੋਰ ਸਿਆਸੀ ਧਾਰਮਿਕ ਤੇ ਸਮਾਜਿਕ ਧਿਰਾਂ ਨੇ, ਇਹ ਤਾਂ ਸਾਰਿਆਂ ਨੇ ਇਸ ਤੋਂ ਪਹਿਲਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਮਾਨਵਤਾ ਦੀ, ਸਿੱਖ ਮਾਸਜ ਦੀ, ਗੁਰੂ ਨਾਨਕ ਨਾਮ ਲੇਵਾ ਦੀ ਇਸ ਹਸਰਤ ਨੂੰ ਸਮਝੋ ਤੇ ਤੁਸੀਂ ਇਹਨੂੰ ਖੋਲ ਦਵੋ। ਸਮਝ ਨਹੀਂ ਆਈ ਕਿ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਤਾਂ ਨਹੀਂ ਕੀਤੀ ਗਈ, ਪਰ ਸਿਰਫ 3-4 ਦਿਨ ਪਹਿਲਾਂ ਇੱਕ ਸੋ ਕਾਲਡ ਡੈਪੂਟੇਸ਼ਨ ਬਣਾਉਣਾ, ਉਸ ਡੈਪੂਟੇਸ਼ਨ ਨੂੰ ਇੱਕ ਦਿਨ ਦੇ ਨੋਟਿਸ ਤੇ ਪ੍ਰਾਈਮ ਮਿਨਿਸਟਰ ਨਾਲ ਮਿਲਾ ਦੇਣਾ, ਫਿਰ ਉਸ ਤੋਂ ਅਗਲੇ ਦਿਨ ਪ੍ਰੈਜ਼ੀਡੈਂਟ ਆਫ ਇੰਡੀਆ ਨਾਲ ਮਿਲਾ ਦੇਣਾ, ਫਿਰ ਹੋਮ ਮਿਨਿਸਟਰ ਨਾਲ ਮਿਲਾ ਦੇਣਾ, ਤੇ ਫਿਰ ਉਸੇ ਦਿਨ ਸ਼ਾਮ ਨੂੰ ਫੈਸਲਾ ਲੈ ਲੈਣਾ ਕਿ ਇਹ ਖੁੱਲ ਗਿਆ। ਇਸ ਚੀਜ਼ ਨੂੰ ਜੇ ਉਹ ਇਹ ਸਮਝਦੇ ਨੇ ਕਿ ਇਸ ਤਰੀਕੇ ਦੇ ਨਾਲ ਉਹ ਇਹ ਜਿਹੜਾ ਉਹਨਾਂ ਨੇ ਐਕਟ ਕੀਤਾ ਉਹ ਇਹਨੂੰ ਕਿਤੇ ਆਪਣੇ ਵਾਸਤੇ ਵਰਤ ਲੈਣਗੇ ਤਾਂ ਉਹ ਬਹੁਤ ਵੱਡੀ ਗਲਤੀ ਦੇ ਵਿੱਚ ਨੇ। ਅੱਜ ਰਾਜਨੀਤਿਕ ਲੋਕ ਤੰਗ ਨਜ਼ਰ ਨੇ, ਲੇਕਿਨ ਵੋਟਰ ਤੇ ਆਮ ਸਧਾਰਨ ਲੋਕ ਜਿਹੜੇ ਨੇ ਉਹ ਸਿਆਣੇ ਹੋ ਜਾਂਦੇ। ਇਸ ਕਰਕੇ ਇਸ ਤਰ੍ਹਾਂ ਵਰਤਿਆ ਨਹੀਂ ਜਾਣਾ। ਇਹ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ, ਮੇਰੇ ਵੀਰ ਭੁੱਲਰ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ, ਕੋਈ ਮਤਲਬ ਨਵੀਂ ਗੱਲ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਧਰਮ ਦੀ ਆੜ ਦੇ ਵਿੱਚ ਵੇਖ ਰਹੀ ਹੈ। ਭਾਰਤੀ ਜਨਤਾ ਪਾਰਟੀ ਜਿਉਂ ਤੋਂ ਮੋਦੀ ਸਾਹਿਬ ਨੇ ਤੇ ਅਮਿਤ ਸ਼ਾਹ ਜੀ ਦੀ ਜੋੜੀ ਆਈ ਹੈ, ਤੁਸੀਂ ਦੱਸਿਓ ਇਹਨਾਂ ਦਾ ਕਿਹੜਾ ਸਟੈਪ ਹੈ ਜਿਹੜਾ ਇਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਅੱਗੇ ਰੱਖ ਕੇ ਨਹੀਂ ਚੁੱਕਿਆ। ਜੀ ਭਾਵੇਂ ਉਹ ਹਾਂ ਪੱਖੀ ਨੇ ਤੇ ਭਾਵੇਂ ਉਹ ਨਾ ਪੱਖੀ ਨੇ, ਭਾਵੇਂ ਉਹ ਪਾਕਿਸਤਾਨ ਦੇ ਇਸ਼ੂਜ਼ ਨੂੰ ਉਭਾਰਨ ਦੀ ਗੱਲ ਹੈ, ਭਾਵੇਂ ਪਾਕਿਸਤਾਨ ਦੇ ਖਤਰੇ ਦੇ ਨਾਂ ਤੇ ਵੋਟਾਂ ਲੈਣ ਦੀ ਗੱਲ ਹੈ, ਬੰਦੇ ਕਿੰਨੇ ਮਰ ਗਏ, ਨੁਕਸਾਨ ਕਿੰਨਾ ਹੋ ਗਿਆ, ਉਹ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ। ਇਹਨਾਂ ਲਈ ਮਾਇਨੇ ਰੱਖਦੀ ਹੈ ਸਿਰਫ ਤੇ ਸਿਰਫ ਧਰਮ ਦੇ ਨਾਂ ਤੇ ਕੀਤੀ ਜਾਣ ਵਾਲੀ ਰਾਜਨੀਤੀ। ਭਾਰਤ ਵਰਗੇ ਸੈਕੂਲਰ ਮੁਲਕ ਦੇ ਵਿੱਚ ਇਹ ਰਾਜਨੀਤੀ ਜਿਹੜੀ ਹੈ ਇਹਦੀ ਨਾ ਤਾਂ ਕੋਈ ਥਾਂ ਤੇ ਨਾ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ, ਸਾਡੀ ਪਾਰਟੀ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਨਾ ਇਹਨੂੰ ਲੋਕਾਂ ਨੇ ਹੁਣ ਜਿਹੜਾ ਉਹ ਰੈਕਗਨਾਈਜ਼ ਕਰਨਾ। ਇਸ ਕਰਕੇ ਲੋਕ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਕੋਈ ਪ੍ਰੋਗਰਾਮ ਜਿਹੜੇ ਨੇ ਪਾਰਟੀਆਂ ਤੇ ਉਹ ਲੋਕ ਮੁੱਦਿਆਂ ਦੇ ਹੋਣੇ ਚਾਹੀਦੇ ਨੇ, ਨਾ ਕਿ ਧਾਰਮਿਕ ਫਿਰਕਾਪ੍ਰਸਤੀ ਦੇ। ਜੀ ਇਸ ਤੋਂ ਇਲਾਵਾ ਹੁਣ ਅਗਲੇ ਅਹਿਮ ਮੁੱਦੇ ਦੀ ਗੱਲ ਕਰੀਏ ਤਾਂ ਇਸ ਵਕਤ ਹਰ ਇੱਕ ਟੀਵੀ ਚੈਨਲ ਤੇ ਇੱਕ ਖਬਰ ਬੜੀ ਸਾਫ਼ ਦਿਖਾਈ ਦੇ ਰਹੀ ਹੈ, AQI ਯਾਨੀ ਕਿ 에ਅਰ ਕੁਆਲਿਟੀ ਇੰਡੈਕਸ, ਤੇ ਉਸ ਦੇ ਮਾਮਲੇ ਦੇ ਵਿੱਚ ਜਿਹੜਾ ਨਾਰਥ ਇੰਡੀਆ ਉਹ ਤੇ ਸਭ ਮੈਂ ਕਹ ਲਈਏ ਬਦਨਾਮ ਹੈ ਹੀ ਹੈ, ਪੰਜਾਬ ਵੀ ਬਦਨਾਮ ਹੈ, ਪਰ ਦਿੱਲੀ ਨੂੰ ਬਾਰ-ਬਾਰ ਝਿੜਕਿਆ ਜਾ ਰਿਹਾ ਹੈ, ਦਿੱਲੀ ਨੂੰ ਬਾਰ-ਬਾਰ ਹਾਈਲਾਈਟ ਕੀਤਾ ਜਾ ਰਿਹਾ ਹੈ। ਐਂਡ ਜਦੋਂ ਵੀ ਦਿੱਲੀ ਦੀ ਗੱਲ ਹੁੰਦੀ ਓਬਵੀਅਸਲੀ ਫਿਰ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਨਾਮ ਆਏਗਾ ਅੱਗੇ ਕਿ ਪੂਰਾ ਸਾਲ ਕੁਝ ਨਹੀਂ ਕਹਿੰਦੇ, ਬਸ ਨਵੰਬਰ ਦਸੰਬਰ 'ਚ ਫਿਰ ਕਹਿ ਦਿੰਦੇ ਨੇ ਕਿ ਬਈ ਪਰਾਲੀ ਦਾ ਧੂੰਆਂ, ਜਦ ਕਿ ਸੁਪਰੀਮ ਕੋਰਟ ਨੇ ਫਟਕਾਰ ਲਾ ਦਿੱਤੀ ਹੈ ਕਿ ਬਈ ਉਹਨਾਂ ਦਾ ਇੰਨਾ ਕਸੂਰ ਨਹੀਂ ਹੈ, ਕੁਝ % ਹਿੱਸਾ ਹੀ ਹੈ ਜਿਹੜਾ ਪਰਾਲੀ ਦਾ, ਬਾਕੀ ਮੈਜੋਰਿਟੀ ਜਿਹੜਾ ਹਿੱਸਾ ਹੈ ਉਹ ਉਹਨਾਂ ਦੇ ਆਪਣੇ ਸ਼ਹਿਰ 'ਚੋਂ ਆ ਰਿਹਾ, ਉਹਨਾਂ ਦੇ ਆਪਣੇ ਦਿੱਲੀ ਤੋਂ ਆ ਰਿਹਾ, ਤੇ ਉਹਨੂੰ ਮੈਨੇਜ ਨਹੀਂ ਹੋ ਰਿਹਾ। ਇਹਦੇ ਲਈ ਉਹਨਾਂ ਨੇ ਸੈਂਟਰ ਨੂੰ ਵੀ ਬਕਾਇਦਾ ਬਰਾਬਰ ਬੋਲਿਆ, ਪਰ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਵੀ ਚੰਗੀ ਕਲਾਸ ਜਿਹੜੀ ਲੱਗੀ ਹੈ। ਤੇ ਜੇ ਆਪਾਂ ਬਾਰ-ਬਾਰ, ਕਿਉਂਕਿ ਹੁਣ ਇਲੈਕਸ਼ਨਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ, ਆਏ ਦਿਨ ਗੱਲ ਹੁੰਦੀ ਹੈ ਕਿ ਬਈ ਦਿੱਲੀ ਮਾਡਲ, ਸੋ ਅਜਿਹਾ ਮਾਡਲ ਜਿੱਥੇ ਪੰਜਾਬ ਵੀ ਬਰਾਬਰ ਹੀ ਝੂਝ ਰਿਹਾ, ਪੰਜਾਬ ਵਿੱਚ ਵੀ 200-300 ਤੋਂ ਘੱਟ AQI ਲੈਵਲ ਥੱਲੇ ਨਹੀਂ ਆ ਰਿਹਾ, ਜਦ ਕਿ ਦਿੱਲੀ ਵਿੱਚ ਇਸ ਤੋਂ 2 ਗੁਣਾ 3 ਗੁਣਾ। ਤੇ ਉੱਥੇ ਜੇਕਰ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਉਹ ਕੀ ਸਟੈਂਡ ਲੈਂਦੀ ਹੈ, ਕਿਉਂਕਿ ਉੱਥੇ ਤਾਂ ਆਪਣਾ ਉਹਨਾਂ ਦਾ ਜਿਹੜਾ ਹੈ ਬਹੁਤ ਬੁਰਾ ਹਾਲ ਹੈ। ਸੋ ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕੀ ਕਹਿੰਦੇ ਹੋ, ਕਿਉਂਕਿ ਆਏ ਦਿਨ ਕੇਜਰੀਵਾਲ ਸਾਹਿਬ ਦੀ ਜਿਹੜੀ ਜਦੋਂ ਪੁੱਛਗਿੱਛ ਹੋ ਰਹੀ ਹੈ ਕਿ ਬਈ ਤੁਹਾਡੇ ਕੋਲ ਕੰਟਰੋਲ ਨਹੀਂ ਹੋਇਆ ਕਿਉਂਕਿ ਪੂਰਾ ਸਾਲ ਵਾਕਈ ਨਹੀਂ ਕੁਝ ਕੀਤਾ ਹੁੰਦਾ, ਲਾਸਟ 3-4 ਮਹੀਨੇ 'ਚ ਕਹਿ ਦਿੰਦੇ ਕਿ ਬਈ ਪਰਾਲੀਆਂ ਦਾ ਧੂੰਆਂ ਤੇ ਕਿਸਾਨ ਨਾ ਕਰਨ। ਇੱਦਾਂ ਮੋਹਿਤ ਜੀ ਦੇਖੋ, ਇਸ ਤਰ੍ਹਾਂ ਇਸ ਟਾਈਮ ਤੇ ਨਾ ਹਵਾਵਾਂ ਜਿਹੜੀਆਂ ਨਾਰਥ ਇੰਡੀਆ ਚੱਲਣੀਆਂ ਬੰਦ ਹੋ ਜਾਂਦੀਆਂ ਨੇ, ਤੇ ਜਿਹੜੀ ਸੁਪਰੀਮ ਕੋਰਟ ਨੇ ਫਟਕਾਰ ਲਾਈ ਹੈ ਬਰਾਬਰ ਸਾਰੀਆਂ ਸਰਕਾਰਾਂ ਨੂੰ ਲਾਈ ਹੈ ਕਿ ਸਟੈਪਸ ਜਿਹੜੇ ਆ ਉਹ ਚੱਕਣੇ ਚਾਹੀਦੇ ਆ। ਕੇਜਰੀਵਾਲ ਸਰਕਾਰ ਨੇ ਕੀ ਕੀਤਾ ਕਿ ਦਿੱਲੀ ਤੇ ਸਰਾਊਂਡਿੰਗਸ 'ਚ ਜਿੰਨੀ ਸਟਬਲ ਬਰਨਿੰਗ ਸੀ ਉਹਦੇ ਲਈ ਖਾਸ ਦਵਾਈ ਤਿਆਰ ਕੀਤੀ ਗਈ ਹੈ ਜਿਹੜੀ ਕਿ ਵਿੱਚ ਵਾਹੀ ਜਾਂਦੀ ਹੈ। ਅਸੀਂ ਕੰਕਰੀਟ ਸਟੈਪਸ ਦੀ ਗੱਲ ਕਰ ਰਹੇ ਹਾਂ। ਦਿੱਲੀ ਦੇ ਵਿੱਚ ਜਿਹੜਾ ਨੈਕਸਟ ਸਭ ਤੋਂ ਵੱਧ ਪੋਲਿਊਸ਼ਨ ਸੀ ਉਹ ਗ੍ਰੇਵਲ ਕੰਸਟਰਕਸ਼ਨ ਤੇ ਰੋਡ ਸਾਈਡਸ ਤੋਂ ਆਉਂਦੀ ਸੀ।
ਅਸੀਂ ਬਹੁਤ ਵੱਡੀ ਇੱਕ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਹੈ, ਜਿਹਦੇ ਨਾਲ ਕਿ ਜਿਹੜੀ ਰੋਡ ਸਾਈਡ ਜਿਹੜਾ ਮੱਕ ਤੇ ਹੈਗਾ, ਜਿਹੜਾ ਸੈਂਡ ਪਾਰਟੀਕਲਸ ਨੇ ਜਿਹੜੇ ਸਭ ਤੋਂ ਵੱਧ ਡੇਂਜਰਸ ਹੁੰਦੇ ਆ, ਤੇ ਜਿਹੜੀ ਗ੍ਰੈਵਲ ਤੋਂ ਆਉਂਦਾ ਜਿਹੜਾ ਉਹਨੂੰ ਕੰਟਰੋਲ ਕੀਤਾ ਜਾਵੇ। ਹੁਣ ਆਬਵੀਅਸਲੀ ਦਰਖਤ ਵੱਡੇ ਹੋਣ ਨੂੰ ਥੋੜਾ ਜਿਹਾ ਟਾਈਮ ਤਾਂ ਲੱਗਦਾ। ਇਹਦੇ ਨਾਲ ਨਾਲ ਦਿੱਲੀ 'ਚ ਇੱਕ ਸਾਨੂੰ ਬੜੀ ਯੂਨੀਕ ਪ੍ਰੋਬਲਮ ਹੈ ਸਰ। ਪ੍ਰੋਬਲਮ ਇਹ ਹੈ ਕਿ ਪੂਰਨ ਸਰਕਾਰ ਨਾ ਹੋਣ ਕਰਕੇ ਅਸੀਂ ਜਿਹੜਾ ਵੀ ਕਦਮ ਚੱਕਦੇ ਹਾਂ ਉਸ ਕਦਮ ਦਾ ਜਾਂ ਤਾਂ ਅਪਰੂਵਲ ਲੈਣੀ ਪੈਂਦੀ ਹੈ ਤੇ ਜਾਂ ਕੇਂਦਰ ਸਰਕਾਰ ਉਹਨੂੰ ਅਪੋਜ਼ ਕਰਦੀ ਹੈ। ਸੋ ਇਹਨੂੰ ਕਹਿੰਦੇ ਨਾ 2 ਸਟੈਪਸ ਫਰੰਟ ਐਂਡ 1 ਸਟੈਪ ਬੈਕ। ਅਸੀਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਬਾਰ-ਬਾਰ ਇਹ ਰਹੀ ਸੀ, ਅਸੀਂ ਪਿਛਲੇ 2-3 ਸਾਲ ਤੋਂ ਇਹ ਪ੍ਰੋਬਲਮ ਆ ਰਹੀ ਹੈ, ਅਸੀਂ ਬਾਰ-ਬਾਰ ਇਹ ਕੋਸ਼ਿਸ਼ ਕਰ ਰਹੇ ਸੀ ਕਿ ਇੱਕ ਹੋਲਿਸਟਿਕ ਅਪਰੋਚ ਲਈ ਜਾਵੇ। ਬਿਲਕੁਲ ਇੱਕ ਕਾਰਨ ਨਹੀਂ ਹੈ ਇਸ ਚੀਜ਼ ਦਾ, ਇਹਦਾ ਕਾਰਨ ਵਹੀਕਲਰ ਪੋਲਿਊਸ਼ਨ ਵੀ ਹੈ। 50% ਇਹਦਾ ਕਾਰਨ ਜਿਹੜੀ ਗ੍ਰੈਵਲ ਤੇ ਰੋਡ ਸਾਈਡ ਸੈਂਡ ਹੈ ਉਹ ਹੈ। ਉਹ ਕਿਉਂਕਿ ਦਿੱਲੀ 'ਚ ਕੰਸਟਰਕਸ਼ਨ ਐਕਟੀਵਿਟੀ ਇੰਨੀ ਜ਼ਿਆਦਾ ਚੱਲ ਰਹੀ ਹੈ ਉਹਦੇ ਕਰਕੇ ਹੁੰਦੀ ਹੈ। ਐਂਡ ਇਹ ਜਿਹੜਾ ਸਮਾਂ ਆ 4 ਹਫ਼ਤੇ ਨਵੰਬਰ ਦੇ ਹੁੰਦੇ ਆ, ਇਹਦੇ 'ਚ ਵਿੰਡ ਫਲੋਜ਼ ਘਟ ਜਾਂਦੇ ਆ। ਸੋ ਅਸੀਂ ਜ਼ਰੂਰ ਕਦਮ ਚੱਕੇ ਨੇ, ਬਟ ਉਹਨਾਂ ਕਦਮਾਂ ਦਾ ਅਸਰ ਆਉਣ ਨੂੰ ਜ਼ਰੂਰ ਥੋੜਾ ਜਿਹਾ ਸਮਾਂ ਲੱਗੇਗਾ। ਸਾਡੀ ਤਾਂ ਤੁਹਾਡੇ ਰਾਹੀਂ ਇੱਕ ਬੇਨਤੀ ਹੈ ਕੇਂਦਰ ਸਰਕਾਰ ਨੂੰ ਤੇ ਲੈਫਟੀਨੈਂਟ ਗਵਰਨਰ ਸਾਹਿਬ ਨੂੰ ਕਿ ਜਿਹੜੀ ਹਵਾ ਸੁੰਘਦੇ ਆ ਸਭ ਦੇ ਬੱਚੇ ਬਰਾਬਰ ਸੁੰਘਦੇ ਆ। ਉਹ ਦਿੱਲੀ ਦੇ, ਹਰਿਆਣੇ ਦੇ, ਪੰਜਾਬ ਦੇ ਬਜ਼ੁਰਗ ਲੋਕ ਵੀ ਸੁੰਘਦੇ ਆ, ਬਿਮਾਰ ਲੋਕ ਵੀ ਸੁੰਘਦੇ ਆ, ਬੱਚੇ ਵੀ ਸੁੰਘਦੇ ਆ। ਇਹ ਸਭ ਦੀ ਸਾਂਝੀ ਪ੍ਰੋਬਲਮ ਹੈ। ਇਹਨੂੰ ਪੋਲੀਟੀਕਲ ਬਲੇਮ ਗੇਮ ਦੀ ਬਜਾਏ ਜੇ ਆਪਾਂ ਸੋਲਵ ਕਰਨ ਨਾਲ ਇੱਕ ਕੰਕਰੀਟ ਪਲਾਨ ਬਣਾਈਏ, ਅਸੀਂ 2 ਕਦਮ ਅੱਗੇ ਚੱਲਣ ਨੂੰ ਤਿਆਰ ਹਾਂ। ਤੁਸੀਂ ਸਟੈਪਸ ਦੱਸੋ, ਨਹੀਂ ਤਾਂ ਅਸੀਂ ਸਟੈਪਸ ਕਰ ਰੱਖੇ ਨੇ, ਕੋਆਪਰੇਟ ਕਰਦੇ ਹਾਂ। ਕੋਆਪਰੇਟ ਕਰਕੇ ਇਹਦਾ ਪੱਕਾ ਸਮਾਧਾਨ ਲੱਭੀਏ, ਨਾ ਕਿ ਹਰ ਸਾਲ ਜਿਵੇਂ ਆਪਾਂ ਕਹੀਏ ਕਿ ਪੈਚ ਵਰਕ ਕਰਦੇ ਹਾਂ, ਪੈਚ ਵਰਕ ਕਰੀਏ। ਅਸੀਂ ਤਾਂ ਹੁਣ ਵੀ ਕਹਿ ਰਹੇ ਹਾਂ ਕਿ ਪੰਜਾਬ 'ਚ ਜਿਵੇਂ ਹੀ, ਜੇ ਪਰਮਾਤਮਾ ਸੁੱਖ ਰੱਖੇ, ਜੀ ਸਰਕਾਰ ਆਉਂਦੀ ਹੈ, ਅਸੀਂ ਵਿਦਿਨ ਦਾ ਫਸਟ ਕ੍ਰੌਪ ਸਾਈਕਲ ਸਟਬਲ ਬਰਨਿੰਗ ਦੀ ਪ੍ਰੋਬਲਮ ਨੂੰ ਸੋਲਵ ਕਰਕੇ ਦਿਖਾਵਾਂਗੇ। ਇਹਦੇ 'ਚ ਕੋਈ ਵੱਡੀ ਚੌੜੀ ਗੱਲ ਨਹੀਂ ਹੈਗੀ ਮੋਹਿਤ ਜੀ, ਬਟ ਕਰਨ ਦੀ ਮਨਸ਼ਾ ਦੀ ਲੋੜ ਹੈ। ਸੋ ਮੈਂ ਗੱਲ ਨਾਲ ਸਹਿਮਤ ਹਾਂ। ਬਿਲਕੁਲ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਕਰਨਾ ਵੀ ਜਾਇਜ਼ ਬਣਦਾ, ਕਿਉਂਕਿ ਪ੍ਰੋਬਲਮ ਇਸ ਹੱਦ ਤੱਕ ਵੱਧ ਚੁੱਕੀ ਹੈ। ਬਟ ਅਸੀਂ ਕੰਕਰੀਟ ਸਟੈਪਸ ਚੱਕ ਰਹੇ ਹਾਂ, ਉਹਨੂੰ ਸਮਾਂ ਲੱਗੂਗਾ ਥੋੜਾ ਜਿਹਾ ਪ੍ਰਵਾਨ ਚੱਲਣ ਨੂੰ, ਸਾਡਾ ਤਾਂ ਇਹੀ ਹੈ ਜੀ। ਜੀ ਮੈਂ ਵੈਸੇ ਮੈਂ ਥੋੜੀ ਨੌਲੇਜ 'ਚ ਦੁਬਾਰਾ ਆਪਣੀ ਗੱਲ ਯਾਦ ਕਰਾਵਾਂ, ਜੇ ਗਲਤ ਹੋਵਾਂ ਤੁਸੀਂ ਦੱਸ ਦਿਓ, ਕਿ LG ਨੂੰ ਰੀਸੈਂਟਲੀ ਹੀ ਮੈਂ ਕਹਾਂ ਕਿ ਜਿਹੜੀ ਪੂਰੀ ਸੁਪਰੀਮ ਪਾਵਰ ਜਿਹੜੀ ਹੈ ਦਿੱਤੀ ਗਈ ਹੈ, ਕੁਝ ਮਹੀਨੇ ਪਹਿਲੇ ਦਿੱਤੀ ਗਈ ਹੈ। ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕਾਫੀ ਉਹਨਾਂ ਕੋਲ ਆਪਣੀ ਪਾਵਰ ਸੀਗੀ, ਕਾਫੀ ਵਧੀਆ ਤਰੀਕੇ ਨਾਲ ਯੂਜ਼ ਕੀਤੀਆਂ ਵੀ। ਪਰ ਇਸ ਟੌਪਿਕ ਤੇ ਪੂਰਾ ਸਾਲ ਵਾਕਈ ਜਿਹੜਾ ਕੰਮ ਹੈ ਉਹ ਨਹੀਂ ਇੰਨਾ ਹੁੰਦਾ ਰਿਹਾ, ਤੇ ਅਖੀਰਲੇ 3-4 ਮਹੀਨੇ 'ਚ ਜਿਵੇਂ ਕਿਹਾ ਕਿ ਬਲੇਮ ਗੇਮ ਦੀ ਜਿਹੜੀ ਰਾਜਨੀਤੀ ਉਹ ਹਰ ਕੋਲੋਂ ਚੱਲੀ ਜਾਂਦੀ ਹੈ। ਪੰਜਾਬ ਸਰਕਾਰ ਵੀ ਕਹਿੰਦੀ ਕਿ ਨਹੀਂ ਤੁਹਾਡਾ ਕਸੂਰ ਹੈ, ਉਹ ਵੀ ਕਹਿੰਦੇ ਨੇ। ਉਹਦੇ ਤੇ ਮੈਂ ਬਾਕੀ ਦੇ ਵੀ ਰਾਏ ਲੈਣਾ ਚਾਹਾਂਗਾ। ਭੁੱਲਰ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਗੱਲ ਹੁਣੇ ਗਰੇਵਾਲ ਸਾਹਿਬ ਨੇ ਆਖੀ ਹੈ, ਜਾਂ ਫਿਰ ਜੋ ਸਿਨੈਰੀਓ ਰਿਐਲਿਟੀ ਵਿੱਚ ਚੱਲ ਰਿਹਾ, ਉਹਦੇ ਬਾਰੇ ਤੁਹਾਡੇ ਕੀ ਬਿਆਨ ਨੇ? ਗਰੇਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵਿੰਡ ਫਲੋ ਘਟ ਜਾਂਦਾ ਹੈ। ਬੜੀ ਇਹ ਗੱਲ ਤੱਥਾਂ ਦੇ ਆਧਾਰ ਤੇ ਬਿਲਕੁਲ ਸਹੀ ਹੈ, ਇਸ ਗੱਲ ਨੂੰ ਸਾਰੇ ਮੰਨਦੇ ਆ ਆਪਾਂ। ਜੇ ਵਿੰਡ ਫਲੋ ਘਟ ਜਾਂਦਾ ਹੈ ਤਾਂ ਫਿਰ ਵਾਰ-ਵਾਰ ਕੇਜਰੀਵਾਲ ਸਾਹਿਬ ਪੰਜਾਬ ਉੱਤੇ ਦੋਸ਼ ਲਾਉਂਦੇ ਕਿ ਪੰਜਾਬ ਦਾ ਧੂੰਆਂ ਦਿੱਲੀ ਆ ਗਿਆ। ਇਹ ਗੱਲ ਕਿ ਹੋਰ ਦੇ ਧੂਏ ਦੀ ਕਿਉਂ ਨਹੀਂ ਕੀਤੀ ਜਾਂਦੀ, ਇਹ ਪੰਜਾਬ ਦੇ ਧੂਏ ਦੀ ਕਿਉਂ ਕਹੀ ਜਾਂਦੀ ਹੈ? ਕਿ ਸਾਡੇ ਤੇ ਪੰਜਾਬ ਦੇ ਤੇ ਦਿੱਲੀ ਦੇ ਦਰਮਿਆਨ ਇੱਕ ਹਰਿਆਣਾ ਨਹੀਂ ਆਉਂਦਾ? ਮੈਂ ਹਜੇ ਕੱਲ ਹੀ ਦਿੱਲੀੋਂ ਆਇਆ ਔਰ ਮੈਂ ਮਹਿਸੂਸ ਕੀਤਾ ਇੱਥੋਂ ਸਵੇਰੇ ਜਾਂਦਿਆਂ ਕਿ ਤਕਰੀਬਨ ਰਾਜਪੁਰਾ ਲੰਘ ਕੇ ਸਗੋਂ ਜਿਹੜਾ ਪੋਲਿਊਸ਼ਨ ਸੀਗਾ, ਰੋਡ ਦੇ ਧੂੰਆਂ ਸੀ, ਉਹ ਘੱਟੋ ਘੱਟ ਡਬਲ ਤੋਂ ਵੀ ਵੱਧ ਹੋ ਗਿਆ। ਇਹ ਕਈ ਜਗ੍ਹਾ ਤਾਂ ਇਹੋ ਜਿਹੇ ਮਾਹੌਲ ਸੀਗੇ ਕਿ ਗੱਡੀ ਸਲੋ ਵੀ ਕਰਨੀ ਪੈਂਦੀ ਸੀ ਜਦੋਂ ਮਤਲਬ ਕਿ ਧੂਏ ਦੇ ਕਾਰਨ ਅੱਗੇ ਵਿਜ਼ੀਬਿਲਟੀ ਦੇਖਣ ਦੇ ਵਿੱਚ ਵੀ ਦਿੱਕਤ ਆਉਂਦੀ ਸੀਗੀ, ਠੀਕ ਹੈ ਨਾ। ਤੇ ਇਹ ਮੈਂ ਇੱਕ ਗੱਲ ਤੋਂ ਹੈਰਾਨ ਹੁੰਨਾਗਾ ਕਿ ਵਾਰ-ਵਾਰ ਇਹ ਕਿਉਂ ਕਿਹਾ ਜਾਂਦਾ ਕਿ ਪੰਜਾਬ ਦਾ ਧੂੰਆਂ ਦਿੱਲੀ ਆਉਂਦਾ ਹੈ। ਪੰਜਾਬ ਦਾ ਧੂੰਆਂ ਪਹਿਲਾਂ ਹਰਿਆਣੇ ਜਾਊਗਾ, ਹਰਿਆਣੇ ਤੱਕ ਜਾਂਦੇ ਜਾਂਦੇ ਧੂਏ ਨੇ ਥੱਲੇ ਬੈਠ ਜਾਣਾ। ਇਹ ਇੰਨਾ ਲੰਬਾ ਤਾਂ ਜਾਂਦਾ ਹੀ ਨਹੀਂ। ਪਰ ਜਦੋਂ ਵਾਰ-ਵਾਰ ਇਸ ਗੱਲ ਦਾ ਸਾਨੂੰ ਇਤਰਾਜ਼ ਜ਼ਰੂਰ ਹੈਗਾ। ਬਾਕੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਹੈਗੇ ਆ ਕਿ ਇਸ ਪ੍ਰੋਬਲਮ ਨੂੰ ਇੱਕਦਮ ਸੋਲਵ ਨਹੀਂ ਕੀਤਾ ਜਾ ਸਕਦਾ। ਚਲੋ ਦਿੱਲੀ ਦੇ ਵਿੱਚ ਪਹਿਲਾਂ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਹੈ, ਉੱਥੇ ਜਿਹੜਾ ਪੋਲਿਊਸ਼ਨ ਹੈਗਾ, ਉੱਥੇ ਵਾਹੀਕਲਸ ਦਾ ਪੋਲਿਊਸ਼ਨ ਵੀ ਹੈ, ਉੱਥੇ ਇੰਡਸਟਰੀ ਦਾ ਪੋਲਿਊਸ਼ਨ ਵੀ ਹੈ, ਹੋਰ ਵੀ ਬਹੁਤ ਤਰ੍ਹਾਂ ਦੇ ਪੋਲਿਊਸ਼ਨ ਨੇ, ਸੈਂਡ ਪੋਲਿਊਸ਼ਨ ਵੀ ਹੈਗਾ, ਕੰਸਟਰਕਸ਼ਨ ਦਾ ਕੰਮ ਜ਼ਿਆਦਾ ਚੱਲਦਾ ਹੈ। ਇਹਨਾਂ ਗੱਲਾਂ ਨਾਲ ਮੈਂ ਸਾਰੀਆਂ ਨਾਲ ਸਹਿਮਤ ਹਾਂ। ਪਰ ਸਿਰਫ ਤੇ ਸਿਰਫ ਜਿਹੜਾ ਵਾਰ-ਵਾਰ ਪੰਜਾਬ ਨੂੰ ਕਹਿਣਾ, ਹਰਿਆਣੇ ਨੂੰ ਨਾ ਕਹਿਣਾ ਤੇ ਦਿੱਲੀ ਨੂੰ ਨਾ ਕਹਿਣਾ, ਦਿੱਲੀ ਦੇ ਲੋਕਾਂ ਨੂੰ ਨਾ ਕਹਿਣਾ, ਆਪਦੇ ਕਸੂਰ ਨੂੰ ਨਾ ਮੰਨਣਾ। ਦੇਖੋ ਅਸੀਂ ਤਾਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਕਿਸਾਨ ਨੂੰ ਪਰਾਲੀ ਨੂੰ ਸਾੜੇ ਬਿਨਾਂ ਗੁਜ਼ਾਰਾ ਹੁੰਦਾ ਨਹੀਂ। ਦਿੱਲੀ ਦੇ ਹੈਗਾ ਲੈਂਡ ਬੜੀ ਥੋੜੀ ਹੈ, ਖੇਤੀ ਬਹੁਤ ਥੋੜੀ ਜ਼ਮੀਨ ਦੇ ਉੱਤੇ ਹੁੰਦੀ ਹੈ, ਤਾਂ ਉੱਥੇ ਦੇ ਕੋਈ ਨਾ ਕੋਈ ਹੱਲ ਕੱਢੇ ਜਾ ਸਕਦੇ ਆ। ਉੱਥੋਂ ਦਾ ਥੋੜਾ ਸਰਕਲ ਹੋਣ ਕਰਕੇ ਕੋਈ ਨਾ ਕੋਈ ਨਿਕਲ ਸਕਦਾ ਸੋਲਿਊਸ਼ਨ। ਪੰਜਾਬ ਬਹੁਤ ਵੱਡਾ ਹੈ, ਫਿਰ ਪੰਜਾਬ ਦੇ ਛੋਟੇ ਛੋਟੇ ਜ਼ਿਮੀਂਦਾਰ ਬਹੁਤ ਨੇ। ਹੁਣ ਜਿਹੜਾ ਕੋਈ 20-30 ਕਿੱਲੇ ਜ਼ਮੀਨ ਵਾਲਾ ਬੰਦਾ ਹੈ, ਉਹ ਤਾਂ ਚਲੋ ਵੱਡਾ ਟਰੈਕਟਰ ਰੱਖ ਲਊਗਾ, ਉਹਨੂੰ ਪਰਾਲੀ ਨੂੰ ਰੋਟਾਵੀਟਰ ਨਾਲ ਵਾਹ ਕੇ ਉਹਨੂੰ ਕਿਸੇ ਢੰਗ ਨਾਲ ਉਹਦਾ ਹੱਲ ਕੱਢ ਲੈਂਦਾ ਹੈ। ਕਿਸੇ ਹੱਦ ਤੱਕ ਉਹ ਇਸ ਵਾਰ ਮੈਂ ਮਹਿਸੂਸ ਕੀਤਾ ਗਿਆ ਲੁਧਿਆਣੇ ਦੇ ਆਸੇ ਪਾਸੇ ਜਿਹੜੇ ਤਕੜੇ ਜ਼ਿਮੀਂਦਾਰ ਸੀਗੇ, ਤਕਰੀਬਨ
ਉਹਨਾਂ ਨੇ ਇਸ ਵਾਰ ਰੋਟਾਵੀਟਰ ਨਾਲ ਜਿਹੜਾ ਪਰਾਲੀ ਨੂੰ ਉਹਨੂੰ ਵਾਹ ਕੇ ਵਿੱਚ ਹੀ ਵੱਢ ਕੇ ਵਿੱਚ ਹੀ ਦੁਬਾਰੇ ਬਿਜਾਈ ਕਰਤੀ ਹੈ। ਉਹਨਾਂ ਨੇ ਅੱਗ ਨਹੀਂ ਲਗਾਈ ਔਰ ਤਕਰੀਬਨ ਮੇਰੇ ਖਿਆਲ 75% ਅੱਗੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਪਰਾਲੀ ਨੂੰ ਸਾੜਨ ਦਾ ਰੁਝਾਨ ਜਿਹੜਾ ਉਹ ਘਟਿਆ। ਪਰ 20-25% ਰਹਿ ਗਏ। ਇਹ ਉਹ ਕਿਸਾਨ ਨੇ ਜਿਹੜੇ ਕਿੱਲਾ 2 ਕਿੱਲੇ ਜ਼ਮੀਨ ਵਾਲੇ ਕਿਸਾਨ ਨੇ, ਉਹਨਾਂ ਕੋਲ ਛੋਟਾ ਟਰੈਕਟਰ ਹੈ, ਉਹਨਾਂ ਕੋਲ ਰੋਟਾਵੀਟਰ ਨਹੀਂ, ਰੋਟਾਵੀਟਰ ਖਿੱਚਣ ਵਾਸਤੇ ਉਹਨਾਂ ਕੋਲ ਸ਼ਕਤੀ ਨਹੀਂ। ਜੇ ਉਹ ਬਾਹਰੋਂ ਕਿਸੇ ਤੋਂ ਕਰਵਾਉਂਦੇ ਨੇ ਤਾਂ ਉਹਦਾ ਖਰਚਾ ਉਹਨਾਂ ਨੂੰ ਇੰਨਾ ਪੈ ਜਾਂਦਾ ਹੈ ਕਿ ਉਸ ਤੋਂ ਬਾਅਦ 'ਚ ਉਹਨਾਂ ਗੁਜ਼ਾਰਾ ਨਹੀਂ ਜਾਂਦਾ। ਸੋ ਮੈਂ ਇਸ ਗੱਲ ਦੇ ਵਿੱਚ ਮੈਨੂੰ ਕੋਈ ਬੇਸਬਤੀ ਨਹੀਂ ਜੋ ਗਰੇਵਾਲ ਸਾਹਿਬ ਨੇ ਗੱਲਾਂ ਕਹੀਆਂ ਨੇ ਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਦਾ ਕਾਰਨ ਨੇ ਜਿਹੜੇ ਉਹਨਾਂ ਨੂੰ ਹੌਲੀ ਹੌਲੀ ਸ਼ਾਰਟ ਆਊਟ ਕੀਤਾ ਜਾਊਗਾ। ਚਲੋ ਕਾਰਨ ਜਿੰਨੀ ਵਧੀਆ ਗੱਲ ਹੈ ਜਿਸ ਤਰ੍ਹਾਂ ਗੱਲ ਕਰਦੇ ਨੇ, ਪਰ ਇੱਕੋ ਗੱਲ ਇਹਨਾਂ ਨੂੰ ਕਹਿਣੇ ਹੈਗੇ ਵੀ ਜਿਹੜਾ ਦੋਸ਼ ਹੈ ਉਹ ਲਿਆ ਕੇ ਪੰਜਾਬ ਸਿਰ ਮੜਨ ਦੀ ਕੋਸ਼ਿਸ਼ ਨਾ ਕਰੋ। ਜੇ ਦਿੱਲੀ ਦੀ ਪ੍ਰੋਬਲਮ ਹੈ ਤਾਂ ਦਿੱਲੀ ਵਾਲੇ ਸੋਲਵ ਕਰਨ, ਪੰਜਾਬ ਦੀ ਪ੍ਰੋਬਲਮ ਹੈ ਤਾਂ ਪੰਜਾਬ ਸੋਲਵ ਕਰ ਹੀ ਰਿਹਾ। ਪੰਜਾਬ ਤਾਂ ਲਗਾਤਾਰ ਦੇਖੋ 75% ਦੇ ਕਰੀਬ 70-75% ਦੇ ਕਰੀਬ ਲੋਕਾਂ ਨੇ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਾਈ, ਜਿਹਦੇ ਕਾਰਨ ਕਾਫੀ ਹੱਦ ਤੱਕ ਇਹਨਾਂ ਦਿਨਾਂ ਦੇ ਵਿੱਚ ਤਾਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੁੰਦਾ ਸੀਗਾ। ਅੱਜ ਅੱਗੇ ਵਾਲਾ ਨਹੀਂ ਹੈ ਜੀ। ਪੱਲਾ ਸਾਹਿਬ ਤੁਹਾਡੀ ਟਿੱਪਣੀ ਕੀ ਹੈ ਇਸ ਪੂਰੇ ਗੱਲਬਾਤ ਬਾਰੇ? ਮੈਂ ਜੀ ਇਹਦੇ ਵਿੱਚ ਮੇਰੀ ਰਾਏ ਥੋੜੀ ਜਿਹੀ ਵੱਖਰੀ ਜਾਏਗੀ। ਜਿਹੜਾ ਸੁਪਰੀਮ ਕੋਰਟ ਨੇ ਪਹਿਲੀ ਵਾਰੀ ਇਹ ਪਿਛਲੇ 5-6 ਸਾਲ ਤੋਂ ਪ੍ਰੋਬਲਮ ਹੈਗੀ ਹੈ ਜੀ ਪੋਲਿਊਸ਼ਨ ਦੀ, ਪਹਿਲੀ ਵਾਰੀ ਸੁਪਰੀਮ ਕੋਰਟ ਨੇ ਇਹਦਾ ਨੋਟਿਸ ਲੈ ਕੇ ਇਹਦੇ ਵਿੱਚ ਹਾਂ ਪੱਖੀ ਅਪਰੋਚ ਲੈ ਕੇ ਹਾਂ ਪੱਖੀ ਟਿੱਪਣੀਆਂ ਕੀਤੀਆਂ ਨੇ। ਉਹਦੇ ਵਿੱਚ ਇਹ ਇੱਕ ਬਹੁਤ ਅਟਲ ਸਚਾਈ ਹੈ, ਹਾਰਡ ਫੈਕਟ ਹੈ। ਅਸੀਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਪਰਾਲੀ ਦੀ। ਮੇਰਾ ਖਿਆਲ ਹੈ ਕਿ ਇਸ ਫੈਕਟ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ ਕਿ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ, ਜੇ ਅਸੀਂ ਮਾਝਾ ਤੇ ਦੁਆਬਾ ਬੈਲਟ ਲੈਂਦੇ ਹਾਂ, ਇਹਦੇ ਵਿੱਚ ਝੋਨੇ ਦੀ ਕਟਾਈ 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਖਤਮ ਹੋ ਜਾਂਦੀ ਹੈ। ਤੇ ਉਸ ਵੇਲੇ ਨਾ ਤਾਂ ਹਵਾਵਾਂ ਦੀ ਜਿਹੜੀ ਆ ਉਹ ਕੋਈ ਬੰਦੀ ਵਾਲੀ ਗੱਲ ਹੋਈ ਹੁੰਦੀ ਹੈ, ਨਾ ਟੈਂਪਰੇਚਰ ਗਿਰਿਆ ਹੁੰਦਾ, ਨਾ ਕੋਈ ਹੋਰ ਗੱਲ ਹੁੰਦੀ ਹੈ। ਜੇ ਇਹ ਪੋਲਿਊਸ਼ਨ ਵਾਕਿਆ ਹੀ ਪਰਾਲੀ ਸਾੜਨ ਦਾ ਹੁੰਦਾ ਹੋਵੇ ਤੇ ਫਿਰ ਇਹ ਤਾਂ 1 ਤੋਂ 15 ਅਕਤੂਬਰ ਤੱਕ ਹੋ ਜਾਣਾ ਚਾਹੀਦਾ ਸੀ। ਉਹ 15 ਅਕਤੂਬਰ ਤੋਂ ਲੈ ਕੇ 30 ਅਕਤੂਬਰ 31 ਅਕਤੂਬਰ ਤੱਕ ਪੰਜਾਬ ਦੀ ਝੋਨੇ ਦੀ ਫਸਲ ਜਿਹੜੀ ਹੈ ਉਹ ਮਾਲਵੇ ਦੇ ਵਿੱਚ ਵੀ ਕੱਟੀ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅੱਜ ਪੰਜਾਬ ਕਣਕਾਂ ਬੀਜ ਰਿਹਾ, ਅੱਜ ਪੰਜਾਬ ਝੋਨਾ ਨਹੀਂ ਕੱਟ ਰਿਹਾ। ਜਿੱਥੇ ਕਿਤੇ ਮਾੜੀ ਮੋਟੀ ਸਾੜ ਸੜਾਈ ਹੋਈ ਵੀ ਹੈ, ਇਹਨਾਂ ਨੇ ਤਾਂ ਇਹ ਗੱਲ ਕਹਿਤੀ। ਅੱਜ ਮੁਆਫ ਕਰਨਾ, ਆਪਾਂ ਬਾਹਰ ਨਿਕਲ ਕੇ ਵੇਖੀਏ, ਪੋਲਿਊਸ਼ਨ ਤਾਂ ਪੰਜਾਬ 'ਚ ਵੀ ਹੈ। ਮੈਂ ਅੰਮ੍ਰਿਤਸਰ ਬੈਠਾ, ਮੇਰੇ ਕੋਲ ਵੀ ਹੈ। ਭੁੱਲਰ ਸਾਹਿਬ ਵੀ ਇਹਨੂੰ ਨੋਟ ਕਰਨਗੇ, ਗਰੇਵਾਲ ਸਾਹਿਬ ਵੀ ਨੋਟ ਕਰਨਗੇ, ਪੋਲਿਊਸ਼ਨ ਤਾਂ ਪੰਜਾਬ 'ਚ ਵੀ ਹੈ। ਕੀ ਪੰਜਾਬ ਇਹਦਾ ਦੋਸ਼ ਪਾਕਿਸਤਾਨ ਨੂੰ ਦਵੇ? ਅਸੀਂ ਜਿੱਥੇ ਗਵਰਨ ਕਰ ਰਹੇ ਹਾਂ, ਅਸੀਂ ਉਹਦੀ ਗਵਰਨੈਂਸ ਵੱਲ ਧਿਆਨ ਨਹੀਂ ਦਿੰਦੇ। ਹਰ ਸਾਲ ਪੋਲਿਊਸ਼ਨ ਦਾ ਨੋਟਿਸ ਜਿਹੜਾ ਉਹ ਸੁਪਰੀਮ ਕੋਰਟ ਲਵੇ, ਉਹ ਦਿੱਲੀ ਗਵਰਨਮੈਂਟ ਲਵੇ, ਉਹ ਸੈਂਟਰ ਗਵਰਨਮੈਂਟ ਲਵੇ। ਹਰ ਸਾਲ ਇਹ ਨੋਟਿਸ ਜਿਹੜਾ ਇਹ ਦੀਵਾਲੀ ਦੇ ਆਸ-ਪਾਸ ਆਣ ਕੇ ਲਿਆ ਜਾਂਦਾ। ਦੀਵਾਲੀ ਤੋਂ ਪਹਿਲਾਂ, ਜਦੋਂ ਕਿ ਦੀਵਾਲੀ ਤੱਕ ਝੋਨੇ ਦੀ ਜਿਹੜੀ ਹੈ ਉਹ 70% ਫਸਲ ਕੱਟੀ ਜਾ ਚੁੱਕੀ ਹੁੰਦੀ ਹੈ। ਜੇ ਪਰਾਲੀਆਂ ਦੀਆਂ ਅੱਗਾਂ ਦੀ ਗੱਲ ਕਰਦੇ ਨੇ, ਜਿੱਥੇ ਕਿਤੇ ਮਾੜੀ ਚੰਗੀ ਲੱਗਦੀ ਹੈ ਉਹ ਲੱਗ ਵੀ ਚੁੱਕੀ ਹੁੰਦੀ ਹੈ ਜੀ। ਤੇ ਇਹ ਨੋਟਿਸ ਜਿਹੜਾ ਇਹ ਫਿਰ ਦੀਵਾਲੀ ਧਿਆਨ 'ਚ ਕਿਉਂ ਲਿਆ ਜਾਂਦਾ? ਅੱਜ ਮੇਰੀ ਮਤਲਬ ਜਿਹੜੀ ਹੈ ਉਹ ਗੁਜ਼ਾਰਿਸ਼ ਹੈ ਕਿ ਜਿੱਥੇ ਤੱਕ ਅਦਾਲਤਾਂ ਦੀ ਅਸੀਂ ਗੱਲ ਕਰਦੇ ਹਾਂ ਜਾਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਨੇ ਤਾਂ ਫਿਰ ਆਤਿਸ਼ਬਾਜ਼ੀ ਵੀ ਬੰਦ ਕੀਤੀ ਸੀ। ਕੀ ਦਿੱਲੀ ਸਰਕਾਰ ਦਿੱਲੀ ਦੇ ਵਿੱਚ ਆਤਿਸ਼ਬਾਜ਼ੀ ਪਟਾਕੇ ਚੱਲਣ ਨੂੰ ਬੰਦ ਕਰ ਸਕੀ ਹੈ? ਤੇ ਦਿੱਲੀ ਸਰਕਾਰ ਨੇ ਜਿਹੜਾ ਨੋਟਿਸ ਲਿਆ ਉਹ ਦੀਵਾਲੀ ਤੋਂ ਅਗਲੇ ਦਿਨ ਤੋਂ ਹੀ ਕਿਉਂ ਲਿਆ ਜੀ? ਉਸ ਤੋਂ ਪਹਿਲੇ ਦਿਨ ਕਿਉਂ ਨਹੀਂ ਸੀ? ਪਰਾਲੀ ਤੋਂ ਉਸ ਤੋਂ ਪਹਿਲਾਂ ਦੀ ਸੜ ਚੁੱਕੀ ਸੀ। ਇਸ ਕਰਕੇ ਇਹਦੇ 'ਚ ਜਿਹੜੇ ਪੱਖ ਜਿਵੇਂ ਭੁੱਲਰ ਸਾਹਿਬ ਨੇ ਦੱਸੇ ਨੇ, ਇਹਦੇ ਵਿੱਚ ਕੰਸਟਰਕਸ਼ਨ ਦੇ ਪੱਖ ਵੀ ਨੇ, ਇਹਦੇ ਵਿੱਚ ਦੂਜੇ ਪੱਖ ਵੀ ਨੇ। ਜਿਹੜਾ ਦਿੱਲੀ ਗਵਰਨਮੈਂਟ ਦਾ ਪੱਖ ਹੈ ਉਹਨੂੰ ਤਾਂ ਗਰੇਵਾਲ ਸਾਹਿਬ ਆਪਣੇ ਆਪ ਹੀ ਗਲਤ ਕਹਿ ਚੁੱਕੇ ਨੇ ਜਦੋਂ ਇਹ ਕਹਿੰਦੇ ਨੇ ਕਿ ਹਵਾਵਾਂ ਦਾ ਚੱਲਣੀਆਂ ਬੰਦ ਹੋ ਜਾਂਦੀਆਂ ਨੇ, ਵਿੰਡ ਪ੍ਰੈਸ਼ਰ ਜਿਹੜਾ ਉਹ ਘਟ ਜਾਂਦਾ। ਜੇ ਵਿੰਡ ਪ੍ਰੈਸ਼ਰ ਘਟ ਜਾਂਦਾ ਤੇ ਫਿਰ ਪੰਜਾਬ ਦਾ ਧੂੰਆਂ ਜੇ ਕਿਤੇ ਚੱਲ ਵੀ ਰਿਹਾ ਤੇ ਫਿਰ ਉਹ ਦਿੱਲੀ ਪਹੁੰਚਦਾ ਕਿਵੇਂ? ਤੇ ਜੇ ਅਸੀਂ ਇਹ ਗੱਲ ਕਰਦੇ ਹਾਂ, ਲਓ ਜੇ ਸਿਰਫ ਬਲੇਮ ਦੀ ਗੱਲ ਕਰਨੀ ਹੈ ਤੇ ਫਿਰ ਮੈਂ ਇਹ ਕਹਿ ਦਿੰਦਾ ਜੀ ਕਿ ਪੰਜਾਬ ਦੇ ਵਿੱਚ ਤਾਂ 5% ਵੀ ਆਤਿਸ਼ਬਾਜ਼ੀ ਨਹੀਂ ਚੱਲੀ ਤੇ ਦਿੱਲੀ ਸਰਕਾਰ 95% ਬੰਦ ਨਹੀਂ ਕਰ ਸਕੀ। ਫਿਰ ਅਸੀਂ ਕਹਿੰਦੇ ਦੀਵਾਲੀ ਤੋਂ ਬਾਅਦ ਦਿੱਲੀ ਦਾ ਪੋਲਿਊਸ਼ਨ ਸਾਡੇ ਆ ਗਿਆ। ਜੀ ਜੀ, ਗਰੇਵਾਲ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਗਰੇਵਾਲ ਸਾਹਿਬ ਜੀ, ਪਹਿਲੀ ਗੱਲ ਤਾਂ ਮੋਹਿਤ ਜੀ ਮੈਂ ਕਹਿਣਾ ਚਾਹੂੰਗਾ ਕਿ ਸਾਡਾ ਐਫੀਡੇਵਿਟ ਫੜ ਲਓ। ਅਸੀਂ ਪੰਜਾਬ ਨੂੰ ਬਲੇਮ ਨਹੀਂ ਕੀਤਾ,
ਅਸੀਂ ਅਮੰਗਸਟ ਅਦਰ ਰੀਜ਼ਨਸ ਇਹ ਵੀ ਇੱਕ ਕਾਰਨ ਦੱਸਿਆ, ਤੇ ਪੰਜਾਬ ਹਰਿਆਣਾ ਸਾਰਿਆਂ ਨੂੰ ਦੱਸਿਆ, ਇਹ ਨਹੀਂ ਕਦੇ ਕਿਹਾ ਕਿ ਅਸੀਂ ਕਿਹਾ ਵੀ ਇਹ ਹੋਲਿਸਟਿਕ ਪ੍ਰੋਬਲਮ ਹੈ। ਤੇ ਜਦੋਂ ਵਿੰਡ ਪ੍ਰੈਸ਼ਰ ਜਿਹੜੀ ਮੈਂ ਗੱਲ ਕਰ ਰਿਹਾ ਨਾ, ਵਿੰਡ ਫਲੋ ਜਿਹੜਾ ਘਟਦਾ ਹੈ, ਉਹ ਆਪਾਂ ਜਿਹੜੀ ਅੱਗ ਲੱਗਦੀ ਹੈ ਉਹ 300-400 ਕਿਲੋਮੀਟਰ ਦੇ ਐਜ਼ ਦ ਕਰੋ ਫਲਾਈ ਰੇਡੀਅਸ 'ਚ ਫੈਲਦੀ ਹੈ, ਤੇ ਆਪਾਂ ਸਾਰੇ ਹੀ ਦਿੱਲੀ ਦੇ 300-400 ਕਿਲੋਮੀਟਰ ਰੇਡੀਅਸ 'ਚ ਆ। ਪੰਜਾਬ 'ਚ ਵੀ ਤਾਂ ਹੀ ਹਵਾ ਦਾ ਇੰਨਾ ਬੁਰਾ ਹਾਲ ਹੈ, ਹਰਿਆਣੇ 'ਚ ਵੀ ਇੰਨਾ ਬੁਰਾ ਹਾਲ ਹੈ। ਇੱਕ ਗੱਲ ਹੋਰ, ਦਿੱਲੀ ਸਰਕਾਰ ਨੇ ਪਟਾਕੇ ਬੈਨ ਜ਼ਰੂਰ ਕੀਤੇ ਸੀ ਸਰਦਾਰ ਸਾਹਿਬ, ਬਟ ਦਿੱਲੀ ਪੁਲਿਸ ਸਾਡੇ ਕੋਲ ਹੈ ਨਹੀਂ, ਸਾਡੇ ਕੋਲ ਇਨਫੋਰਸਮੈਂਟ ਹੈ ਨਹੀਂ। ਇਹ ਮੇਜਰ ਪੁਆਇੰਟ ਸਕੋਰ ਇਹ ਕਰਦਾ ਹੈ ਕਿ ਦਿੱਲੀ ਵਿੱਚ ਜਿਹੜੀ ਇਨਫੋਰਸਮੈਂਟ ਕਰਨੀ ਹੈ, ਇਨਫੋਰਸਮੈਂਟ ਜਿਹੜੀ ਹੈ ਉਹ ਹੈਗੀ ਹੈ ਕੇਂਦਰ ਦੇ ਹੱਥ 'ਚ, ਤੇ ਉੱਥੇ ਜਿਹੜੀ ਇਨਫੋਰਸਮੈਂਟ ਦੇ ਵਿੱਚ ਜਿਹੜੀ ਕਮੀ ਆਉਂਦੀ ਹੈ, ਉਹ ਅਸੀਂ ਤਾਂ ਹੀ ਤਾਂ ਬਾਰ-ਬਾਰ ਸਟੇਟਹੁੱਡ ਦੀ ਲੜਾਈ ਲੜਦੇ ਹਾਂ ਕਿ ਜੇ ਸਾਨੂੰ ਲੋਕਾਂ ਨੇ ਚੁਣਿਆ ਤਾਂ ਸਾਨੂੰ ਪੂਰੇ ਇੱਕ ਤਰੀਕੇ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਦੂਜੀ ਗੱਲ ਮੋਹਿਤ ਜੀ ਮੈਂ ਕਹਿਣਾ ਚਾਹੁੰਦਾ, ਮੈਂ ਭੁੱਲਰ ਸਾਹਿਬ ਦੀ ਗੱਲ ਸੁਣ ਰਿਹਾ ਸੀ, ਬਿਲਕੁਲ ਸਹੀ ਗੱਲ ਹੈ ਕਿ ਵੱਡਾ ਜ਼ਿਮੀਂਦਾਰਾਂ ਨੇ ਨਹੀਂ ਲਾਈ ਅੱਗ। ਮੈਂ ਕੱਲ ਇੱਕ ਵੀਰ ਨਾਲ ਜ਼ਿਮੀਂਦਾਰ ਨਾਲ ਗੱਲ ਕਰ ਰਿਹਾ ਸੀ, 3 ਕਿੱਲੇ ਦਾ ਮਾਲਕ, ਉਹ ਕਹਿੰਦਾ ਬਾਈ ਮੈਂ ਪਿਛਲੇ ਸਾਲ ਕੀ ਕਰਿਆ, ਕਹਿੰਦਾ ਮੈਂ ਝੋਨਾ ਵੱਢਿਆ, ਝੋਨਾ ਵੱਢ ਕੇ ਕਹਿੰਦਾ ਏਦਾਂ ਹੀ ਪਰਾਲੀ ਸਣੇ, ਕਹਿੰਦਾ ਹੈਪੀ ਸੀਡਰ ਨਾਲ, ਕੰਪਨੀ ਨੇ ਕਿਹਾ ਸੀ ਹੈਪੀ ਸੀਡਰ ਨਾਲ ਵਾਹ ਕੇ ਤੁਸੀਂ ਕਣਕ ਬੀਜ ਦਿਓ। ਕਹਿੰਦਾ ਜੀ ਕਣਕ ਬੀਜਤੀ, ਮੇਰੇ ਗੁਆਂਢੀ ਮੈਨੂੰ ਕਹਿਣ ਉਂਗਰੂਗੀ ਨਹੀਂ, ਕੋਈ ਕਵੇ ਸੋਹਣੀ ਨਹੀਂ ਲੱਗੂਗੀ। ਕਹਿੰਦਾ ਮੈਂ ਕਿਹਾ ਵੀ ਕੰਪਨੀ ਕਹਿੰਦੀ, ਕਹਿੰਦੇ ਜੀ ਕਹਿੰਦੀ ਹੈ। ਕਹਿੰਦਾ ਜੀ ਅਸੀਂ ਵਾਹਤਾ ਤੇ ਮੋਹਿਤ ਜੀ 26 ਕੁਇੰਟਲ ਝਾੜ ਆਇਆ। ਕਹਿੰਦਾ 2000 ਰੁਪਏ ਕਿੱਲੇ ਦਾ ਮੇਰਾ ਫਾਲਤੂ ਲੱਗਿਆ, ਮਤਲਬ 1000 ਰੁਪਏ ਉਹਨੂੰ ਕਿੱਲੇ ਦਾ ਮਹਿੰਗਾ ਪਿਆ, ਪਰ 26 ਕੁਇੰਟਲ ਝਾੜ ਆਇਆ ਉਹਦਾ। ਹੁਣ ਇੱਕ ਗੱਲ ਦੇਖੋ, ਇਹ ਇੱਥੇ ਤਾਂ ਸਰਕਾਰਾਂ ਮਾਰ ਖਾਂਦੀਆਂ ਨੇ। ਕੋਆਪਰੇਟਿਵ ਸਿਸਟਮ ਕਿੰਨਾ ਤਕੜਾ ਸੀ ਪੰਜਾਬ 'ਚ, ਉਹਨਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਪੋਲੀਟੀਸਾਈਜ਼ ਕਰਕੇ ਖਤਮ ਕੀਤਾ ਗਿਆ। ਜਿਹੜਾ ਵੱਡਾ ਜ਼ਿਮੀਂਦਾਰ ਹੈ ਉਹ ਤਾਂ ਫੇਰ ਅਫੋਰਡ ਕਰ ਲੂਗਾ, ਪਰ ਜਿਹੜੇ ਕੋਆਪਰੇਟਿਵ ਇੰਨੇ ਸੋਹਣੇ ਪਿੰਡਾਂ 'ਚ ਚੱਲ ਰਹੇ ਸੀ, ਉਹ ਪਾਰਟੀਆਂ ਨੇ ਹਥਿਆ ਕੇ, ਆਪਣੇ ਬੰਦਿਆਂ ਨੇ ਹੱਥ ਦੇ ਕੇ, ਉਹਨਾਂ 'ਚ ਪਾਰਟੀਬਾਜ਼ੀ ਲਿਆ ਕੇ ਜਿਹੜਾ ਮਕਸਦ ਸੀ ਉਹਨਾਂ ਦਾ ਖਰਾਬ ਕਰਤਾ ਕਿ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹਨੂੰ ਫਾਇਦਾ ਮਿਲੇ, ਉਹਨੂੰ ਜਿਹੜਾ ਬੰਦਾ ਆਪ ਅਫੋਰਡ ਨਹੀਂ ਕਰ ਸਕਦਾ ਉਹ ਕੋਆਪਰੇਟਿਵ 'ਚ ਜਾ ਕੇ ਲੈ ਲਵੇ, ਉਹਨੂੰ ਉਹ ਚੀਜ਼ ਸਸਤੀ ਪਵੇ, ਸਾਰੇ ਪਿੰਡ ਦਾ ਫਾਇਦਾ ਹੋਵੇ। ਸੋ ਇੱਥੇ ਲੋੜ ਕੀ ਹੈ, ਪੰਜਾਬ ਦਾ ਕੋਆਪਰੇਟਿਵ ਢਾਂਚਾ ਜਿਹੜਾ ਇੱਕ ਟਾਈਮ ਤੇ ਬਹੁਤ ਵਧੀਆ ਸੀ, ਵਰਲਡ ਲਈ ਮਾਡਲ ਸੀ, ਉਸ ਨੂੰ ਬਿਹਤਰ ਕਰਨ ਦੀ। ਐਂਡ ਦਿੱਲੀ ਸਰਕਾਰ ਬਾਰੇ ਮੈਂ ਇੱਕ ਸਪਸ਼ਟੀਕਰਨ ਦੇਣਾ ਚਾਹੂੰਗਾ ਕਿ ਅਸੀਂ ਬਲੇਮ ਨਹੀਂ ਕਰ ਰਹੇ, ਅਸੀਂ ਪੰਜਾਬ ਦੇ ਲੋਕਾਂ ਨੂੰ ਬਲੇਮ ਨਹੀਂ ਕਰ ਰਹੇ, ਅਸੀਂ ਸਿਰਫ ਇਹ ਨਾਕਾਮੀ ਪੁਆਇੰਟ ਆਊਟ ਕਰ ਰਹੇ ਹਾਂ ਕਿ ਸਰਕਾਰਾਂ ਦੀ ਬਾਰ-ਬਾਰ ਨਾਕਾਮੀ ਇਹ ਰਹੀ ਹੈ ਕਿ ਉਹ ਹੱਲ ਨਹੀਂ ਲੱਭ ਸਕੇ। ਸਰ ਭਾਵੇਂ ਦਿੱਲੀ 'ਚ ਖੇਤੀ ਦਾ ਇਲਾਕਾ ਬਹੁਤ ਘੱਟ ਹੋਵੇ, ਪਰ ਜਿਹੜੀ ਦਵਾਈ ਹੈ ਉਹ ਕਿੱਲੇ 'ਚ ਵੀ ਉਦਾਂ ਕੰਮ ਕਰਦੀ ਤੇ 100 ਕਿੱਲਿਆਂ 'ਚ ਵੀ ਉਦਾਂ ਕੰਮ ਕਰਦੀ ਹੈ। ਜਿਹੜੇ ਸਕੇਲ ਤੇ ਦਿੱਲੀ 'ਚ ਪੈਂਦੀ ਹੈ, ਜੇ ਉਦੋਂ 200 ਗੁਣਾ ਵੱਡੇ ਸਕੇਲ ਤੇ ਪੰਜਾਬ 'ਚ ਕਰਨੀ ਪਊਗੀ, ਉਹ ਵੀ ਕੀਤੀ ਜਾਊਗੀ, ਉਹਦੇ 'ਚ ਕੋਈ ਵੱਡੀ ਗੱਲ ਨਹੀਂ। ਉਨੇ ਹੀ ਸੰਸਾਧਨ ਵੀ ਵੱਧ ਨੇ, ਓਡਾ ਹੀ ਸਰਕਾਰੀ ਢਾਂਚਾ ਵੀ ਵੱਧਦਾ। ਗੱਲ ਮੋਹਿਤ ਜੀ ਇਹ ਹੈ ਕਿ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਇੱਕ ਸਟੇਟ ਦੂਜੀ ਸਟੇਟ ਨੂੰ ਇੱਥੇ ਬਲੇਮ ਨਹੀਂ ਕਰ ਰਹੀ, ਸਟੇਟ ਇਹ ਕਹਿ ਰਹੀ ਹੈ ਕਿ ਸਾਰਿਆਂ ਦੇ ਬੱਚੇ ਇਕੱਠੇ ਮਰਦੇ ਆ ਭਾਈ, ਰਲ ਕੇ ਸੋਲੂਸ਼ਨ ਲੱਭ ਲਈਏ, ਆਹ ਅਸੀਂ ਹੱਲ ਕੱਢਣ ਦੀ ਕਹਿ ਰਹੇ ਹਾਂ ਮੋਹਿਤ ਜੀ। ਜੀ ਵਾਕਈ ਹਵਾ ਜਿਹੜੀ ਹੈ ਸਾਂਝੀ ਹੈ, ਪਾਣੀ ਵੀ ਸਾਂਝਾ, ਸੋ ਇਹਨਾਂ ਚੀਜ਼ਾਂ ਦੇ ਉੱਪਰ ਰਾਜਨੀਤੀ ਵਾਕਈ ਨਹੀਂ ਹੋਣੀ ਚਾਹੀਦੀ। ਸੋ ਸੋਲੂਸ਼ਨ ਬੇਸਡ ਜਿਹੜੇ ਕੰਮ ਨੇ ਹਰ ਇੱਕ ਸਰਕਾਰ ਨੂੰ ਆਪਣੇ ਆਪਣੇ ਸੂਬੇ ਵਿੱਚ ਕਰਨਾ ਚਾਹੀਦੇ ਨੇ। ਭੁੱਲਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਭੁੱਲਰ ਸਾਹਿਬ, ਮੈਂ ਇੱਥੇ ਗੱਲ ਕਹੂੰਗਾ ਜੀ, ਜਿਹੜੀ ਭਾਰਤ ਸਰਕਾਰ ਹੈ ਉਹਦਾ ਪੰਜਾਬ ਨਾਲ ਵਿਤਕਰਾ ਇੱਥੇ ਦੇਖਣ ਦੇ ਵਿੱਚ ਸਾਹਮਣੇ ਆ ਰਿਹਾ। ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਹਰਿਆਣੇ 'ਚ ਲੋਕ ਜ਼ਿਆਦਾ ਪਰਾਲੀ ਨੂੰ ਅੱਗ ਲਾ ਰਹੇ ਨੇ, ਪਰ ਉੱਥੇ ਕਿਸੇ ਤੋਂ ਕੋਈ ਸਖਤੀ ਨਹੀਂ ਵਰਤੀ ਜਾ ਰਹੀ। ਜੇ ਪੰਜਾਬ ਦੇ ਵਿੱਚ ਕੋਈ ਜ਼ਿਮੀਂਦਾਰ ਛੋਟਾ ਜ਼ਿਮੀਂਦਾਰ ਆਪਦੀ ਮਜਬੂਰੀ ਨੂੰ ਜਾਂ ਕਿਸੇ ਕਾਰਨ ਬਸ ਜਾਂ ਉਹਦੀ ਬੇਸਮਝੀ ਲਾਓ, ਜਿਹਨੂੰ ਇਸ ਗੱਲ ਦੀ ਇਸ ਲਈ ਆਪਾਂ ਐਜੂਕੇਟਡ ਨਹੀਂ ਕਰ ਸਕੇ ਕਿ ਵੀ ਪਰਾਲੀ ਨੂੰ ਸਾੜਨਾ ਤੇ ਤੇਰਾ ਨਾ ਸਾੜਨ ਦੇ ਉੱਤੇ ਤੇਰਾ ਹੱਲ ਕੱਢੇ ਜਾ ਸਕਦੇ ਨੇ, ਇਹਨੂੰ ਇਸ ਤਰ੍ਹਾਂ ਬੀਜਿਆ ਜਾਂਦਾ, ਆਪਾਂ ਉਹਨੂੰ ਐਜੂਕੇਟ ਨਹੀਂ ਕਰ ਸਕੇ ਤਾਂ ਉਹਨੂੰ ਸਾੜਨੀ ਪੈਂਦੀ ਹੈ। ਪਰ ਉਹਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾ ਰਹੀ ਹੈਗੀ। ਕਿਤੇ ਕੋਈ ਪਤਾ ਲੱਗਦਾ ਵੀ SDM ਚਲੇ ਗਿਆ ਜੀ, ਕਿਤੇ ਪੁਲਿਸ ਪਹੁੰਚ ਗਈ ਜੀ, ਕਿਤੇ ਪਰਚਾ ਦਰਜ ਕਰ ਰਹੇ ਆ ਜੀ, ਦਬਕੇ ਮਾਰਨੇ ਜੀ, ਡਰਾਉਣਾ ਛੋਟੇ ਜ਼ਿਮੀਂਦਾਰ ਨੂੰ। ਪਰ ਇਹਦੇ ਉਲਟ ਹਰਿਆਣੇ ਦੇ ਵਿੱਚ ਇਹਦੇ ਨਾਲੋਂ ਕਈ ਗੁਣਾ ਵੱਧ ਲੱਗ ਰਹੀ ਹੈ। ਇੱਥੇ ਮੈਂ ਕਰਦਾ ਕਿ ਸੈਂਟਰ ਗੌਰਮੈਂਟ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ, ਔਰ ਉਹਦੇ ਵਿੱਚ ਕਾਂਗਰਸ ਵੱਡੀ ਜ਼ਿੰਮੇਵਾਰ ਹੈ। ਜੇ ਪੰਜਾਬ ਦੇ ਸਰਕਾਰ ਕਾਂਗਰਸ ਦੀ ਹੈ ਤਾਂ ਇਹਨਾਂ ਨੂੰ ਚਾਹੀਦਾ ਹੈ ਵੀ ਜੇ ਹਰਿਆਣੇ ਵਾਲੇ ਉੱਥੇ ਹਰਿਆਣੇ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਕਹਿ ਰਹੇ ਤਾਂ ਇੱਥੇ ਵੀ ਜਿਹੜੀ ਸਖਤੀ ਹੈ ਇਸ ਤਰ੍ਹਾਂ ਦੀ ਨਾ ਕੀਤੀ ਜਾਵੇ, ਲੋਕਾਂ ਨੂੰ ਐਜੂਕੇਟ। ਜੀ ਜਿਹੜੀ ਗੱਲਬਾਤ ਹੈ ਉਹ ਇੱਦਾਂ ਹੀ ਜਾਰੀ ਰਹੇਗੀ। ਫਿਲਹਾਲ ਵੇਲਾ ਚ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ।
ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਪੰਜਾਬ ਦੀ ਰਾਜਨੀਤੀ ਬਾਰੇ ਗੱਲ ਹੋਵੇਗੀ ਤਾਂ ਜ਼ਰੂਰ ਜਿਹੜੇ ਧਰਨਿਆਂ ਦੀ ਜਿਹੜੀ ਗੱਲ ਉਹ ਜ਼ਰੂਰ ਹੋਵੇਗੀ, ਕਿਉਂਕਿ ਪਹਿਲਾਂ ਜਦੋਂ ਕੈਪਟਨ ਸਾਹਿਬ ਸੀ ਉਦੋਂ ਬੜੇ ਧਰਨੇ ਲੱਗੇ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹਰ ਇੱਕ ਵਰਗ ਦੇ ਲੋਕਾਂ ਵੱਲੋਂ ਖੁੱਲ੍ਹ ਕੇ ਧਰਨੇ ਲਗਾਏ ਗਏ, ਜਿਸ ਦਾ ਪ੍ਰੈਸ਼ਰ ਆਟੋਮੈਟਿਕਲੀ ਸਰਕਾਰ ਤੇ ਬਣਿਆ। ਚਲੋ ਹੋਰ ਵੀ ਕਾਰਨ ਹੋ ਸਕਦੇ ਨੇ, ਪਰ ਚਲੋ ਮੁੱਖ ਮੰਤਰੀ ਸਾਹਿਬ ਚਲੇ ਗਏ, ਪਰ ਨਵੇਂ ਚੰਨੀ ਸਾਹਿਬ ਆਉਂਦੇ ਨੇ 40-50 ਦਿਨ ਚੰਗੀ ਆਪਣੀ ਵਾਈਬ ਬਣਾਉਂਦੇ ਨੇ, ਆਪਣੀ ਪੂਰੀ ਹਵਾ ਬਣਾਉਂਦੇ ਨੇ, ਲੋਕਾਂ ਨੂੰ ਮਿਲਦੇ ਨੇ, ਬੜਾ ਕੁਝ ਕਰਦੇ ਨੇ। ਪਰ ਫਿਰ ਰੋਸ ਦਾ ਦੌਰ ਕਹਿ ਲਈਏ, ਜਿਹੜੇ ਲੋਕੀ ਜਿਹੜੇ ਸੜਕਾਂ ਤੇ ਜਿਹੜੇ ਆਪਣੀਆਂ ਮੰਗਾਂ ਪੂਰੀਆਂ ਕਰਨਾ ਚਾਹੁੰਦੇ ਨੇ ਉਹ ਵੀ ਮੈਂ ਕਹਿੰਦਾ ਫਿਰ ਸੜਕਾਂ ਤੇ ਆ ਗਏ ਨੇ। ਸੋ ਸਿਵਲ ਹਸਪੀਟਲ ਦੀ ਗੱਲ ਕਰੀਏ, ਸਿਵਲ ਹਸਪੀਟਲ ਦੇ ਕਾਫੀ ਸਾਰੇ ਮੁਲਾਜ਼ਮ ਰੋਜ਼ ਧਰਨਿਆਂ ਤੇ ਬੈਠ ਰਹੇ ਨੇ, ਕਾਰਪੋਰੇਸ਼ਨ ਦੇ ਬੈਠ ਰਹੇ ਨੇ, ਐਡਮਿਨਿਸਟ੍ਰੇਸ਼ਨ ਲੈਵਲ ਦੇ ਜਿਹੜੇ ਲੋਕ ਨੇ ਕਲਾਸ 4 ਜਾਂ ਜਿਹੜੀ ਵੀ ਕਲਾਸ ਦੇ ਨੇ ਉਹ ਬੈਠ ਰਹੇ ਨੇ। ਸੋ ਧਰਨੇ ਦੁਬਾਰਾ ਸ਼ੁਰੂ ਹੋ ਚੁੱਕੇ ਨੇ। ਸੋ ਕੀ ਚੱਕਰ ਹੈ? ਕਿਉਂਕਿ ਇੱਕ ਪਾਸੇ ਚੰਨੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਬਹੁਤ ਲੋਕਾਂ ਦੇ ਮਸਲੇ ਹੱਲ ਕਰਤੇ, ਅਸੀਂ ਲੋਕਾਂ ਨੂੰ ਇਹ ਕਰਤਾ ਉਹ ਕਰਤਾ, ਪਰ ਗਰਾਊਂਡ ਲੈਵਲ ਤੇ ਫਿਰ ਗਰਾਊਂਡ ਤੇ ਦਿਸੇ ਲੋਕ ਸਾਨੂੰ ਦਿਖ ਰਹੇ ਨੇ ਜਿਹੜੇ ਬੈਠੇ ਹੋਏ ਨੇ ਤੇ ਹੱਥ 'ਚ ਝੰਡਾ ਫੜ ਕੇ ਬੈਠੇ ਨੇ ਕਿ ਪੰਜਾਬ ਸਰਕਾਰ ਮੁਰਦਾਬਾਦ, ਕਿਉਂਕਿ ਉਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੋ ਰਹੇ। ਪੱਲਾ ਸੋ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਕੀ ਚੱਲ ਰਿਹਾ ਹੈ, ਕਿਉਂਕਿ ਲੋਕ ਤਾਂ ਹਾਲੇ ਵੀ ਨਾਰਾਜ਼ ਨੇ। ਤੁਸੀਂ ਜਿਹੜੀ ਗੱਲ ਧਰਨਿਆਂ ਦੀ ਕਰ ਰਹੇ ਹੋ ਜੀ ਹੁਣ ਗਵਰਨਮੈਂਟ ਦੇ ਖਿਲਾਫ, ਇਹ ਇੱਕ ਡੈਮੋਕ੍ਰੇਸੀ ਦਾ ਬਹੁਤ ਵਧੀਆ ਤੇ ਬਹੁਤ ਵੱਡਾ ਹਥਿਆਰ ਹੈ ਕਿ ਆਪਣੀ ਗੱਲ ਨੂੰ ਕਹਿਣ ਵਾਸਤੇ, ਪ੍ਰੋਟੈਸਟ ਕਰਨ ਵਾਸਤੇ ਨਿਕਲਣਾ। ਸਭ ਤੋਂ ਪਹਿਲਾਂ ਗੱਲ ਰੱਖਣੀ, ਫਿਰ ਜੇ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਉਹਦੇ ਲਈ ਪ੍ਰੋਟੈਸਟ ਕਰਨਾ, ਇਹ ਹੈ। ਔਰ ਜਦੋਂ ਵੀ ਇਹ ਵੱਧਦੇ ਨੇ, ਇਹ ਇਸ ਵੇਲੇ ਇਹਨਾਂ ਦਾ ਵਧਣ ਦਾ ਕਾਰਨ ਕੀ ਹੈ ਕਿ ਜਿੱਥੇ ਜਿੱਥੇ ਵੀ ਧਰਨੇ ਲੱਗੇ ਨੇ ਉੱਥੇ ਧਰਨਾਕਾਰੀਆਂ ਦੀ ਗੱਲ ਸੁਣੀ ਗਈ ਤੇ ਬਹੁਤ ਸਾਰੇ ਕੇਸਿਸ ਦੇ ਵਿੱਚ ਮੰਨੀ ਗਈ ਹੈ। ਉਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਧਰਨਿਆਂ ਦਾ ਮੌਸਮ ਆ ਗਿਆ, ਧਰਨੇ ਲੱਗਣੇ ਸ਼ੁਰੂ ਹੋ ਗਏ, ਮੈਂ ਇਹ ਕਹਿਣਾ ਹੈ ਕਿ ਜਦੋਂ ਮੰਨਣ ਮਨਾਉਣ ਦੀ ਗੱਲ ਆਈ ਹੈ ਤਾਂ ਉਸ ਵੇਲੇ ਜਿਨ੍ਹਾਂ ਲੋਕਾਂ ਦੀ ਗੱਲ ਹੋਰ ਕਹਿਣ ਵਾਲੀ ਸੀ ਉਹਨਾਂ ਨੇ ਵੀ ਇਸ ਗੱਲ ਨੂੰ ਇਸ ਤਰੀਕੇ ਨਾਲ ਲਿਆ ਕਿ ਹੁਣ ਗਵਰਨਮੈਂਟ ਇਸ ਪੱਖ ਵੱਲ ਨੂੰ ਹੋਈ ਹੈ, ਗਵਰਨਮੈਂਟ ਸੁਣ ਰਹੀ ਹੈ ਗੱਲ ਤੇ ਹੁਣ ਅਸੀਂ ਵੀ ਪ੍ਰੋਟੈਸਟ ਕਰੀਏ। ਇਸ ਕਰਕੇ ਜਿੱਥੇ ਜਿੱਥੇ ਵੀ ਪ੍ਰੋਟੈਸਟ ਹੁੰਦੇ ਨੇ ਉੱਥੇ ਗੱਲ ਸੁਣੀ ਵੀ ਜਾ ਰਹੀ ਜੀ। ਪਰ ਮੈਂ ਥੋੜ੍ਹਾ ਜਿਹਾ ਧਿਆਨ ਤੁਹਾਡਾ ਹੋਰ ਪਾਸੇ ਦਵਾ ਦੇਵਾਂ, ਜਿਵੇਂ ਹੁਣ ਇਹ ਵੈਕੈਂਸੀ ਨਿਕਲੀਆਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ, ਜਿੱਥੇ ਕਾਫੀ ਸਾਰੇ ਜਿਹੜੇ ਟੀਚਰ ਜੋ ਕਿ ਆਲਰੇਡੀ 18-20 ਸਾਲ ਤੋਂ ਪੜ੍ਹਾ ਰਹੇ ਨੇ, ਹੁਣ ਉਹਨਾਂ ਦਾ ਅੰਦਰ ਰੋਸ ਹੈ, ਉਹਨਾਂ ਦਾ ਗੁੱਸਾ ਹੈ ਕਿ ਬਈ ਨਵੀਆਂ ਵੈਕੈਂਸੀ ਤੁਸੀਂ ਕੱਢ ਰਹੇ ਆ ਪਰ ਸਾਨੂੰ ਵੀ ਤਾਂ ਕਿਸੇ ਐਲੀਜੀਬਿਲਿਟੀ ਦੇ ਤਹਿਤ ਪੜ੍ਹਾਉਣ ਲਾਇਆ ਵਾ। 18-20 ਸਾਲਾਂ ਤੋਂ ਆਲਰੇਡੀ ਗੈਸਟ ਲੈਕਚਰ ਦੇ ਤੌਰ 'ਤੇ ਜਾਂ ਹੋਰ ਟੈਗ ਦੇ ਤੌਰ 'ਤੇ ਆਪਣੀ ਸੇਵਾਵਾਂ ਦੇ ਰਹੇ ਨੇ, ਪਰ ਉਹਨੀਆਂ ਤਨਖਾਹਾਂ ਨਹੀਂ ਦੇ ਰਹੀਆਂ। ਪਰ ਤੁਸੀਂ ਹੁਣ ਸਿਮਿਲਰਲੀ ਨਵੀਆਂ ਭਰਤੀਆਂ ਤੁਸੀਂ ਕੱਢ ਰਹੇ ਹੋ, ਉੱਥੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਜੀ 5 ਮਾਰਕਸ ਐਕਸਟਰਾ ਦਿੱਤੇ ਜਾਣਗੇ, ਪਰ 18-20 ਸਾਲ ਤੁਸੀਂ ਉਹਨਾਂ ਕੋਲ ਸਰਵਿਸਿਜ਼ ਲਈਆਂ ਨੇ ਇੱਕ ਬਿਲਕੁਲ ਬੇਸਿਕ ਜੀ ਤਨਖਾਹ ਦੇ ਉੱਤੇ। ਐਂਡ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਨਵੀਂ ਜਨਰੇਸ਼ਨ ਦੇ ਨਾਲ ਕੰਪੀਟੀਸ਼ਨ ਦੀ ਗੱਲਬਾਤ ਹੋ ਰਹੀ ਹੈ, ਜੋ ਕਿ ਸਰਾਸਰ ਨਾਇਨਸਾਫੀ ਵੀ ਦਿਖ ਰਹੀ ਹੈ। ਐਂਡ ਹੋਰ ਵੀ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਮੁੱਦੇ ਹੋਣਗੇ, ਤਾਂ ਹੀ ਧਰਨੇ ਜਿਹੜੇ ਨੇ ਦੁਬਾਰਾ ਫਿਰ ਸ਼ੁਰੂ ਹੋ ਗਏ ਨੇ। ਜਾਂ ਤੁਸੀਂ ਕਹਿ ਰਹੇ ਹੋ ਕਿ ਚਲੋ ਲੋਕੀ ਜਿਹੜੇ ਨੇ ਉਹਨਾਂ ਦੇ ਮਸਲੇ ਹੱਲ ਹੋਏ ਨੇ ਜਾਂ ਤਾਂ, ਬਟ ਫਿਰ ਵੀ ਧਰਨੇ ਜਿਹੜੇ ਨੇ ਪੰਜਾਬ 'ਚ ਦੁਬਾਰਾ ਸ਼ੁਰੂ ਹੋ ਚੁੱਕੇ ਨੇ। ਗਰੇਵਾਲ ਸਾਹਿਬ, ਤੁਸੀਂ ਕੀ ਕਹਿੰਦੇ ਹੋ? ਦੇਖੋ ਮੋਹਿਤ ਜੀ, ਜਦੋਂ ਚੰਨੀ ਸਰਕਾਰ ਆਈ ਇਹਨਾਂ ਨੇ ਬੜੀਆਂ ਕਾਸਮੈਟਿਕ ਚੇਂਜਸ ਕੀਤੀਆਂ ਕਿ ਅਸੀਂ ਜੀ ਆਪ ਬਦਲ ਦਾਂਗੇ। 4.5 ਸਾਲ ਕੈਪਟਨ ਸਾਹਿਬ ਦੇ ਸਿਰ ਤੇ ਸਾਰਾ ਠੀਕਰਾ ਭੰਨਿਆ ਗਿਆ, ਬਟ ਅਸਲੀਅਤ ਇਹ ਹੈ ਕਿ ਬਦਲ ਕੁਛ ਨਹੀਂ ਰਿਹਾ। ਅੱਜ ਪਿਛਲੇ ਪਰਸੋਂ ਦੀ ਖਬਰ ਹੈ, ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਾਹਿਬ ਦੀ ਬਦਲੀ ਚੇਂਜ ਹੋਈ ਹੈ, ਬਦਲੀ ਰੋਕੀ ਗਈ ਹੈ। ਸੰਡੇ ਨੂੰ ਅਸੀਂ ਉਹ ਮੁੱਦਾ ਚੱਕਿਆ ਸੀ, ਉਹ ਇੱਕ ਇਮਾਨਦਾਰ ਅਫਸਰ ਸੀ, ਉਸ ਅਫਸਰ ਨੇ ਚੋਰੀ ਰੋਕੀ। ਲੁਧਿਆਣੇ 'ਚ 2 ਵੱਡੀਆਂ ਪ੍ਰਾਪਰਟੀਆਂ, ਗਵਰਨਮੈਂਟ ਪ੍ਰਾਪਰਟੀਆਂ ਦੀ ਜਿਹੜੀ ਸੇਲ ਸੀ ਉਹ ਬੜੇ ਸਸਤੇ ਭਾਵਾਂ ਤੇ ਕੀਤੀ ਜਾ ਰਹੀ ਸੀ। ਰੂਲਿੰਗ ਪਾਰਟੀ ਦੇ ਮੰਤਰੀ ਤੇ ਐਮਐਲਏ ਕਰਵਾ ਰਹੇ ਸੀ, ਉਹਨਾਂ ਨੇ ਉਹ ਮਨਜ਼ੂਰੀ ਨਹੀਂ ਦਿੱਤੀ ਤੇ ਉਹਨਾਂ ਨੇ ਇੱਥੇ ਦੇ ਸਾਡੇ ਗਿੱਲ ਦੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਦੇ ਖਿਲਾਫ ਇਨਕੁਆਇਰੀ ਮਾਰਕ ਕੀਤੀ। ਉਹਦਾ ਸਿਲਾ ਕੀ ਹੋਇਆ ਕਿ ਉਸ ਓਨੈਸਟ ਆਫਿਸਰ ਨੂੰ ਕੱਢ ਕੇ ਬਾਹਰ ਮਾਰਿਆ ਜਾ ਰਿਹਾ ਸੀਗਾ। ਸਾਨੂੰ ਜਦੋਂ ਇਹਦਾ ਪਤਾ ਲੱਗਿਆ ਅਸੀਂ ਇਹਦਾ ਵਿਰੋਧ ਕੀਤਾ। ਅੱਛਾ, ਉਹਨਾਂ ਦੀ ਥਾਂ ਤੇ ਲਿਆ ਕਿਹਨੂੰ ਰਹੇ ਸੀ? ਲਿਆ ਰਹੇ ਸੀ ਇੱਕ ਇਹੋ ਜਿਹੇ ਅਫਸਰ ਨੂੰ ਜਿਹਦਾ ਬਚਾਅ 2017 'ਚ ਲਾਸਟ ਵਰਕਿੰਗ ਡੇ ਤੇ ਬਾਦਲ ਸਾਹਿਬ ਨੇ ਉਹਨਾਂ ਨੂੰ ਪਾਰਡਨ ਕਰਕੇ ਕੀਤਾ ਸੀ ਤੇ ਜਿਨ੍ਹਾਂ ਨੂੰ IAS ਬਣਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ। ਉਹ ਬੰਦਾ ਰਿਣੀ ਹੈ ਬਹੁਤ ਕੈਪਟਨ ਸਾਹਿਬ ਦਾ ਤੇ ਬਾਦਲ ਸਾਹਿਬ ਦਾ, ਤੇ ਅੱਜ ਦੀ ਡੇਟ 'ਚ ਉਸ ਅਫਸਰ ਨੂੰ STC ਪੰਜਾਬ ਲਾਇਆ ਹੋਇਆ। ਹੁਣ ਤੁਸੀਂ ਸੋਚ ਕੇ ਦੇਖੋ, ਕਹਿਣ ਨੂੰ ਕੈਪਟਨ ਤੇ ਬਾਦਲਾਂ ਦੀ ਮਿਲੀ ਭੁਗਤ ਕਹਿੰਦੇ ਸੀ, ਤੇ ਹੁਣ ਜਦੋਂ ਕਹਿ ਰਹੇ ਨੇ ਕਿ ਚੰਨੀ ਸਰਕਾਰ ਆ ਗਈ ਸਾਰਾ ਕੁਝ ਬਦਲ ਗਿਆ, ਤੇ DC ਲੈਵਲ ਦੇ ਅਫਸਰ, ਉਹ ਵੀ ਲੁਧਿਆਣੇ ਵਰਗੇ ਇੰਪੋਰਟੈਂਟ ਸ਼ਹਿਰ ਤੇ ਇਹਨਾਂ ਦੀ ਮਿਲੀ ਭੁਗਤ ਵਾਲੇ ਅਫਸਰ ਲੱਗ ਰਹੇ ਨੇ। ਥੱਲੜੇ ਲੈਵਲ ਤੇ ਇਹ ਬਿਲਕੁਲ ਸੇਮ ਕੰਮ ਚੱਲ ਰਿਹਾ ਹੈ। ਇਫ ਐਨੀਥਿੰਗ ਕਰਪਸ਼ਨ ਵਧੀ ਹੈ, ਇਫ ਐਨੀਥਿੰਗ ਅੱਗੇ ਸਾਰੇ ਕਹਿੰਦੇ ਸੀ ਜੀ ਇੱਕ ਕਮਾਂਡਰ ਹੈ। ਅੱਜ ਮੈਨੂੰ ਕਿਸੇ ਬੰਦੇ ਨੇ ਗੱਲ ਕਹੀ ਕਿ ਅੱਜ ਹਰ ਮੰਤਰੀ ਇੱਕ ਮੁੱਖ ਮੰਤਰੀ ਬਣਿਆ ਹੋਇਆ ਭਾਈ, ਅੱਗੇ ਕਹਿੰਦੇ ਕੈਪਟਨ ਸਾਹਿਬ ਤੋਂ ਮੰਗਣੇ ਪੈਂਦੇ ਸੀ, ਹੁਣ ਤਾਂ ਅਸੀਂ ਲੈ ਕੇ ਜਾਵਾਂਗੇ। ਸੋ ਲੋਕ ਧਰਨੇ ਪ੍ਰਦਰਸ਼ਨਾਂ ਦੇ ਦੁਬਾਰਾ ਇਸ ਲਈ ਆ ਗਏ ਨੇ ਕਿਉਂਕਿ ਉਹਨਾਂ ਨੂੰ ਕੋਈ ਚੇਂਜ ਆਂਦੀ ਨਜ਼ਰ ਨਹੀਂ ਆ ਰਹੀ। ਅਨਾਉਂਸਮੈਂਟ ਕਰਨੀ ਗੱਲ ਹੋਰ ਹੁੰਦੀ ਹੈ, ਤੁਸੀਂ ਕਹਿ ਦਿੰਦੇ ਜੀ ਅਸੀਂ 36,000 ਬੰਦੇ ਨੂੰ ਰੈਗੂਲਰਾਈਜ਼ ਕਰ ਦਾਂਗੇ, ਉਹਦੀ ਤੁਸੀਂ ਲਾਅ ਨਹੀਂ ਲਿਆਂਦਾ।
ਫਿਰ ਉਹਦੀ ਨੋਟੀਫਿਕੇਸ਼ਨ ਨਿਕਲੂਗੀ। 45 ਦਿਨ ਦਾ ਨੋਟੀਫਿਕੇਸ਼ਨ ਦਾ ਪੀਰੀਅਡ ਹੈ, ਜਦ ਤਾਂ ਕੋਡ ਲੱਗ ਜਾਣਾ। ਹੋਣਾ ਤਾਂ ਉਹਦੇ ਨਾਲ ਕੁਛ ਹੈ ਹੀ ਨਹੀਂ। ਜਿਹੜੇ ਤੁਸੀਂ ਗੱਲ ਕਰ ਰਹੇ ਸੀ ਕਿ ਨਵੇਂ ਟੀਚਰਸ ਭਰਤੀ ਕੀਤੇ ਜਾ ਰਹੇ ਨੇ, ਜੀ ਸਦਕੇ ਕਰੋ, ਪਰ ਜਿਹੜਾ ਪੁਰਾਣਾ ਸਟਰਕਚਰ ਉਹਨੂੰ ਠੀਕ ਤਾਂ ਕਰੋ। ਪੰਜਾਬ ਦੇ ਲੋਕਾਂ ਨੂੰ ਅਸਲੀ ਪਿਕਚਰ ਤਾਂ ਦਿਖਾਓ ਕਿ ਭਾਈ ਆਹ ਸਾਡੇ ਹਾਲਾਤ ਨੇ। ਮੈਂ ਬਾਰ-ਬਾਰ ਤੁਹਾਡੇ ਪ੍ਰੋਗਰਾਮ ਤੇ ਕਹਿੰਦਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿਖਾਈਏ, ਇੱਕ ਵਾਈਟ ਪੇਪਰ ਲਈਏ ਕਿ ਆਹ ਸਾਡੀ ਇਕਨੋਮੀ ਦਾ ਹਾਲ ਹੈ। ਜਿਹੜੇ ਇਹ ਅਨਾਉਂਸਮੈਂਟਾਂ ਕਰ ਰਹੇ ਨੇ, ਇਹ ਇਕਨੋਮੀ ਨੂੰ ਹੋਰ ਖੋਖਲਾ ਕਰ ਰਹੇ ਨੇ। ਇਹਨਾਂ ਨੂੰ ਪਰਵਾਹ ਨਹੀਂ ਹੈਗੀ, ਇਹਨਾਂ ਨੂੰ ਅਗਲੀ ਸਰਕਾਰ ਦੇ ਗਲ ਪਾ ਕੇ ਜਾਣਾ ਚਾਹੁੰਦੇ ਨੇ। ਪਰ ਪੰਜਾਬ ਦੇ ਲੋਕਾਂ ਨੂੰ ਜਦੋਂ ਅਸਲੀਅਤ ਪਤਾ ਲੱਗੂਗੀ, ਅਸੀਂ ਕੌਨਫੀਡੈਂਟ ਹਾਂ ਕਿ ਸਰਕਾਰ ਤੇ ਲੋਕ ਜਦੋਂ ਮਿਲ ਕੇ ਕੰਮ ਕਰਨਗੇ, ਪੰਜਾਬ ਦੇ ਲੋਕ ਇੰਨੇ ਕੁ ਮਿਹਨਤੀ ਨੇ ਕਿ 2 ਸਾਲਾਂ 'ਚ ਪ੍ਰਾਂਤ ਦੀ ਆਰਥਿਕ ਹਾਲਤ ਸੁਧਾਰੀ ਵੀ ਜਾਊਗੀ ਤੇ ਬਿਹਤਰ ਵੀ ਕਰੀ ਜਾਊਗੀ। ਹੁਣ ਰਹੀ ਗੱਲ ਆਲ ਦ ਸੇਮ, ਲਾਈਕ ਉਹ ਕਹਿੰਦੇ ਨਾ ਓਲਡ ਵਾਈਨ ਇਨ ਨਿਊ ਬੋਟਲ ਦੀ, ਤੁਸੀਂ ਗੱਲ ਸੁਣੋ ਜੀ। ਰਾਜਾ ਵੜਿੰਗ ਜੀ ਆ ਕੇ ਇੱਧਰ ਉੱਧਰ ਕਰ ਦਿੰਦੇ ਜੀ, ਚਲਾਨ ਕੱਟਤਾ, ਬੜੇ ਵੈਲ ਪਬਲਿਸਾਈਜ਼ ਚਲਾਨ ਕੱਟ ਰਹੇ ਨੇ। ਉਹਨਾਂ ਨੂੰ ਕੋਈ ਪੁੱਛੇ ਕਿ 20/12/2012 ਦਾ ਹਾਈ ਕੋਰਟ ਦਾ ਆਰਡਰ ਹੈ ਕਿ ਪੰਜਾਬ ਦੇ ਸਾਰੇ ਪਰਮਿਟ ਕੈਂਸਲ ਕਰਕੇ ਰੀਪਰਮਿਟ ਕੀਤੇ ਜਾਣ, ਤਾਂ ਕਿ ਜਵਾਨ ਬੱਚਿਆਂ ਨੂੰ, ਬੇਰੁਜ਼ਗਾਰ ਬੱਚਿਆਂ ਨੂੰ ਬੱਸਾਂ ਦੇ ਪਰਮਿਟ ਮਿਲ ਸਕਣ। ਉਸ ਕੰਮ ਤੇ ਨਾ ਤਾਂ ਅਕਾਲੀ ਸਰਕਾਰ ਨੇ ਤਾਂ ਚਲੋ ਕੀ ਕਰਨਾ ਸੀ, ਨਾ ਕੈਪਟਨ ਸਾਹਿਬ ਨੇ ਕੋਈ ਕਦਮ ਚੱਕਿਆ, ਨਾ ਹੀ ਹੁਣ ਰਾਜਾ ਵੜਿੰਗ ਜੀ ਚੱਕ ਰਹੇ ਨੇ। STC ਉਹਨਾਂ ਦਾ ਬਾਦਲਾਂ ਦਾ ਖਾਸ ਬੰਦਾ। ਫਿਰ ਇਹ ਕਹਿੰਦੇ ਕਿ ਅਸੀਂ ਟਰਾਂਸਪੋਰਟ ਮਾਫੀਆ ਦੇ ਖਿਲਾਫ ਲੜਨਾ। ਰੇਤੇ ਬਾਰੇ ਇਹਨਾਂ ਨੇ ਇੰਨਾ ਰੌਲਾ ਪਾਇਆ, 5 ਰੁਪਏ ਸਕੁਅਰ ਫੁੱਟ। ਮੈਨੂੰ ਇੱਕ ਥਾਂ ਤੋਂ 5 ਰੁਪਏ ਸਕੁਅਰ ਫੁੱਟ ਕੋਈ ਰੇਤਾ ਲੈ ਕੇ ਦਿਖਾ ਦੇਵੇ। ਅੱਜ ਦੁਪਹਿਰ ਦੀ ਗੱਲ ਹੈ, ਇੱਕ ਵਾਕਫ ਮਿਲੇ, ਉਹ ਕਹਿੰਦੇ ਯਾਰ 25 ਰੁਪਏ ਲੈ ਕੇ ਆਇਆ ਮੈਂ, ਇਹ ਕਹਿੰਦੇ 5 ਰੁਪਏ ਸਕੁਅਰ ਫੁੱਟ ਹੈ। ਅੱਜ ਸਵੇਰੇ ਬਿਜਲੀ ਦਾ ਬਿੱਲ ਦਿਖਾਇਆ ਇੱਕ ਸੱਜਣ ਨੇ, ਆਹ ਬਿੱਲ ਆਇਆ 5 ਤਰੀਕ ਦਾ, ਤੇ 5 ਤਰੀਕ ਦਾ ਬਿੱਲ ਜਿਹੜਾ ਬਣ ਕੇ ਆਇਆ, ਉਹਨੂੰ ਯੂਨਿਟਾਂ, ਉਹਦੀ 5 ਯੂਨਿਟ ਹੈ ਸ਼ਾਇਦ, 5 kV ਦਾ ਲੋਡ ਹੈ, ਉਹਨੂੰ ਉਸੇ ਰੇਟ ਦੇ ਹਿਸਾਬ ਨਾਲ ਲੱਗਿਆ ਜਿੱਤੇ ਪਹਿਲਾਂ ਲੱਗਿਆ ਸੀ। ਸੋ ਜਿਹੜੀਆਂ ਅਨਾਉਂਸਮੈਂਟਾਂ ਹੋਈਆਂ ਨੇ ਉਹ ਕਾਸਮੈਟਿਕ ਅਨਾਉਂਸਮੈਂਟਾਂ ਨੇ, ਉਹਦੇ ਤੇ ਕੰਕਰੀਟ ਸਟੈਪ ਕੋਈ ਵੀ ਨਹੀਂ ਚੱਕਿਆ ਜਾ ਰਿਹਾ। ਤੇ ਇਸ ਟਾਈਮ ਤੇ ਬਦਕਿਸਮਤੀ ਨਾਲ ਹਰ ਇੱਕ ਬੰਦੇ ਨੂੰ ਇਹ ਹੈ ਕਿ ਆਪਣੀਆਂ ਕਿੰਨੀਆਂ ਜੇਬਾਂ ਭਰ ਲਈਏ। ਇਲੈਕਸ਼ਨ ਈਅਰ ਹੈ, ਇਹਨਾਂ ਦੇ ਖਰਚੇ ਵੀ ਹੋਣੇ ਆ, ਉਸ ਹਿਸਾਬ ਨਾਲ ਕੰਮ ਹੋ ਰਿਹਾ। ਸੋ ਅਸੀਂ ਜਿਹੜੇ ਲੋਕ ਧਰਨਿਆਂ ਤੇ ਬੈਠੇ, ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਥੋੜੀ ਦੇਰ ਬਸ ਧੈर्य ਰੱਖੋ, ਆਪਾਂ ਰਲ ਕੇ ਪੰਜਾਬ ਦੇ ਹਾਲਾਤ ਬਿਹਤਰ ਕਰਾਂਗੇ। ਤੇ ਚੰਨੀ ਸਾਹਿਬ ਨੂੰ ਫੇਰ ਬੇਨਤੀ ਹੈ ਕਿ ਜੇ ਹਲੇ ਵੀ 30-40 ਦਿਨ ਹੈਗੇ ਆ, ਜੇ ਕਰਨਾ ਹੈ ਤਾਂ ਕੋਈ ਕੰਕਰੀਟ ਸਟੈਪ ਚੱਕੋ ਸਰ, ਕੱਲੀਆਂ ਗੱਲਾਂ ਨਾਲ ਗੱਲ ਨਹੀਂ ਬਣਦੀ। ਉਧਰ ਸਿੱਧੂ ਸਾਹਿਬ ਨੇ ਉਹ ਸ਼ੇਰੋ ਸ਼ਾਇਰੀ ਕਰਕੇ ਸਾਰ ਦਿੰਦੇ ਨੇ, ਹੁਣ ਉਹ MLA ਨੂੰ ਧਮਕੀਆਂ ਦੇਣ ਲੱਗ ਗਏ ਕਿ ਭਾਈ ਸਰਵੇ ਹੋਣਗੇ, ਫਲਾਣਾ ਹੋਊਗਾ, ਧਮਕਾਣਾ ਹੋਊਗਾ। ਸੋ ਹਰ ਬੰਦਾ ਆਪਣਾ ਰਾਗ ਲਾਪ ਰਿਹਾ, ਪਰ ਪੰਜਾਬ ਬਾਰੇ ਕੋਈ ਨਹੀਂ ਸੋਚ ਰਿਹਾ, ਤਾਂ ਧਰਨੇ ਹੋ ਰਹੇ। ਜੀ ਭੁੱਲਰ ਸਾਹਿਬ, ਤੁਹਾਡੇ ਕੋਲ ਸੇਮ ਸਵਾਲ ਤਾਂ ਮੈਂ ਪੁੱਛਾਂਗਾ ਕਿ ਜਿਹੜਾ ਧਰਨਿਆਂ ਦਾ ਦੌਰ ਜਾਰੀ ਹੈ, ਦੁਬਾਰਾ ਫਿਰ ਸ਼ੁਰੂ ਹੋ ਚੁੱਕਾ, ਉਹਦੇ ਬਾਰੇ ਤੁਹਾਡੀ ਕੀ ਰਾਏ? ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਕਰਾਂਗਾ, ਕੋਈ ਗਰੇਵਾਲ ਸਾਹਿਬ ਹੁਣਾਂ ਨੇ ਰਾਜਾ ਵੜਿੰਗ ਹੁਣਾਂ ਦਾ ਨਾਮ ਲਿਆ। ਸੋ ਵਾਕਈ ਹਰ ਰੋਜ਼ ਜਿਹੜੀ ਖਬਰ ਆ ਰਹੀ ਹੈ ਕਿ ਹਾਂ ਵੀ ਫਲਾਣੀ ਬੱਸ ਦਾ ਚਲਾਨ ਕੱਟ ਲਿਆ, ਬਾਦਲਾਂ ਦੀ ਬੱਸ ਦਾ ਚਲਾਨ ਕੱਟ ਲਿਆ, ਪਰ ਸੇਮ ਟਾਈਮ ਤੇ ਕਿੰਨੇ ਹੀ ਕਾਂਗਰਸੀ ਨੇ, ਜੇਕਰ ਮੈਂ ਦੁਆਬੇ ਰੀਜਨ ਦੀ ਗੱਲ ਕਰਾਂ ਤੇ ਕਾਫੀ ਸਾਰੇ ਮੰਤਰੀ ਜਿਹਨਾਂ ਦੀ ਆਪਣੇ ਟਰਾਂਸਪੋਰਟ ਜਿਹੜੀ ਹੈ ਚੱਲਦੀ ਹੈ, ਉਹਨਾਂ ਦੀ ਇੱਕ ਵੀ ਬੱਸ ਨਹੀਂ ਰੋਕੀਗੀ, ਕਿਉਂਕਿ ਪੂਰੇ ਸ਼ਹਿਰ ਨੂੰ ਪਤਾ, ਜੇਕਰ ਮੈਂ ਖਾਸ ਜਲੰਧਰ ਦੀ ਗੱਲ ਕਰਦਾ ਤਾਂ ਸਾਰਿਆਂ ਨੂੰ ਪਤਾ ਕਿ ਕਿਹਦੀ ਜਿਹੜੀ ਬੱਸਾਂ ਨੇ ਚੱਲਦੀਆਂ ਨੇ ਤੇ ਕੀ ਇਲੀਗਲ ਕੰਮ ਉੱਥੇ ਹੁੰਦਾ, ਯਾਨੀ ਕਿ ਕੋਈ ਪਰਮਿਟ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਉਹਨਾਂ ਬਾਰੇ ਕੋਈ ਬੱਸ ਨਹੀਂ ਫੜੀ ਜਾਂਦੀ, ਜਦਕਿ ਉਹਨਾਂ ਦਾ ਕਿਹਾ ਬਿਆਨ ਆਉਂਦਾ ਪਿੱਛੇ ਜੀ ਕਿ ਭਾਵੇਂ ਮੇਰੀ ਭੂਆ ਫੁੱਫੜ ਦੀ ਬੱਸ ਕਿਉਂ ਨਾ ਹੋਵੇ, ਮੈਂ ਤਾਂ ਵੀ ਫੜਾਂਗਾ, ਪਰ ਕਹਿਣੀ ਹੋਰ ਤੇ ਕਰਨੀ ਹੋਰ, ਤੇ ਸਾਫ਼ ਫਰਕ ਜਿਹੜਾ ਅਸੀਂ ਦੇਖ ਰਹੇ ਹਾਂ। ਅੱਛਾ ਜੀ, ਭੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ, ਜਿਹੜੇ ਧਰਨਿਆਂ ਦਾ ਦੌਰ ਦੁਬਾਰਾ ਰੀਨਿਊ ਕਹਿ ਲਓ ਜਾਂ ਫਿਰ ਦੁਬਾਰਾ ਫਿਰ ਸ਼ੁਰੂ ਹੋ ਗਿਆ? ਇੱਕ ਗੱਲ ਕਹਾਂ, ਜਿਹੜਾ ਧਰਨਾ ਹੈ, ਧਰਨਾ ਇੱਕ ਤਰ੍ਹਾਂ ਦਾ ਉਸ ਤਰ੍ਹਾਂ ਦਾ ਮਸਲਾ ਹੁੰਦਾ ਹੈ ਜਿਵੇਂ ਆਪਾਂ ਘਰ ਦੇ ਵਿੱਚ ਕਿਸੇ ਬੱਚੇ ਦੀ ਮੰਗ ਨੂੰ ਪੂਰਾ ਨਾ ਕਰੀਏ ਤੇ ਨੈਚੁਰਲ ਗੱਲ ਹੈਗੀ ਕਿ ਉਹ ਕਲੇਸ਼ ਕਰਦਾ। ਇੱਕ ਛੋਟਾ ਜਿਹਾ ਬੱਚਾ ਵੀ ਜੇ ਉਹਨੇ ਟੌਫੀ ਲੈਣੀ ਹੈ, ਜੇ ਉਹਨੇ ਦੁੱਧ ਪੀਣਾ ਹੈ, ਉਹ ਕਹਿੰਦਾ ਉਹਨੂੰ ਨਹੀਂ ਦਿੰਦੇ ਅਸੀਂ ਟਾਈਮ ਸਿਰ, ਤਾਂ ਉਸ ਗੱਲ ਵਾਸਤੇ ਕਲੇਸ਼ ਕਰਦਾ ਹੈ। ਉਸ ਕਲੇਸ਼ ਦਾ ਜਿਹੜਾ ਦੂਜਾ ਰੂਪ ਹੈ, ਵੱਡੇ ਪੱਧਰ ਦੇ ਉੱਤੇ ਆਪਾਂ ਲਾਈਏ, ਜੋ ਡੈਮੋਕ੍ਰੇਸੀ 'ਚ ਆ ਜਾਂਦਾ, ਤਾਂ ਉਹਨੂੰ ਧਰਨੇ ਦਾ ਨਾਂ ਦੇ ਦਿੱਤਾ ਜਾਂਦਾ ਹੈ। ਇਹ ਗੱਲ ਕਲੀਅਰ ਹੈ ਕਿ ਜਦੋਂ ਜਨਤਾ ਸੰਤੁਸ਼ਟ ਨਹੀਂ ਹੁੰਦੀ, ਜਨਤਾ ਨੂੰ ਇੱਕ ਉਮੀਦ ਹੁੰਦੀ ਹੈ ਕਿ ਸਾਨੂੰ ਆਹ ਮਿਲਣਾ ਚਾਹੀਦਾ ਹੈ। ਅੱਜ ਧਰਨਿਆਂ ਦਾ ਕਾਰਨ ਇਹ ਹੈ ਕਿ ਕੈਪਟਨ ਤਾਂ ਲੋਕਾਂ ਨੇ ਮਹਿਸੂਸ ਕਰ ਲਿਆ ਸੀ ਕਿ ਤਾਂ ਉਹਦੇ ਮਹਿਲਾਂ ਦੇ ਵਿੱਚ ਰਹਿਣ ਵਾਲਾ ਬੰਦਾ ਹੈ, ਉਹਨਾਂ ਦਾ ਨਾ ਮਹਿਲ ਤੋਂ ਬਾਹਰ ਨਿਕਲਿਆ, ਨਾ ਕਿਸੇ ਦਾ ਕੰਮ ਸਵਾਰਨਾ, ਨਾ ਕਿਸੇ ਬਾਰੇ ਫਿਕਰ ਕਰਨਾ। ਠੀਕ ਹੈ, ਚੰਨੀ ਆਇਆ ਸੀ, ਚੰਨੀ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਬਣੀਆਂ ਸੀਗੀਆਂ, ਚਲੋ ਯਾਰ ਇੱਕ ਆਮ ਘਰ 'ਚ ਉੱਠਿਆ ਹੋਇਆ ਨੌਜਵਾਨ ਹੈ, ਬੜਾ ਮਿਹਨਤੀ ਹੈ, ਬੜਾ ਅੱਗੇ ਵੱਧ ਕੇ ਕੰਮ ਕਰੂਗਾ, ਇਹ ਸਾਨੂੰ ਕੁਛ ਨਾ ਕੁਛ ਦੇਊਗਾ, ਸਾਡਾ ਕੁਛ ਨਾ ਕੁਛ ਖਿਆਲ ਕਰੂਗਾ। ਪਰ ਉਹਦੇ ਉਲਟ ਜਿੰਨੇ ਉਹਨੇ ਅੱਜ ਤੱਕ ਜਿਹੜੇ ਐਲਾਨ ਕੀਤੇ ਹੈ, ਉਹ ਤਕਰੀਬਨ ਇੱਕ ਤਰ੍ਹਾਂ ਦੇ ਲੋਲੀਪੌਪ ਨੇ, ਜਿਹੜੇ ਦੇ ਵਿੱਚ ਪੱਲੇ ਕਿਸੇ ਕੱਖ ਨਹੀਂ ਪਾਇਆ, ਤੇ ਸਿਰਫ ਕਹਿਣਾ ਹੀ ਆ ਇਕੱਲਾ। ਜਿਵੇਂ ਗਰੇਵਾਲ ਸਾਹਿਬ ਨੇ ਕਿਹਾ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਰ ਦੂਜੇ ਪਾਸੇ ਤੇ ਜਿਹੜਾ ਰਾਜਾ ਵੜਿੰਗ ਦੀ ਗੱਲ ਹੈਗੀ, ਉਹ ਇਹ ਤਾਂ ਗੱਲ ਕਹਿੰਦਾ, ਮੇਰੀ ਚਾਹੇ ਭੂਆ ਫੁੱਫੜ ਦੀ ਬੱਸ ਹੋਵੇ,
ਮੈਂ ਉਹਨੂੰ ਵੀ ਫੜੂੰਗਾ, ਮੈਂ ਉਹਨੂੰ ਵੀ ਬਰਾਬਰੀ ਰੱਖੂੰਗਾ, ਉਹਦੇ ਵੀ ਚਲਾਨ ਕੱਟੂੰਗਾ। ਪਰ ਇਹ ਕਿਤੇ ਨਹੀਂ ਕਹਿੰਦਾ ਹੈਗਾ ਵੀ ਜਿਹੜੇ ਸਾਡੀ ਪਾਰਟੀ ਦੇ ਅਸੀਂ ਉਹਨਾਂ ਦੇ ਵੀ ਕੱਟਾਂਗੇ, ਚਾਹੇ ਸਾਡਾ MLA ਹੋਵੇ ਚਾਹੇ ਮੰਤਰੀ ਹੋਵੇ। ਤੇ ਜਦੋਂ ਦੇਖਿਆ ਜਾਂਦਾ ਹੈ ਕਿ ਬਹੁਤ ਵੱਡੇ ਵੱਡੇ ਟਰਾਂਸਪੋਰਟਰ ਜਿਹੜੇ ਹੈਗੇ ਕਾਂਗਰਸੀ, ਜਿਨ੍ਹਾਂ ਦੀਆਂ ਬੱਸਾਂ ਬਹੁਤ ਜ਼ਿਆਦਾ ਚੱਲਦੀਆਂ ਨੇਗੀਆਂ, ਪਰ ਉਹਨਾਂ ਨੂੰ ਅਜੇ ਤੱਕ ਕਿਤੇ ਹੱਥ ਨਹੀਂ ਪਾਇਆ ਗਿਆ, ਨਾ ਹੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈਗੀ। ਉਹਦਾ ਕਾਰਨ ਇੱਕੋ ਇੱਕ ਹੈ ਕਿ ਪਿਕ ਐਂਡ ਚੂਜ਼ ਚੱਲ ਰਿਹਾ ਹੈ। ਇਹ ਲੋਕ ਅੱਜ ਉਸ ਫਾਰਮੂਲੇ ਨੂੰ ਲਾਗੂ ਕਰ ਰਹੇ ਨੇ। ਇੱਕ ਝੂਠ ਨੂੰ 100 ਵਾਰ ਜ਼ੋਰ ਦੇ ਕੇ ਕਹੋ, ਸ਼ਾਇਦ ਉਹ ਸੱਚ ਹੋ ਜਾਊਗਾ। ਉਹ ਇਹਨਾਂ ਦੀ ਸੋਚ ਹੈ, ਉਹਦੇ ਆਧਾਰ ਦੇ ਉੱਤੇ ਇਹ ਰੌਲਾ ਪਾ ਰਹੇ ਨੇ, ਉਹਦੇ ਆਧਾਰ ਦੇ ਸਾਰੀਆਂ ਗੱਲਾਂ ਕਰ ਰਹੇ ਨੇ। ਜਿੱਥੇ ਤੱਕ ਗੱਲ ਆਪਣਾ ਗਰੇਵਾਲ ਸਾਹਿਬ ਨੇ ਕਹੀ ਹੈਗੀ ਕਿ ਬਾਦਲਾਂ ਨੇ ਜਿਹੜਾ SP ਹੈ ਬਾਦਲਾਂ ਲੱਗਿਆ ਹੋਇਆ, ਫਲਾਨਾ ਬੰਦਾ ਬਾਦਲਾਂ ਲੱਗਿਆ ਹੋਇਆ। ਯਾਰ ਪਿਛਲੇ ਲੰਬੇ ਸਮੇਂ ਤੋਂ 5 ਸਾਲ ਹੋ ਗਏ ਆ, ਸਾਡੀ ਸਰਕਾਰ ਨਹੀਂ ਹੈ। ਜਿਹਦੀ ਸਰਕਾਰ ਨਹੀਂ ਹੁੰਦੀ ਉਹਦੀ ਸੁਣਵਾਈ ਕਿੰਨੀ ਕੁ ਕਰਦੇ ਆ ਅਫਸਰ, ਇਹ ਗੱਲ ਆਪਾਂ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਾਂ। ਤੇ ਇਹ ਬੇਵਜ੍ਹਾ ਬੇਤੁਕੇ ਬਲੇਮ ਜਿਹੜੇ ਹੈਗੇ ਨੇ ਉਹ ਨਹੀਂ ਲਾਉਣੇ ਚਾਹੀਦੇ। ਜੇ ਕੋਈ ਗੱਲ ਦੇ ਵਿੱਚ ਤੱਥ ਹੈ ਤਾਂ ਆਪਾਂ ਗੱਲ ਕਰੋ, ਕੋਈ ਇਤਰਾਜ਼ ਨਹੀਂ, ਪਰ ਇਹ ਬੇਤੁਕੇ ਬਿਆਨ ਨੇ, ਇਹਨਾਂ ਦਾ ਕੋਈ ਮੈਨੇ ਨਹੀਂ, ਕੋਈ ਵਜੂਦ ਨਹੀਂ ਹੈ ਇਹਨਾਂ ਗੱਲਾਂ। ਗਰੇਵਾਲ ਸਾਹਿਬ ਕੁਝ ਬਿਆਨ ਕਰਨਾ ਚਾਹੁੰਦੇ ਨੇ? ਸਰ ਦੇਖੋ, ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਅਫਸਰ ਕਿਹਦੀ ਸੁਣਦੇ ਨਹੀਂ ਸੁਣਦੇ, ਪਰ ਜਿਹੜੇ ਅਫਸਰ ਨੂੰ ਅਖੀਰਲੇ ਦਿਨ ਕੋਰਟ ਤੋਂ ਪਹਿਲਾਂ ਬਾਦਲ ਸਾਹਿਬ ਨੇ ਉਹਦੇ ਸੀਨੀਅਰ ਨੂੰ ਵੀ ਸਜ਼ਾ ਹੋਈ ਹੋਵੇ ਤੇ ਜੂਨੀਅਰ ਨੂੰ ਵੀ ਸਜ਼ਾ ਹੋਈ ਹੋਵੇ, ਜਿਹੜੇ ਅਫਸਰ ਨੂੰ ਲਾਸਟ ਦੇ ਤੇ ਵਾਰਨਿੰਗ ਦੇ ਕੇ ਛੱਡਤਾ ਹੋਵੇ, ਜਿਹਦੇ ਆਸਰੇ ਤੇ ਉਹ IAS ਬਣਿਆ ਹੋਵੇ, ਉਹ ਹੋਊਗਾ ਕਿ ਨਹੀਂ ਹੋਊਗਾ, ਕਾਮਨ ਸੈਂਸ ਹੈ। ਜਿਹੜੇ AG ਸਾਹਿਬ ਇਹਨਾਂ ਦੇ ਇੰਨੇ ਕਲੋਜ਼ ਰਹੇ ਹੋਣ, ਜਿਨ੍ਹਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਬਲੂ ਆਈਡ ਬॉय ਸੈਣੀ ਸਾਹਿਬ ਨੂੰ ਪ੍ਰੋਟੈਕਟ ਕੀਤਾ ਹੋਵੇ, ਫਲਾਣਾ ਕੀਤਾ ਹੋਵੇ, ਉਹਨਾਂ ਨੂੰ 45 ਦਿਨ ਲਈ AG ਦੀ ਦਿੱਤਾ ਜਾਵੇ, ਇਹ ਸਭ ਨੂੰ ਦੇਖਣ ਨੂੰ ਦਿਸ ਰਿਹਾ ਸਰ, ਬੇਤੁਕੇ ਨਹੀਂ ਹੈ। ਐਂਡ ਸਰਕਾਰ ਦਾ ਇੰਨਾ ਰੌਲਾ ਪਾਉਣ ਤੋਂ ਬਾਅਦ ਵੀ ਜਦੋਂ ਟਰਾਂਸਪੋਰਟ ਮਾਫੀਆ ਕਰਾਰ ਬਰਕਰਾਰ ਹੈ ਤਾਂ ਉਹ ਬਿਲਕੁਲ ਪਤਾ ਲੱਗਦਾ ਕਿਹਦੀ ਚੱਲਦੀ ਹੈ। ਛੋਟਾ ਜਿਹਾ ਇੱਕ ਉਦਾਹਰਨ ਦਿੰਦਾ, ਸਾਡੇ ਦਿਨੇਸ਼ ਚੱਡਾ ਜੀ ਨੇ ਇੱਕ RTI ਵੀ ਕਰਦੇ ਨੇ, ਸਾਡੀ ਪਾਰਟੀ ਦਾ ਜੁੜੇ ਵੀ ਹੋਏ ਨੇ, ਟਰਾਂਸਪੋਰਟ ਦੇ ਬਹੁਤ ਮਤਲਬ ਡਿਟੇਲ ਵਿੱਚ ਕੰਮ ਕੀਤਾ। ਜਿਹੜਾ ਜਲੰਧਰ ਅੰਮ੍ਰਿਤਸਰ ਮੋਨੋਪੋਲੀ ਰੂਟ ਹੈ, ਮੋਹਿਤ ਜੀ ਤੁਸੀਂ ਵੀ ਦੇਖੋਗੇ, ਉੱਥੇ ਸਰਕਾਰੀ ਬੱਸਾਂ ਹੀ ਚੱਲ ਸਕਦੀਆਂ ਨੇ। ਉਹਨਾਂ ਨੇ ਉਦੋਂ ਪਿੱਛੇ ਜੇ ਐਕਸਪੋਜ਼ ਕੀਤਾ, ਉਸ ਰੂਟ ਤੇ ਧੜਾ ਧੜ ਨਾ ਸਿਰਫ ਕਾਂਗਰਸੀਆਂ ਦੀਆਂ, ਅਕਾਲੀਆਂ ਦੀਆਂ ਬੱਸਾਂ ਵੀ ਚੱਲ ਰਹੀਆਂ ਸੀਗੀਆਂ। ਐਂਡ ਇਹ ਪਿਛਲੇ 2-3 ਦਿਨਾਂ ਦੀ ਗੱਲ ਹੈ। ਸੋ ਇੱਥੋਂ ਪਤਾ ਲੱਗਦਾ ਕਿ ਕਿਸ ਹੱਦ ਤੱਕ ਮਿਲੀ ਭੁਗਤ ਹੈ। ਬੇਤੁਕੀ ਇਹਦੇ ਚ ਗੱਲ ਕੋਈ ਨਹੀਂ ਹੈਗੀ। ਜਿਹੜਾ ਹੁੰਦਾ ਨਾ, ਉਹ ਕਹਿੰਦੇ ਪ੍ਰਤੱਖ ਕੋ ਪ੍ਰਮਾਣ ਕੀ ਆਵਸ਼ਕਤਾ ਨਹੀਂ ਹੁੰਦੀ। ਜਿਹੜਾ ਤੁਹਾਡੇ ਸਾਹਮਣੇ ਹੋ ਰਿਹਾ, ਜਿਹੜੀ ਟਰਾਂਸਪੋਰਟ ਪਾਲਿਸੀ ਨੂੰ ਰੱਦ ਕਰਨ ਨੂੰ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ 4 ਸਾਲ ਪਹਿਲਾਂ ਆਰਡਰ ਪਾਸ ਕਰ ਚੁੱਕੇ ਹੋਣ, ਉਹ ਟਰਾਂਸਪੋਰਟ ਪਾਲਿਸੀ ਨਾਲ ਲਾਗੂ ਹੋ ਰਹੀ ਹੋਵੇ ਐਂਡ ਉਹਦਾ ਕਿਹਨੂੰ ਬੈਨੀਫਿਟ ਮਿਲਦਾ ਆਪਾਂ ਸਭ ਜਾਣਦੇ ਹਾਂ। ਐਂਡ ਪੰਜਾਬ 'ਚ ਲਗਭਗ 15 ਤੋਂ 16 ਹਜ਼ਾਰ ਜਾਲੀ ਬੱਸ ਚੱਲ ਰਹੀ ਹੈ, ਉਹ 'ਚ ਫੜੀ ਕਿੰਨੀ ਗਈ ਹੈ? 800-900। ਸੋ ਇਹਦਾ ਮਤਲਬ ਸਿਰਫ ਪੈਚ ਵਰਕ ਕੀਤਾ ਜਾ ਰਿਹਾ, ਲੋਕਾਂ ਨੂੰ ਦਿਖਾਉਣ ਨੂੰ ਕੀਤਾ ਜਾ ਰਿਹਾ। ਜੋ ਕੁਝ ਹੈ ਸਾਹਮਣੇ ਹੈ। ਜੇ ਆਪਾਂ ਕਹੀਏ ਬੇਅਦਬੀ ਮਾਮਲੇ 'ਚ, ਜੇ ਆਪਾਂ ਕਹੀਏ ਡਰੱਗਸ ਕੇਸ 'ਚ, ਕੋਈ ਵੀ ਕਦਮ ਅੱਗੇ ਪੁੱਟਿਆ ਗਿਆ ਨਹੀਂ ਪੁੱਟਿਆ ਗਿਆ। ਇੱਥੋਂ ਇਹ ਪਤਾ ਲੱਗਦਾ ਕਿ ਸਭ ਦੇ ਵਿੱਚ, ਸਭ ਦੇ ਲਈ ਪੋਲੀਟੀਕਲ ਮੁਫਾਦਾਂ ਲਈ ਇਹ ਚੰਗਾ ਹੈ ਕਿ ਇਹਨਾਂ ਮਸਲਿਆਂ ਨੂੰ ਭਖਦੇ ਰੱਖੋ, ਸੋਲਵ ਨਾ ਕਰੋ। ਕਿਉਂਕਿ ਜੇ ਸੋਲਵ ਹੋਣਗੇ ਤਾਂ ਇੱਕ ਪਾਸਾ ਕਿਨਾਰਾ ਹੋਊਗਾ, ਕਿਨਾਰਾ ਨਹੀਂ ਕਰਨਾ ਚਾਹੁੰਦੇ। ਇੱਥੋਂ ਅਸੀਂ ਕਹਿੰਦੇ ਹਾਂ ਕਿ ਮਿਲੀ ਭੁਗਤ ਹੈ ਜੀ। ਸੋ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹਰ ਇੱਕ ਪਾਰਟੀ ਜਿਹੜੀ ਹੈ ਜਦੋਂ ਪਾਵਰ ਵਿੱਚ ਆਉਂਦੀ ਉਹ ਤਾਂ ਸਾਫ਼ ਦਿਖਾਈ ਦਿੰਦਾ ਹੀ ਹੈ। ਫਿਲਹਾਲ ਕਾਂਗਰਸ ਦਾ ਦਿਖਾਈ ਦੇ ਰਿਹਾ ਤੇ ਹੋਰ ਵੀ ਪਾਰਟੀ ਜਿਹੜੀਆਂ ਅਲੱਗ-ਅਲੱਗ ਮੁੱਦਿਆਂ ਤੇ ਅਲੱਗ-ਅਲੱਗ ਭਾਵੇਂ ਆਪਣੀ ਜਿਹੜੀਆਂ ਡਬਲ ਸਟੇਟਮੈਂਟ ਜਿਹੜੀ ਦਿੰਦੀਆਂ, ਉਹਦੇ ਤਾਂ ਵੀ ਖੁੱਲ੍ਹ ਕੇ ਆਪਾਂ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ। ਫਿਲਹਾਲ ਵੇਲਾ ਚ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਹਰ ਇੱਕ ਪਾਰਟੀ ਆਪਣੇ ਆਪ ਨੂੰ ਤਾਂ ਸਹੀ ਤਾਂ ਕਹਿੰਦੀ ਹੈ, ਦੂਜੇ ਦੇ ਉੱਪਰ ਚੰਗੀਆਂ ਤੋਹਮਤਾਂ ਲਾ ਦਿੰਦੀ ਹੈ। ਖਾਸ ਕਰਕੇ ਜੇਕਰ ਅਕਾਲੀ ਦਲ ਦਾ ਨਾਮ ਲਈਏ ਤਾਂ ਉਹਨਾਂ ਨੇ ਕਾਫੀ ਦੇਰ ਮੁੱਦਾ ਚੱਕੀ ਰੱਖਿਆ ਕਿ ਹਾਂ ਬਈ ਜਿਹੜੇ ਕੈਪਟਨ ਸਾਹਿਬ ਨੇ ਉਹਨਾਂ ਨੇ ਗੁਟਕਾ ਸਾਹਿਬ ਦੀ ਜਿਹੜੀ ਫੋਟੋ ਹੱਥ 'ਚ ਫੜ ਕੇ ਉਹਨਾਂ ਨੂੰ ਤੇ ਝੂਠੀ ਸਹੁੰ ਖਾਧੀ। ਚਲੋ ਉਹ ਗੱਲ ਗਲਤ ਵੀ ਸੀਗੀ, ਉਹਨਾਂ ਦਾ ਮੁੱਦਾ ਬਣਾਇਆ ਵੀ, ਪਰ ਹੋਰ ਵੀ ਕਾਫੀ ਸਾਰੀ ਚੀਜ਼ਾਂ ਦੇ ਉੱਪਰ ਆਪਾਂ ਕਹਿ ਲਈਏ ਕਿ ਜਜ਼ਬਾਤਾਂ ਨਾਲ ਖੇਡਣ ਦੀ ਰਾਜਨੀਤੀ ਦਾ ਨਾਮ ਦਿੱਤਾ ਅਕਾਲੀ ਦਲ ਨੇ। ਪਰ ਫਿਲਹਾਲ ਜੇ ਹੁਣ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੀ ਸੇਮ ਹੀ ਉਹੋ ਜਿਹੀਆਂ ਹੀ ਜਿਹੜੀਆਂ ਘੋਸ਼ਣਾਵਾਂ ਨੇ ਆਪਣੇ ਹੱਥ ਵਿੱਚ ਲੈ ਕੇ ਚੱਲ ਰਹੀ ਹੈ। ਜਿਹੜੀਆਂ ਕਹਿੰਦੇ ਕਿ 13 ਨੁਕਾਤੀ ਪ੍ਰੋਗਰਾਮ ਜਿਹੜਾ ਹੈ ਉਹਨਾਂ ਦਾ, 18 ਨੁਕਾਤੀ ਜੋ ਵੀ ਹੈ, ਉਹਦੇ ਮੈਨੀਫੈਸਟੋ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਸੇਮ ਗੱਲਾਂ ਹੀ ਆ ਕਿ ਹਾਂ ਵੀ ਅਸੀਂ ਵੀ ਲੋਕਾਂ ਨੂੰ ਇੱਦਾਂ ਕਰਾਂਗੇ, ਅਸੀਂ ਲੋਕਾਂ ਨੂੰ ਇਹ ਕਰਾਂਗੇ। ਤਾਂ ਸੇਮ ਚੀਜ਼ਾਂ ਅਕਾਲੀ ਦਲ ਵੱਲੋਂ ਫੋਲੋ ਕੀਤੀਆਂ ਜਾ ਰਹੀਆਂ ਨੇ, ਪਰ ਜਦੋਂ ਕਿਸੇ ਹੋਰ ਪਾਰਟੀ 'ਚ ਕਰੇ ਤਾਂ ਉਹਦੇ ਉੱਤੇ ਜਿਹੜੇ ਨੇ ਉਹ ਅਲੱਗ-ਅਲੱਗ ਜਿਹੜੇ ਇਲਜ਼ਾਮ ਨੇ ਲਗਾਏ ਜਾ ਰਹੇ ਨੇ। ਭੁੱਲਰ ਸਾਹਿਬ ਤੁਸੀਂ ਦੱਸੋ ਕਿ ਇਹ ਕੀ ਚੱਲ ਰਿਹਾ? ਕਿਉਂਕਿ ਸੇਮ ਗੱਲਾਂ ਜਦੋਂ ਕੋਈ ਹੋਰ ਪਾਰਟੀ ਕਰੇ ਤਾਂ ਉਦੋਂ ਠੀਕ ਹੈ, ਜਦੋਂ ਤੁਸੀਂ ਆਪ ਕਰਦੇ ਤਾਂ ਤੁਹਾਡੀ ਪਾਰਟੀ ਨੂੰ ਕਹਿ ਦਈਏ ਕਿ ਨਹੀਂ ਅਸੀਂ ਤਾਂ ਜਾਇਜ਼ ਕੰਮ ਕਰ ਰਹੇ ਹਾਂ। ਪਹਿਲਾਂ ਤਾਂ ਮੈਂ ਗੱਲ ਕਰੂੰਗਾ ਜੀ, ਜਿਹੜਾ ਗਰੇਵਾਲ ਸਾਹਿਬ ਨੇ ਗੱਲ ਕਹੀ ਕਿ ਜਿਹੜੇ ਦੋਸ਼ ਨੇਗੇ ਉਹ ਲਾਏ ਜਾਂਦੇ ਨੇ, ਉਦੋਂ ਬਾਅਦ ਦੇ ਵਿੱਚ ਪਿੱਛੇ ਹਟ ਜਾਂਦੇ ਨੇ, ਐ ਹੋ ਜਾਂਦੇ ਨੇ, ਉਹ ਹੋ ਜਾਂਦੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਨੇ ਹੀ ਮਾਫੀ ਮੰਗੀ ਹੈ, ਠੀਕ ਹੈ।
ਜਿਹੜੇ ਓਏ ਝੂਠੇ ਮੁੱਦਾ ਦੋਸ਼ ਪੁਰਾਣਾ ਹੋ ਲਾਉਣੇ ਗਿਆ ਆ, ਭੁੱਲਰ ਲਗਾਉਣੇ ਸਾਹਿਬ, ਬੜੇ ਕੋਈ ਨਵਾਂ ਸੌਖੇ ਆ, ਨਵਾਂ ਮੁੱਦਾ ਮੁੜ ਲਿਆਓ। ਕੇ ਉਹਨਾਂ ਨੂੰ ਪ੍ਰੂਵ ਕਰਨਾ ਉਹਦੇ ਹੁਣ ਲੜਾਈ ਬੋਰ ਲੜਨੀ ਹੋ ਗਏ ਬੜੀ ਸੁਣ ਕੇ, ਕੋਈ ਨਵਾਂ ਗਰੇਵਾਲ ਮੁੱਦਾ ਲਿਆਓ ਕੋਈ ਪਲੀਜ਼। ਇਹ ਹੁਣ ਗਰੇਵਾਲ ਬੋਰ ਹੋ ਸਾਹਿਬ ਗਿਆ ਸੁਣ ਕੇ ਸਰ। ਨਵਾਂ ਮੁੱਦਾ ਨਹੀਂ, ਪਹਿਲਾਂ ਇਹਨੂੰ ਨਿਬੇੜ ਲਓ ਤੁਸੀਂ। ਇਹਨੂੰ ਨਿਬੇੜ ਦਾਂਗੇ, ਸਰਕਾਰ ਵਾਲਿਆਂ ਨੂੰ ਆ ਵੀ ਨਿਬੇੜ ਦੇਣਗੇ, ਤਾਂ ਜਵਾਬ ਦੇ ਰਿਹਾ। ਮੈਂ ਪਹਿਲਾਂ ਨਹੀਂ ਛੇੜਿਆ, ਮੈਂ ਪਹਿਲਾਂ ਮੁੱਦਾ ਨਹੀਂ ਛੇੜਿਆ, ਤੁਸੀਂ ਪੁਰਾਣਾ ਮੁੱਦਾ ਛੇੜਿਆ, ਮੈਂ ਤੁਹਾਨੂੰ ਉਹਦਾ ਜਵਾਬ ਦੇ ਰਿਹਾ। ਇਹ ਆਪਾਂ ਕਹਿ ਰਹੇ ਆ ਵੀ ਉਹ ਐਂ ਕਹਿੰਦਾ ਸੀ, ਉਹ ਐਂ ਕਹਿੰਦਾ ਸੀਗਾ, ਤੁਸੀਂ ਵੀ ਕੇਸ ਲਾਇਆ ਸੀ, ਫਿਰ ਤੁਸੀਂ ਵਾਪਸੀ ਵੀ ਲਿਆ ਸੀ, ਮਾਫੀ ਮੰਗੀ ਸੀ, ਉਸ ਗੱਲ ਨੂੰ ਵੀ ਮੰਨ ਕੇ ਚੱਲੋ। ਚਲੋ ਹੁਣ ਗੱਲ ਆ ਗਈ ਜੀ, ਜਿਹੜੀ ਤੁਸੀਂ ਗੱਲ ਕਹਿੰਦੇ ਪਏ ਹੋ, ਅਕਾਲੀ ਦਲ ਨੇ ਜਿਹੜੇ ਪਹਿਲਾਂ ਵਾਅਦੇ ਕੀਤੇ ਆ ਉਹ ਵੀ ਪੂਰੇ ਕੀਤੇ ਆ, ਔਰ ਜਿਹੜੇ ਗਾਹਾਂ ਨੂੰ ਕਰ ਰਹੇ ਆ ਉਹ ਵੀ ਅਸੀਂ ਉਹੀ ਵਾਅਦੇ ਸਾਡੀ ਪਾਰਟੀ ਕਰ ਰਹੀ ਹੈਗੀ ਜਿਹੜੇ ਉਹ ਪੂਰੇ ਕਰਨ ਦੀ। ਤੁਸੀਂ ਕਹਿੰਦੇ ਕਿ ਕਾਂਗਰਸ ਪਾਰਟੀ ਜਿਹੜੀ ਹੈ ਰਿਆਇਤਾਂ ਦੇ ਰਹੀ ਹੈ, ਪਰ ਤੁਹਾਡੇ ਅਗਰ ਆਪਾਂ ਮੈਨੀਫੈਸਟੋ ਦੇਖੀਏ ਤਾਂ ਤੁਸੀਂ ਵੀ ਸੇਮ ਹੀ ਗੱਲਾਂ ਕਹੀਆਂ ਕਿ ਅਸੀਂ ਵੀ ਜੇ ਆਹ ਕਰਾਂਗੇ ਉਹ ਕਰਾਂਗੇ। ਤੁਸੀਂ ਤਾਂ ਇਹ ਵੀ ਕਹਿਤਾ ਕਿ ਜੇ ਕੋਈ ਸਟੂਡੈਂਟ ਬਾਹਰ ਜਾਣਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਇੰਨੇ 10 ਲੱਖ ਰੁਪਈਆ ਤੱਕ ਦਾ ਆਪਾਂ ਨੂੰ ਬਿਨਾਂ ਆਪਾਂ ਉਹਦੇ ਲੋਨ ਤੋਂ ਜਾਂ ਬਿਨਾਂ ਉਹਦੇ ਵਿਆਜ ਤੋਂ ਆਪਾਂ ਲੋਨ ਦੇ ਦੇਵਾਂਗੇ। ਸੋ ਇਹੋ ਜਿਹੀਆਂ ਚੀਜ਼ਾਂ ਤੁਸੀਂ ਅਗਰ ਖੁਦ ਅਨਾਊਂਸਮੈਂਟ ਕਰਦੇ ਹੋ ਤਾਂ ਫਿਰ ਤੁਸੀਂ ਕਾਂਗਰਸ ਨੂੰ ਕਹਿਣ ਵਾਲੇ ਕੌਣ ਹੁੰਦੇ ਹੋ, ਕਿਉਂਕਿ ਤੁਸੀਂ ਖੁਦ ਇਹੋ ਜਿਹੀ ਅਨਾਊਂਸਮੈਂਟਾਂ ਬਣਾ ਕੇ ਤੁਰ ਰਹੇ ਹੋ ਕਿ ਹਾਂ ਵੀ ਸਾਨੂੰ ਮੌਕਾ ਦਿਓ, ਪਰ ਜਦ ਕਿ ਆਲਰੇਡੀ ਕਾਂਗਰਸ ਸਰਕਾਰ ਉਹ ਕੰਮ ਕਰ ਰਹੀ ਹੈ। ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਇਹ ਇੱਕ ਸਿਸਟਮ ਬਣ ਗਿਆ ਹੈਗਾ ਸਾਡੇ ਦੇਸ਼ ਦਾ ਕਿ ਹਰ ਇੱਕ ਪਾਰਟੀ ਆਪੋ ਆਪਣੇ ਵੱਲੋਂ ਵੱਧ ਤੋਂ ਵੱਧ ਰਿਆਇਤਾਂ ਦੇਣ ਦਾ ਦਾਅਵਾ ਕਰਕੇ ਸਰਕਾਰ ਬਣਾਉਂਦੀ ਹੈ। ਤੁਸੀਂ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਇਸੇ ਤਰ੍ਹਾਂ ਬਣੀ ਹੋਈ ਦੇਖ ਸਕਦੇ ਹੋ, ਤੇ ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਇਹੀ ਗੱਲਾਂ ਦੇ ਦਾਅਵਿਆਂ ਦੇ ਉੱਤੇ ਬਣੀ ਸੀ, ਦਾਅਵੇ ਤੇ ਝੂਠੇ ਵਾਅਦਿਆਂ ਦੇ ਉੱਤੇ ਬਣੀ ਸੀ। ਠੀਕ ਹੈ, ਤੇ ਅੱਜ ਅਸੀਂ ਜੇਕਰ ਉਹ ਵਾਅਦੇ ਪਹਿਲਾਂ ਪਿਛਲੇ ਸਮੇਂ ਦੌਰਾਨ ਕੀਤੇ ਸੀ, ਚਾਹੇ ਉਹ 20 ਰੁਪਏ ਕਿਲੋ ਦਾਲ ਤੇ 4 ਰੁਪਏ ਕਿਲੋ ਆਟੇ ਦੀ ਗੱਲ ਸੀ, ਚਾਹੇ ਉਸ ਤੋਂ ਪਹਿਲਾਂ ਕਿਸਾਨਾਂ ਦੇ ਬਿਜਲੀ ਦੇ ਬਿੱਲਾਂ ਦੇ ਮਾਫ ਦਾ ਸੀਗਾ, ਮੋਟਰਾਂ ਦਾ ਬਿੱਲ ਮਾਫ ਕਰਨ ਦੀ ਗੱਲ ਕਹੀ ਸੀਗੀ, ਜੇ ਉਹ ਕਹੀ ਸੀ ਤਾਂ ਉਹਨੂੰ ਪੂਰੀ ਵੀ ਕੀਤਾ। ਅੱਜ ਵੀ ਜਿਹੜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਪੂਰਾ ਪੜਚੋਲ ਕਰਕੇ ਉਹਨਾਂ ਤੇ ਵਿਚਾਰ ਕਰਕੇ ਉਹੀ ਵਾਅਦੇ ਕੀਤੇ ਜਾ ਰਹੇ ਨੇ ਜਿਹੜੇ ਅਸੀਂ ਪੂਰੇ ਕਰ ਸਕਦੇ ਹਾਂ। ਜਦੋਂ ਲੋਕਾਂ ਦੇ ਕੋਲੋਂ ਜਿਹੜਾ ਹੈਗਾ ਸਿਸਟਮ ਉਹ ਉਸ ਹਿਸਾਬ ਨਾਲ ਬਣ ਰਿਹਾ ਹੈਗਾ ਕਿ ਸਾਨੂੰ ਨਜ਼ਰ ਆ ਰਿਹਾ ਕਿ ਅਸੀਂ ਇਹ ਕਰ ਸਕਦੇ ਹਾਂ, ਤਾਂ ਹੀ ਅਸੀਂ ਇਸ ਗੱਲ ਦਾ ਦਾਅਵਾ ਕਰਦੇ ਹਾਂਗੇ, ਸਾਡੀ ਪਾਰਟੀ ਦਾਅਵਾ ਕਰਦੀ ਹੈ। ਸਾਡੇ ਵਾਅਦੇ ਜਿਹੜੇ ਹੈਗੇ ਆ ਕਦੇ ਝੂਠੇ ਸਾਬਤ ਨਹੀਂ ਹੋਏ, ਇਸ ਗੱਲ ਦਾ ਅਸੀਂ ਸਾਨੂੰ ਮਾਣ ਹੈ। ਠੀਕ ਹੈ, ਤੇ ਵਾਅਦੇ ਪਾਰਟੀਆਂ ਰਿਆਇਤਾਂ ਦਿੰਦੀਆਂ ਹੁੰਦੀਆਂ ਜਨਤਾ ਨੂੰ, ਅਸੀਂ ਸਾਰਿਆਂ ਨੂੰ ਬਰਾਬਰ ਦੇ ਰਹੇ ਹਾਂ, ਕਿਸੇ ਨਾਲ ਕਿਸੇ ਦਾ ਉਹ ਨਹੀਂ ਕਰ ਰਹੇ ਹਾਂ ਕਿ ਇਹਨੂੰ ਦਿੱਤਾ ਜਾਊਗਾ ਇਹਨੂੰ ਨਹੀਂ ਦਿੱਤਾ ਜਾਊਗਾ। ਇਹ ਕਾਂਗਰਸ ਦੇ ਉਹਨਾਂ ਵਾਅਦਿਆਂ ਵਾਂਗੂ ਨਹੀਂ, ਉਸ ਗੱਲ ਵਾਂਗੂ ਨਹੀਂ ਕਿ ਪਹਿਲਾਂ ਸਾਡੇ ਐਮਐਲਏ ਜਾਣਗੇ ਜੀ ਦਰਸ਼ਨ ਕਰਨ ਲਈ। ਦੱਸੋ ਗੁਰੂ ਘਰ ਦੇ ਵਿੱਚ ਵੀ ਯਾਰ ਫਰਕ ਹੈ। ਇੱਥੇ ਜਾਣ ਨੂੰ ਬੰਦਾ VIP ਬਣ ਕੇ ਜਾਊਗਾ ਕਿ ਹੀ ਇਜ਼ ਐਮਐਲਏ ਹੀ ਇਜ਼ ਮਿਨਿਸਟਰ। ਉੱਥੇ ਤਾਂ ਇੱਕ ਆਮ ਸਿੱਖ ਦੇ ਤੌਰ ਤੇ ਜਾਣਾ ਚਾਹੀਦਾ ਹੈ। ਮੈਂ ਤਾਂ ਚਾਹੁੰਦਾਗਾ ਸਗੋਂ ਇੱਕ ਗਰੀਬ ਸਿੱਖ ਨੂੰ ਪਹਿਲਾ ਮੌਕਾ ਦਿੱਤਾ ਜਾਣਾ ਚਾਹੀਦਾਗਾ, ਉਹਦੇ ਵਾਸਤੇ ਸਗੋਂ ਐਫਰਟਸ ਕਰਨੇ ਚਾਹੀਦੇ ਗੌਰਮੈਂਟ ਨੂੰ ਵੀ ਲੈ ਵੀ ਤੁਹਾਨੂੰ ਬੱਸਾਂ ਫ੍ਰੀ ਦਿੰਦੇ, ਤੁਸੀਂ ਜਾਓ ਦਰਸ਼ਨ ਕਰਕੇ ਆਓ। ਮੈਂ ਸੇਮ ਸਵਾਲ ਤੇ ਜਿਹੜੇ ਪਿਛਲੇ ਬੱਸਾਂ ਦੀ ਜਿਹੜੀ ਗੱਲ ਸੀਗੀ ਉਹਦੇ ਬਾਰੇ ਅਗਰ ਕੁਝ ਪੱਲਾ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ, ਪਰ ਫਿਲਹਾਲ ਜਿਹੜੀ ਮੈਂ ਗੱਲ ਕਰ ਰਿਹਾ ਕਿ ਰਿਆਇਤਾਂ ਦੀ ਰਾਜਨੀਤੀ ਦੇ ਦੋਸ਼ ਜਿਹੜੇ ਨੇ ਤੁਹਾਡੀ ਸਰਕਾਰ ਤੇ ਭਾਵੇਂ ਲੱਗ ਰਹੇ ਨੇ, ਪਰ ਸੇਮ ਚੀਜ਼ਾਂ ਤੇ ਬਾਕੀ ਨੇ ਵੀ ਕੀਤੀ ਜਾਵੇ, ਬਾਕੀ ਨੂੰ ਜਾਂ ਫਿਰ ਤਾਂ ਜ਼ਿਆਦਾ ਥੋੜੀ ਪ੍ਰੋਬਲਮ ਹੋ ਰਹੀ ਹੈ ਕਿ ਉਹਨਾਂ ਤੋਂ ਪਹਿਲਾਂ ਕਾਂਗਰਸ ਨੇ ਰਹਿੰਦੇ ਸਮੇਂ ਉਸ ਨੂੰ ਇੰਪਲੀਮੈਂਟ ਕਰਤਾ। ਤੁਹਾਡਾ ਕੀ ਜਵਾਬ ਹੈ ਇਹਦੇ ਤੇ ਪੱਲਾ ਸਾਹਿਬ? ਹੁਣ ਬਹੁਤ ਸਾਰੇ ਇਸ਼ੂਜ਼ ਨੇ ਪਿਛਲੇ 35 ਮਿੰਟ ਤੋਂ ਮੇਰੇ ਦੋਨਾਂ ਹੀ ਸਤਿਕਾਰਯੋਗ ਪੈਨਲਿਸਟ ਨੇ ਉਠਾਏ ਨੇ, ਪਰ ਉਹਨਾਂ ਦੇ ਵਿੱਚੋਂ ਮੇਰੇ ਕੋਲੋਂ ਇੱਕ ਗੱਲ ਦਾ ਜਵਾਬ ਮੰਗਿਆ ਜਾ ਰਿਹਾ। ਮੈਨੂੰ ਸਭ ਤੋਂ ਪਹਿਲਾਂ ਜਿਹੜੇ ਗਰੇਵਾਲ ਸਾਹਿਬ ਵੱਲੋਂ ਗੱਲ ਆਈ ਸੀਗੀ ਜਾਂ ਹੁਣ ਬਾਅਦ ਦੇ ਵਿੱਚ ਭੁੱਲਰ ਸਾਹਿਬ ਨੇ ਵੀ ਕੀਤੀ ਹੈ, ਸ਼ਾਇਦ ਭੁੱਲਰ ਸਾਹਿਬ ਇਸ ਗੱਲ ਨੂੰ ਭੁੱਲ ਗਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਹੋਇਆ ਕਿ ਕੱਲ ਨੂੰ ਉਹਨਾਂ ਦਾ ਜਥਾ ਜਾਏਗਾ, ਤੇ ਸ਼ਾਇਦ ਇਹ ਗਰੇਵਾਲ ਸਾਹਿਬ ਇਹ ਵੀ ਭੁੱਲ ਗਏ ਕਿ ਮਾਨਯੋਗ ਭਗਵੰਤ ਮਾਨ ਜੀ ਨੇ ਵੀ ਐਲਾਨ ਕੀਤਾ ਹੋਇਆ ਕਿ ਸਾਡੀ ਪਾਰਟੀ ਦਾ ਵੀ ਜਥਾ ਜਾਏਗਾ। ਇਸ ਕਰਕੇ ਪਹਿਲਾਂ ਕਿਹੜਾ ਜਥਾ ਜਾਏਗਾ, ਬਾਅਦ ਦੇ ਵਿੱਚ ਕਿਹੜਾ ਜਥਾ ਜਾਏਗਾ, ਕਿਸੇ ਨੇ ਇਹ ਨਹੀਂ ਕਿਹਾ। ਉਹਦੇ ਵਾਸਤੇ ਪਰਮਿਸ਼ਨਸ ਜਿਹੜੀਆਂ ਨੇ ਉਹ ਸੈਂਟਰ ਗਵਰਨਮੈਂਟ ਨੇ ਦੇਣੀਆਂ ਨੇ। ਅਪਲਾਈ ਕੌਣ ਕਰ ਰਿਹਾ ਤੇ ਉਹਦੇ ਵਾਸਤੇ ਉਹ ਜਾ ਕੌਣ ਰਿਹਾ? ਕੋਈ ਸਰਕਾਰ ਆਪਣਾ ਪ੍ਰਭਾਵ ਵਰਤ ਕੇ ਨਹੀਂ ਜਾ ਰਹੀ, ਕੋਈ ਸ਼੍ਰੋਮਣੀ ਕਮੇਟੀ ਨੇ ਆਪਣਾ ਪ੍ਰਭਾਵ ਵਰਤ ਕੇ ਨਹੀਂ ਜਾਣਾ। ਉਹ ਵਿਅਕਤੀਗਤ ਤੌਰ ਤੇ ਅਪਲਾਈ ਕਰ ਰਹੇ ਨੇ ਤੇ ਵਿਅਕਤੀਗਤ ਤੌਰ ਤੇ ਸਾਰੇ ਜਾ ਰਹੇ ਨੇ। ਇਸ ਕਰਕੇ ਸਾਰਿਆਂ ਨੂੰ ਅਪਲਾਈ ਕਰਨਾ ਚਾਹੀਦਾ, ਸਾਰਿਆਂ ਨੇ ਜਾਣਾ। ਮੁੱਦਾ ਧਾਰਮਿਕ ਹੈ, ਗੁਰੂ ਦੇ ਦਰਸ਼ਨਾਂ ਦੀ ਗੱਲ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਇਹਨੂੰ ਸਾਨੂੰ ਬਲੇਮ ਦੇ ਵਿੱਚ ਨਹੀਂ ਸੀ ਲੈਣਾ ਚਾਹੀਦਾ। ਇਹ ਬਲੇਮ ਗਰੇਵਾਲ ਸਾਹਿਬ ਤੋਂ ਸ਼ੁਰੂ ਹੋਇਆ ਤੇ ਲੱਗਦਿਆਂ ਭੁੱਲਰ ਸਾਹਿਬ ਵੀ ਇਸ ਗੱਲ ਨੂੰ ਭੁੱਲ ਗਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਰਸੋਂ ਨੂੰ ਜਥਾ ਲੈ ਕੇ ਜਾ ਰਹੀ ਹੈ। ਉਹ ਵੀ ਤਾਂ ਪ੍ਰਾਇਰਟੀ ਹੈ, ਫਿਰ ਉੱਥੇ ਵੀ ਆਮ ਸੰਗਤ ਨੂੰ ਜਾਣ ਦਿਓ, ਇਹ ਬਾਅਦ ਚ ਚਲੇ ਜਾਣਗੇ। ਇਸ ਕਰਕੇ ਇਸ ਗੱਲ ਨੂੰ ਲੈਣਾ ਨਹੀਂ ਸੀ ਚਾਹੀਦਾ। ਸੈਂਟਰ ਗਵਰਨਮੈਂਟ ਦਾ ਪ੍ਰੋਰੋਗੇਟਿਵ ਹੈ
ਕਿ ਉਹਨਾਂ ਨੇ ਕਿਹਨੂੰ ਪਰਮਿਸ਼ਨ ਦੇਣੀ ਹੈ, ਕਿਹਨੂੰ ਨਹੀਂ ਦੇਣੀ। ਅਪਲਾਈ ਸਾਰੇ ਕਰ ਰਹੇ ਨੇ। ਜੇ ਅੱਜ ਸਾਡੇ ਪਾਰਟੀ ਪ੍ਰੈਜ਼ੀਡੈਂਟ ਨੂੰ ਰਿਫਿਊਜ਼ ਕਰ ਦਿੱਤਾ ਗਿਆ ਕਿ ਉਹ ਅੱਜ ਕੈਬਨਿਟ ਦੇ ਨਾਲ ਨਹੀਂ ਜਾਏਗਾ, ਤੇ ਕੀ ਉਹ ਆਪਣੇ ਆਪ ਭੱਜ ਕੇ ਥੋੜੀ ਲੰਘ ਗਿਆ? ਉਹਨੇ ਐਡਮਿਟ ਕੀਤਾ ਇਸ ਗੱਲ ਨੂੰ ਕਿ ਠੀਕ ਹੈ ਮੈਨੂੰ ਨਹੀਂ ਮਿਲਿਆ ਜੀ, ਮੈਨੂੰ 20 ਦਾ ਮਿਲਿਆ, ਮੈਂ 20 ਨੂੰ ਚਲੇ ਜਾਵਾਂਗਾ। ਇਸੇ ਤਰ੍ਹਾਂ ਕੁਆਂਜੀ ਹੁਣੀ ਜਦੋਂ ਅਪਲਾਈ ਕਰਨਗੇ, ਆਪਣੀ ਪਾਰਟੀ ਦਾ ਡੈਲੀਗੇਸ਼ਨ ਲੈ ਕੇ ਜਾਣਾ, ਉਹਨਾਂ ਨੂੰ ਜਿੰਨਿਆਂ ਨੂੰ ਮਿਲੇਗਾ ਉਹ ਉਦੋਂ ਚਲੇ ਜਾਣਗੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਦੀ ਹੈ, ਉਹਨੇ ਵੀ ਆਪਣੀ ਆਬਜੈਕਟਿਵ ਤੇ ਆਪਣੇ ਮੈਂਬਰਸ ਲੈ ਕੇ ਜਾਣਾ, ਜਦੋਂ ਉਹਨਾਂ ਨੂੰ ਮਿਲੇਗਾ ਉਦੋਂ ਉਹ ਚਲੇ ਜਾਣਗੇ। ਇਸ ਤੋਂ ਅੱਗੇ ਗੱਲ ਆਈ ਸੀਗੀ ਟਰਾਂਸਪੋਰਟ ਦੇ ਇਸ਼ੂ ਦੀ, ਕਿ ਟਰਾਂਸਪੋਰਟ ਦੇ ਇਸ਼ੂ ਦੇ ਉੱਤੇ ਜਿਹੜੀ ਆ ਉਹ ਰਾਜਾ ਵੜਿੰਗ ਤੇ ਗੱਲ ਕੀਤੀ ਜਾ ਰਹੀ ਹੈ ਕਿ ਰਾਜਾ ਵੜਿੰਗ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਬੈਲੈਂਸ ਨਹੀਂ। ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਦੋਨਾਂ ਹੀ ਪੈਨਲਿਸਟ ਨੇ, ਤੇ ਦੋਨਾਂ ਪੈਨਲਿਸਟਾਂ ਤੋਂ ਵੱਧ ਤੁਸੀਂ ਵੀ ਇਹ ਗੱਲ ਮੰਨੀ ਹੈ ਕਿ ਕਾਰਵਾਈ ਹੋਈ ਤਾਂ ਹੈ। ਬਿਲਕੁਲ। ਜੇ ਪਿਛਲੇ 15 ਸਾਲ ਵਿੱਚ ਹੀ 4.5 ਸਾਲ ਕੈਪਟਨ ਸਾਹਿਬ ਵਾਲੇ ਵੀ, ਤੇ ਵਿੱਚ ਹੀ 10 ਸਾਲ ਪਹਿਲੇ ਵੀ, ਜੇ 14.5 ਸਾਲ ਟਰਾਂਸਪੋਰਟਾਂ ਤੇ ਕੋਈ ਕਾਰਵਾਈ ਨਹੀਂ ਸੀ ਹੋਈ, ਤਾਂ ਇਹਨਾਂ 3 ਮਹੀਨਿਆਂ ਦੇ ਵਿੱਚ ਕਾਰਵਾਈ ਹੋਈ ਤਾਂ ਹੈ। ਪਰ ਉਸ ਕਾਰਵਾਈ ਦੇ ਵਿੱਚ ਗੱਲ ਹੁਣ ਇਹ ਆ ਗਈ ਕਿ ਉਹ ਕਾਰਵਾਈ ਬੈਲੈਂਸ ਨਹੀਂ ਹੈ। ਬੈਲੈਂਸ ਅੱਖ ਨਾਲ ਵੇਖਿਆ ਜਾਵੇ ਤਾਂ ਉਹ ਕਾਰਵਾਈ ਬੈਲੈਂਸ ਹੈ। ਮੈਂ ਅੰਮ੍ਰਿਤਸਰ ਬੈਠਾ ਇਸ ਗੱਲ ਦਾ ਗਵਾਹ। ਪਿਆਰ ਟਰਾਂਸਪੋਰਟ ਦੀਆਂ ਬੱਸਾਂ ਵੀ ਬੰਦ ਨੇ, ਪੈਨਲ ਕੀਤੀਆਂ ਗਈਆਂ ਨੇ, ਕਰਤਾਰ ਦੀਆਂ ਵੀ ਕੀਤੀਆਂ ਗਈਆਂ ਨੇ, ਗ੍ਰੀਨ ਦੀਆਂ ਵੀ 2 ਇੱਥੇ ਖੜੀਆਂ ਨੇ। ਮੈਂ ਉਹਨਾਂ ਨੂੰ ਕਿਉਂ ਕਹਾਂ ਕਿ ਫਲਾਣੇ ਐਮਐਲਏ ਦੀ ਸੀਗੀ ਤੇ ਉਹਦੀ ਸੀ? ਜਿਹੜਾ ਟੈਕਸ ਡਿਫਾਲਟਰ ਹੈ ਉਹਨੂੰ ਬੰਦ ਕੀਤਾ ਜਾ ਰਿਹਾ। ਟਰਾਂਸਪੋਰਟ ਤੇ ਸਾਡੇ ਰਾਜਾ ਵੜਿੰਗ ਜੀ ਤੇ ਆਬਜੈਕਸ਼ਨ ਕਰਨ ਤੋਂ ਪਹਿਲਾਂ ਰਾਜਾ ਵੜਿੰਗ ਜੀ ਨੇ ਇੱਕ ਚਿੱਠੀ ਲਿਖੀ ਸੀ ਮਾਨਯੋਗ ਕੇਜਰੀਵਾਲ ਜੀ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਪੰਜਾਬ ਰੋਡਵੇਜ਼ ਤੇ ਪੈਪਸੂ ਦੀਆਂ ਬੱਸਾਂ ਨੂੰ ਵੀ ਦਿੱਲੀ ਏਅਰਪੋਰਟ ਤੇ ਜਾਣ ਦੀ ਪਰਮਿਸ਼ਨ ਦੇ ਦਿਓ, ਮੈਂ ਇਹਦੇ ਲਈ ਗੱਲ ਕਰਨੀ ਆ, ਮੈਨੂੰ ਟਾਈਮ ਦੇ ਦਿਓ। ਮੈਨੂੰ ਗਰੇਵਾਲ ਦੱਸਣ ਕਿੰਨੇ ਕੁ ਵੱਡੀ ਮਸਰੂਫੀਅਤ ਹੈ ਜਿਹਦੇ ਵਿੱਚੋਂ ਇੱਕ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੂੰ 2 ਮਿੰਟ ਗੱਲ ਕਰਨ ਵਾਸਤੇ ਟਾਈਮ ਨਹੀਂ ਦਿੱਤਾ ਜਾਂਦਾ। ਕੀ ਇਹਦੇ ਬਾਰੇ ਕੀ ਕਲੈਰਿਟੀ? ਜੀ ਗਰੇਵਾਲ ਸਾਹਿਬ। ਦੇਖੋ ਜੀ, ਮੈਂ 2 ਗੱਲਾਂ। ਪਹਿਲੀ ਗੱਲ ਤਾਂ ਜਦੋਂ ਵੜਿੰਗ ਸਾਹਿਬ ਨੇ ਚਿੱਠੀ ਲਿਖੀ ਸੀ, ਉਹ ਕੇਜਰੀਵਾਲ ਸਾਹਿਬ ਦੇ 1 ਦਿਨ ਆਉਣ ਤੋਂ ਪਹਿਲਾਂ ਲਿਖੀ ਸੀ। ਇਹਨੂੰ ਚਿੱਠੀ ਨਾ ਮੀਡੀਆ ਨੂੰ ਦਿੱਤੀ ਸੀ। ਜਿਹੜੀ ਅਪਾਇੰਟਮੈਂਟ ਲੈਣੀ ਹੁੰਦੀ ਹੈ, ਤੁਸੀਂ ਸਿਆਣੇ ਹੋ, ਉਹ ਤਰੀਕਾ ਹੋਰ ਹੁੰਦਾ। ਉਹ ਮੀਡੀਆ ਚਿੱਠੀ ਪਾ ਕੇ ਅਪਾਇੰਟਮੈਂਟ ਹੀ ਲਈ ਜਾਂਦੀ। ਪਹਿਲੀ ਗੱਲ। ਦੂਜੀ ਗੱਲ, ਗਵਰਨਮੈਂਟ ਦੀ ਡੀਓ ਲਾ ਕੇ ਚਿੱਠੀ ਗਵਰਨਮੈਂਟ ਨੂੰ ਗਈ ਹੈ। ਗਵਰਨਮੈਂਟ ਦੀ ਡੀਓ ਲਾ ਕੇ ਗਵਰਨਮੈਂਟ ਨੂੰ ਚਿੱਠੀ ਗਈ ਹੈ, ਉਹਦੇ ਬਾਅਦ ਪ੍ਰੈਸ ਨੂੰ ਰਿਲੀਜ਼ ਕੀਤੀ ਗਈ ਹੈ। ਸਰ ਜੀ, ਅੱਜ ਕੇਜਰੀਵਾਲ ਸਾਹਿਬ ਨੇ ਪੰਜਾਬ ਆਣਾ, ਕੱਲ ਚਿੱਠੀ ਪਾ ਕੇ ਡੀਓ ਲਾ ਕੇ ਪ੍ਰੈਸ ਨੂੰ ਰਿਲੀਜ਼ ਕਰਤੀ। ਇਹ ਕੋਈ ਤਰੀਕਾ ਨਹੀਂ ਹੁੰਦਾ ਸਤਾਰ ਸਾਹਿਬ। ਉਹਦੇ ਬਾਅਦ ਵੀ 1 ਹਫ਼ਤਾ ਲੰਘ ਗਿਆ ਜੀ। ਉਹਦੇ ਬਾਅਦ ਵੀ 1 ਹਫ਼ਤਾ ਲੰਘ ਗਿਆ। ਹੁਣ ਜਵਾਬ ਤਾਂ ਲੈ ਲਓ। ਗੱਲ ਇਹ ਹੈ ਕਿ ਇਹ ਕਹਿੰਦੇ ਨੇ ਕਿ ਕਾਰਵਾਈ ਹੋਈ ਹੈ। ਅਸੀਂ ਤਾਂ ਇਹ ਪੁੱਛਦੇ ਹਾਂ ਕਿ 20/12/2012 ਦਾ ਜਿਹੜਾ ਮਾਨਯੋਗ ਹਾਈ ਕੋਰਟ ਦਾ ਤੇ ਸੁਪਰੀਮ ਕੋਰਟ ਦਾ ਉਦੋਂ ਬਾਅਦ ਦਾ ਆਰਡਰ ਹੈ ਕਿ ਪੰਜਾਬ 'ਚ ਰੀਪਰਮਿਟਿੰਗ ਕੀਤੀ ਜਾਵੇ, ਸਾਰੇ ਪਰਮਿਟ ਗਲਤ ਦਿੱਤੇ ਗਏ ਨੇ, ਉਹ ਕਿਉਂ ਨਹੀਂ ਕੀਤਾ ਜਾ ਰਿਹਾ? ਅਸੀਂ ਇਹ ਪੁੱਛਦੇ ਹਾਂ ਕਿ ਜਲੰਧਰ ਤੋਂ ਅੰਮ੍ਰਿਤਸਰ ਜਿਹੜਾ ਮੋਨੋਪੋਲੀ ਰੂਟ ਹੈ, ਜਿੱਥੇ ਪ੍ਰਾਈਵੇਟ ਬੱਸਾਂ ਚੱਲ ਹੀ ਨਹੀਂ ਸਕਦੀਆਂ, ਉੱਥੇ ਪ੍ਰਾਈਵੇਟ ਬੱਸਾਂ ਕਿਉਂ ਭੱਜੀਆਂ ਫਿਰਦੀਆਂ ਨੇ? ਅਸੀਂ ਇਹ ਪੁੱਛਦੇ ਹਾਂ ਕਿ ਤੁਸੀਂ ਵੀਡੀਓ ਪਾ ਦਿੰਦੇ ਹੋ ਕਿ ਅਸੀਂ ਇੰਨੀ ਬੱਸ 2 ਇਹਦੀ 2 ਫਲਾਣੇ ਦੀ 2 ਧਮਕਾਣੇ ਦੀ ਅਸੀਂ ਬੰਦ ਕਰਤੀ ਹੈ। ਤੁਸੀਂ ਇਹ ਗੱਲ ਸਮਝਾਓ ਕਿ ਜਿਹੜੇ ਬਾਰ-ਬਾਰ 25 ਕਿਲੋਮੀਟਰ ਦੀਆਂ ਐਕਸਟੈਂਸ਼ਨਾਂ ਦਿੱਤੀਆਂ ਗਈਆਂ ਸੀ, ਇੱਕ 50 ਕਿਲੋਮੀਟਰ ਦੇ ਰੂਟ ਨੂੰ ਖਿੱਚ ਕੇ 500 ਕਿਲੋਮੀਟਰ ਕੀਤਾ ਗਿਆ ਸੀਗਾ, ਉਹ ਐਕਸਟੈਂਸ਼ਨਾਂ ਕਿਉਂ ਨਹੀਂ ਖਾਰਜ ਕੀਤੀਆਂ ਗਈਆਂ? ਗਰੇਵਾਲ ਸਾਹਿਬ ਕਿਰਪਾ ਕਰਕੇ ਇਹ ਵੀ ਦੱਸਿਓ ਕਿਹਨੇ ਦਿੱਤੀਆਂ ਸੀ। ਗਰੇਵਾਲ ਸਾਹਿਬ ਇਹ ਵੀ ਜ਼ਰੂਰ ਮੈਂਸ਼ਨ ਕਰਿਓ ਕਿਹਨੇ ਦਿੱਤੀਆਂ ਸੀ। ਸਰ ਬਿਲਕੁਲ ਸਰਕਾਰਾਂ ਨੇ ਦਿੱਤੀਆਂ ਨੇ। ਪਹਿਲਾਂ ਅਕਾਲੀ ਸਰਕਾਰਾਂ 2 ਚੱਲ ਗਈਆਂ ਉਸ ਸਮੇਂ 'ਚ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਕਿਹਨੇ ਦਿੱਤੀਆਂ ਸੀ? ਪਹਿਲਾਂ ਅਕਾਲੀ ਸਰਕਾਰ ਨੇ, ਫਿਰ ਕਾਂਗਰਸ ਸਰਕਾਰ ਨੇ ਐਕਸਟੈਂਸ਼ਨਾਂ ਦਿੱਤੀਆਂ। ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਉਹਦੇ ਵਿੱਚ ਕਿਤੇ ਰਾਜਾ ਵੜਿੰਗ ਜਾਂ ਚੰਨੀ ਦਾ, ਉਹ ਸਰ ਰਾਜਾ ਚੰਨੀ ਪਹਿਲਾਂ ਮੰਤਰੀ ਨਹੀਂ ਸੀ। ਕੈਬਨਿਟ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਨਹੀਂ ਹੁੰਦੀ। ਤੁਸੀਂ ਤਾਂ ਇਹ ਕਹਿੰਦੇ ਹੋ ਕਿ ਕੈਬਨਿਟ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੁੰਦੀ ਨਹੀਂ, ਕੱਲੇ ਚੀਫ ਮਿਨਿਸਟਰ ਦਾ। ਅੱਜ ਜੇ ਚੰਨੀ ਜੀ ਕੋਈ ਫੈਸਲਾ ਲੈਂਦੇ ਆ ਨਾ, ਕੈਬਨਿਟ ਦਾ ਫੈਸਲਾ ਹੁੰਦਾ। ਕੀ ਜਿਹੜਾ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਸੀ ਕਿ ਉਹ ਕੈਬਨਿਟ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਕਰਕੇ ਮੰਗੀ ਸੀ, ਉਹ ਕੈਬਨਿਟ 'ਚ ਪਾਸ ਹੋਇਆ ਸੀ। ਸਰਦਾਰ ਸਾਹਿਬ, ਉਹ ਸਰਕਾਰੀ ਮਾਮਲਾ ਨਹੀਂ ਸੀ, ਪਹਿਲੀ ਗੱਲ। ਦੂਜੀ ਗੱਲ, ਕੇਜਰੀਵਾਲ ਸਾਹਿਬ ਨੇ ਕੀ ਸਮਝਿਆ ਉਹਨਾਂ ਦਾ ਜਵਾਬ ਵੀ ਲੈ ਲਓ। ਅਸੀਂ ਮਜੀਠੀਆ ਦਾ ਇਲਜ਼ਾਮ ਲਾਇਆ, ਸਰਕਾਰ ਕਹਿੰਦੀ ਸੀ ਅਸੀਂ ਅੰਦਰ ਦੇਵਾਂਗੇ। ਜਦੋਂ ਸਾਨੂੰ ਇਹ ਸਮਝ ਆਇਆ ਕਿ ਸਰਕਾਰ ਦੀ ਮਨਸ਼ਾ ਹੀ ਨਹੀਂ, ਇਹ ਤਾਂ ਸਾਰੇ ਰਲੇ ਹੋਏ ਆ, ਅਸੀਂ ਕਿਹਾ ਅਸੀਂ ਕੋਈ ਟਾਈਮ ਖਰਾਬ ਕਰੀਏ ਭਾਈ। ਸਰਕਾਰ ਅਜੇ ਵੀ ਅਦਾਲਤ ਦੇ ਵਿੱਚ ਹੈ। ਸਰਕਾਰ ਅਜੇ ਵੀ ਅਦਾਲਤ ਦੇ ਵਿੱਚ ਹੈ। ਸਰਕਾਰ ਅੱਜ ਵੀ ਕਹਿੰਦੀ ਹੈ ਕਿ ਐਕਸ਼ਨ ਲਿਆ ਜਾਣਾ ਹੈ। ਕਿਸੇ ਬੰਦੇ ਨੂੰ ਸੜਕ ਤੋਂ ਫੜ ਕੇ ਅੰਦਰ ਨਹੀਂ ਦੇ ਦਿੱਤਾ ਜਾਣਾ। ਆਫਟਰ ਆਲ ਹਿੰਦੁਸਤਾਨ ਦਾ ਕੋਈ ਸੰਵਿਧਾਨ ਹੈ,
ਉਹ ਸੰਵਿਧਾਨ ਦੇ ਮੁਤਾਬਕ ਕਾਰਵਾਈ ਹੋਣੀ ਹੈ ਜਿਹੜੀ ਵੀ ਹੋਣੀ ਹੈ। ਜਵਾਬ ਲੈ ਲਓ, ਤੁਹਾਨੂੰ ਜਿਹੜਾ ਇੱਕ ਕਰਕੇ ਬੋਲੋ, ਥੋੜਾ ਕਲੀਅਰ ਹੋ ਜਾਊਗਾ। ਆ ਵੀ ਜਵਾਬ ਦੇ ਲਓ। ਇਹਨਾਂ ਦੇ ਐਡਵੋਕੇਟ ਜਨਰਲ ਸਾਹਿਬ ਨੂੰ ਜਦੋਂ ਹਾਈ ਕੋਰਟ, ਮਾਨਯੋਗ ਹਾਈ ਕੋਰਟ ਨੇ ਪੁੱਛਿਆ ਕਿ ਜਿਹੜੀ ਡਰੱਗਸ ਦੀ ਰਿਪੋਰਟ ਹੈ ਇਹਨੂੰ ਤੁਸੀਂ ਨਸ਼ਰ ਕਿਉਂ ਨਹੀਂ ਕਰ ਰਹੇ, ਉਹ ਕਹਿੰਦੇ ਸਰ ਤੁਹਾਡੀ ਮਰਜ਼ੀ, ਕਹਿੰਦੇ ਇਸ ਤੇ ਰੋਕਿਆ ਨਹੀਂ, ਅਕਿਊਜ਼ਡ ਨੇ ਡਰੱਗ ਕੇਸ 'ਚ, ਉਹਨਾਂ ਨੂੰ ਤੁਸੀਂ ਕਿਉਂ ਨਹੀਂ ਫੜ ਰਹੇ। ਇਹਨਾਂ ਦੇ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਆ ਅਸੀਂ ਤੁਹਾਡੀ ਪਰਮਿਸ਼ਨ ਮੰਗਦੇ ਹਾਂ, ਕਹਿੰਦੇ ਤੁਹਾਨੂੰ ਸਾਡੀ ਪਰਮਿਸ਼ਨ ਦੀ ਕੀ ਲੋੜ ਹੈ, ਕਿਸੇ ਬੰਦੇ ਨੂੰ ਜਿਹੜਾ ਡਰੱਗ ਅਕਿਊਜ਼ਡ ਹੈ ਜਾਂ ਤੋਂ ਪੁੱਛਗਿੱਛ ਕਰਨ ਨੂੰ ਸਾਡੀ ਪਰਮਿਸ਼ਨ ਦੀ ਕੀ ਲੋੜ ਹੈ। 45 ਦਿਨ ਹੋ ਗਏ, ਹਰ 5ਵੇਂ ਦਿਨ ਸਿੱਧੂ ਸਾਹਿਬ ਦਾ ਟਵੀਟ ਆ ਜਾਂਦਾ, ਅੱਜ ਰਿਪੋਰਟ ਆ ਜੂਗੀ, ਅੱਜ ਰਿਪੋਰਟ ਆ ਜੂਗੀ, 8-9 ਦਾ ਟਵੀਟ ਆ ਗਏ, ਰਿਪੋਰਟ ਤੋਂ ਕਿਤੇ ਹਵਾ ਨਹੀਂ ਲੱਗੀ। ਹੁਣ ਗੱਲਾਂ ਅੱਜ ਅਦਾਲਤ ਦੇ ਵਿੱਚ ਤਰੀਕ ਸੀ ਉਹਦੀ 18 ਤਰੀਕ ਸੀ ਉਹਦੀ। ਫਿਰ ਮੇਰੀ ਗੱਲ ਸੁਣੋ, ਤੁਹਾਨੂੰ ਕਿਹਨੇ ਰੋਕਿਆ ਰਿਪੋਰਟ ਖੁੱਲੀ ਕਰਨਾ? ਮੈਂ ਕਹਿੰਦਾ ਜੀ ਐਕਸ਼ਨ ਗਵਰਨਮੈਂਟ ਨੇ ਲੈਣਾ, ਪਰ ਸੀਲਡ ਰਿਪੋਰਟ ਤਾਂ ਕੋਰਟ ਨੇ ਖੋਲਣੀ ਹੈ, ਸੀਲਡ ਰਿਪੋਰਟ ਕੋਰਟ ਨੇ ਓਪਨ ਕਰਨੀ ਹੈ। ਮੇਰੀ ਗੱਲ ਸੁਣੋ ਜੀ, ਰਿਪੋਰਟ ਸਰਕਾਰ ਨੇ ਦਿੱਤੀ ਹੈ, ਕੋਰਟ ਨੇ ਰੋਕਿਆ ਨਹੀਂ ਹੈ। ਫੀਲਡ ਰਿਪੋਰਟ ਗਵਰਨਮੈਂਟ ਨੇ ਸਰਕਾਰ ਨੇ ਨਹੀਂ ਦਿੱਤੀ ਜੀ, ਇਨਵੈਸਟੀਗੇਟਿੰਗ ਏਜੰਸੀਆਂ ਨੇ ਦਿੱਤੀ ਹੈ। ਸਰਕਾਰ ਦੀਆਂ ਹੀ ਨੇ, ਹੋਰ ਕਿਹਦੀਆਂ ਨੇ? ਇਨਵੈਸਟੀਗੇਟਿੰਗ ਸਰਕਾਰ ਦੀਆਂ ਨਹੀਂ, ਕੋਰਟ ਨੇ ਬਣਾਈਆਂ ਸੀ ਸਰ, ਕੋਰਟ ਨੇ ਬਣਾਈ ਸੀ। ਨਾ ਪੰਜਾਬ ਚੱਟੋਪਾਧਿਆਏ ਜੀ ਦੀ ਕਮੇਟੀ ਕੋਰਟ ਨੇ ਬਣਾਈ ਸੀ। ਚੱਟੋਪਾਧਿਆਏ ਜੀ ਕਮੇਟੀ ਦੀ ਗੱਲ ਨਹੀਂ ਕਰ ਰਿਹਾ, ਜਿਹੜੀ ਸੀਲਡ ਰਿਪੋਰਟ ਹੈ ਉਹ ਜਿਹੜੀ ਤੁਹਾਨੂੰ ਚੰਗੀ ਲੱਗਦੀ ਕੱਲੀ ਉਸ ਕਮੇਟੀ ਦੀ ਗੱਲ ਨਾ ਕਰੋ, ਸਾਰੀਆਂ ਦੀ ਕਰੋ। ਐਸਟੀਐਫ ਸਿੱਧੂ ਸਾਹਿਬ ਦੀ, ਐਸਟੀਐਫ ਮਹਾਰਾਜ ਸਾਹਿਬ ਨੇ ਬਣਾਈ ਸੀ, ਉਸ ਐਸਟੀਐਫ ਦੀ ਰਿਪੋਰਟ ਦੀ ਗੱਲ ਹੋ ਰਹੀ ਹੈ। ਉਹ ਸਰਕਾਰ ਨੇ ਸੀਲ ਕਰਕੇ ਦਿੱਤੀ ਹੈ, ਉਹਦੇ ਤੇ ਕਿਸੇ ਤਰੀਕੇ ਦੀ ਕੋਈ ਪਾਬੰਦੀ ਨਹੀਂ ਸਰ, ਹਾਈ ਕੋਰਟ 'ਚ ਕਿਸੇ ਤਰੀਕੇ ਦੀ ਕੋਈ ਪਾਬੰਦੀ ਨਹੀਂ। ਤੇ ਫਿਰ ਥੋੜੇ ਅੱਛਾ, ਉਹ ਰਿਪੋਰਟ ਲੀਕ ਹੋ ਕੇ ਸਿੱਧੂ ਸਾਹਿਬ ਕੋਲ ਕਿਵੇਂ ਪਹੁੰਚ ਗਈ? ਸਿੱਧੂ ਸਾਹਿਬ ਨੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਉਦੋਂ ਤਾਂ ਸਿੱਧੂ ਸਾਹਿਬ ਰਿਪੋਰਟ ਲੋਕਾਂ ਨੂੰ ਦਿਖਾਉਂਦੇ ਫਿਰਦੇ ਸੀਗੇ। ਹੁਣ ਜਦੋਂ ਸਿੱਧੂ ਸਾਹਿਬ ਆਪ ਪ੍ਰਧਾਨ ਬਣ ਕੇ, ਚੰਨੀ ਜੀ ਮੁੱਖ ਮੰਤਰੀ ਨੇ, ਹੁਣ ਸਿੱਧੂ ਸਾਹਿਬ ਬਿਲਕੁਲ ਚੁੱਪ ਕਰ ਗਏ ਨੇ। ਉਹ ਦਿਖਾਉਂਦੇ ਕਿਉਂ ਨਹੀਂ ਪਏ ਜੀ? ਲੋਕਾਂ ਨੂੰ ਦਿਖਾਓ। ਤੁਹਾਡੇ ਕੋਲ ਉਹਦੀ ਕਾਪੀ ਹੈਗੀ, ਤੁਸੀਂ ਪਬਲਿਕ ਕਰ ਦਿਓ। ਉਹ ਸਰ ਤੁਹਾਡੇ ਸਿੱਧੂ ਸਾਹਿਬ ਨੇ ਪਬਲਿਕ ਕੀਤੀ, ਸਰਦਾਰ ਸਾਹਿਬ ਤੁਹਾਡੇ ਸਿੱਧੂ ਸਾਹਿਬ ਨੇ ਪਬਲਿਕ ਕੀਤੀ ਹੈ, ਮੈਨੂੰ ਕਰਨ ਦੀ ਲੋੜ ਹੀ ਨਹੀਂ। ਦੂਜੀ ਗੱਲ ਰਹੀ, ਜੇ ਤੁਹਾਨੂੰ ਕਿਸੇ ਬੰਦੇ ਦੇ ਸ਼ੱਕ ਹੈ, ਇਨਵੈਸਟੀਗੇਸ਼ਨ ਕਰਨ ਨੂੰ ਤੁਹਾਨੂੰ ਕਿਹਨੇ ਰੋਕਿਆ? ਹਾਈ ਕੋਰਟ ਦੀ ਪਰਮਿਸ਼ਨ ਕਦ ਤੋਂ ਲੈਣ ਲੱਗੇ ਜੀ ਲੋਕਾਂ ਨੂੰ ਅਰੈਸਟ ਕਰਨ ਤੋਂ ਪਹਿਲਾਂ? ਇਹ ਸਭ ਬਹਾਨੇਬਾਜ਼ੀਆਂ ਨੇ ਜੀ, ਇਹ ਬਹਾਨੇਬਾਜ਼ੀਆਂ ਨੇ। ਕੋਰਟ ਦੀ ਇਨਵੈਸਟੀਗੇਸ਼ਨਸ ਕੰਪਲੀਟ ਹੋ ਚੁੱਕੀਆਂ ਨੇ, ਇਨਵੈਸਟੀਗੇਸ਼ਨਸ ਹਾਈ ਕੋਰਟ ਦੇ ਵਿੱਚ ਪਈਆਂ ਨੇ, ਹਾਈ ਕੋਰਟ ਨੇ ਉਹਨਾਂ ਨੂੰ ਓਪਨ ਕਰਨਾ, ਪਬਲਿਕ ਹੋਣੀਆਂ ਨੇ, ਉਹਦੇ ਬਾਅਦ ਐਕਸ਼ਨ ਲਿਆ ਜਾਣਾ। ਸਰਦਾਰ ਸਾਹਿਬ ਹਾਈ ਕੋਰਟ ਨੇ ਬੰਦੇ ਫੜਨ ਤੇ ਰੋਕ ਲਈ, ਮਾਨਯੋਗ ਹਾਈ ਕੋਰਟ ਦੀ ਸਟੇਟਮੈਂਟ ਹੈ। ਤੁਹਾਡੇ ਜਿਹੜੇ ਪੂਰਵ ਏਜੀ ਸੀਗੇ ਦਿਓਲ ਸਾਹਿਬ, ਉਹਨਾਂ ਨੇ ਹਾਈ ਕੋਰਟ ਕਿਹਨੂੰ ਫੜ ਲਵੇ, ਹਾਈ ਕੋਰਟ ਕਿਹਨੂੰ ਫੜ ਲਵੇ? ਰਿਪੋਰਟ ਖੁੱਲੇਗੀ ਤਾਂ ਪਤਾ ਲੱਗੇਗਾ ਕਿਹਨੂੰ ਫੜਨਾ। ਤੁਸੀਂ ਗੱਲ ਨਹੀਂ ਸੁਣ ਰਹੇ। ਇਨਵੈਸਟੀਗੇਸ਼ਨ ਨੇ ਇਨਵੈਸਟੀਗੇਸ਼ਨ ਕੀਤੀ, ਕੁਝ ਲੋਕਾਂ ਤੇ ਬਲੇਮ ਲਾਇਆ, ਰਿਪੋਰਟ ਬਣਾਤੀ। ਜਦੋਂ ਤੁਹਾਡੇ ਦਿਓਲ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੀ ਪਰਮਿਸ਼ਨ ਚਾਹੁੰਦੇ ਸੀ ਅਰੈਸਟ ਤੋਂ ਪਹਿਲਾਂ, ਹਾਈ ਕੋਰਟ ਕਹਿੰਦਾ ਤੁਹਾਨੂੰ ਸਾਡੀ ਪਰਮਿਸ਼ਨ ਦੀ ਲੋੜ ਹੀ ਨਹੀਂ, ਤੁਸੀਂ ਸਿੱਧੇ ਬੰਦੇ ਅਰੈਸਟ ਕਰੋ। ਅਰੈਸਟ ਕਿਉਂ ਨਹੀਂ ਕਰ ਰਹੇ ਸਰ? ਇਹ ਤਾਂ ਦੱਸ ਦਿਓ ਮਾੜਾ ਜਿਹਾ। ਹੁਣ ਤੀ ਅਰੈਸਟ ਕਿਉਂ ਨਹੀਂ ਹੋਇਆ ਕੋਈ ਵੀ ਵੱਡਾ ਬੰਦਾ? ਜਿਹੜੇ ਬੰਦੇ ਕਹਿੰਦੇ ਆ ਅਸੀਂ ਉਹਨਾਂ ਦੀ ਗੱਡੀਆਂ 'ਚ ਫਿਰੇ, ਜਿਹੜੇ ਬੰਦੇ ਨਾਮ ਲੈਂਦੇ ਆ, ਉਹਨਾਂ ਦੇ ਆਧਾਰ ਤੇ ਤੁਸੀਂ ਕੁਐਸਚਨ ਤਾਂ ਕਰ ਲਓ। ਅਰੈਸਟ ਤਾਂ ਦੂਰ ਦੀ ਗੱਲ ਹੈ, ਤੁਸੀਂ ਕੁਐਸਚਨ ਤਾਂ ਕਰ ਲਓ ਇੱਕ ਵਾਰੀ। ਉਹ ਕੁਐਸਚਨ ਵੀ ਨਹੀਂ ਕਰਨ ਦਾ। ਹੁਣ ਤੁਸੀਂ ਕਹਿੰਦੇ ਹੋ ਕਿ ਭੁਗਤਿਆ ਨਹੀਂ, ਹੁਣ ਤੁਸੀਂ ਕਹਿੰਦੇ ਹੋ ਇੰਨੀ ਗੱਲ ਤਾਂ ਕਲੀਅਰ ਕਿ ਦੇਖੋ ਜੋ ਲੀਗਲ ਗੱਲਾਂ ਨੇ, ਚਲੋ ਉਹਨੂੰ ਟਾਈਮ ਲੱਗਦਾ ਹੈ, ਪਰ ਉਹ ਵੀ ਮੇਰਾ ਖਿਆਲ ਖੋਸਾ ਸਾਹਿਬ, ਮੇਰਾ ਖਿਆਲ ਮੈਂ ਇਹਦੇ ਬਾਰੇ ਕਲੀਅਰ ਕਰ ਲਵਾਂ। ਚੱਟੋਪਾਧਿਆਏ ਸਾਹਿਬ ਦੀ ਜਿਹੜੀ ਇਨਵੈਸਟੀਗੇਸ਼ਨ ਟੀਮ ਸੀਗੀ, ਉਹ ਕੋਰਟ ਨੇ ਬਣਾਈ ਸੀ। ਜਿਹੜੀ ਸਿੱਧੂ ਸਾਹਿਬ ਦੀ ਸੀਗੀ, ਉਹ ਗਵਰਨਮੈਂਟ ਨੇ ਬਣਾਈ ਸੀ। ਲੇਕਿਨ ਸਿੱਧੂ ਸਾਹਿਬ ਵਾਲੀ ਦੀ ਰਿਪੋਰਟ ਵੀ, ਕਿਉਂਕਿ ਦੋਨਾਂ ਦੀਆਂ ਇੱਕੋ ਇਸ਼ੂ ਤੇ ਸੀਗੀਆਂ, ਉਹ ਕੋਰਟ ਦੇ ਵਿੱਚ ਸੀਗੀਆਂ ਕਿ ਕੋਰਟ ਨੇ ਓਪਨ ਕਰਨੀਆਂ ਨੇ। ਕੋਰਟ ਨੇ ਓਪਨ ਕਰਨ ਤੋਂ ਬਾਅਦ ਡਾਇਰੈਕਸ਼ਨ ਦੇਣੀ ਹੈ ਉਹਨਾਂ ਤੇ ਐਕਸ਼ਨ ਲੈਣ ਦੀ, ਤੇ ਫਿਰ ਐਕਸ਼ਨ ਲਿਆ ਜਾਣਾ। ਪਰ ਉਹ ਅੱਜ ਵੀ ਤਰੀਕ ਸੀ ਕਿ ਅੱਜ ਤੱਕ ਤਰੀਕਾ ਨਹੀਂ। ਕਿਹੜਾ ਕਾਨੂੰਨ ਕਹਿੰਦਾ ਹੈ? ਤੁਹਾਡੀ ਗੱਲ ਨਾਲ ਸਹਿਮਤ ਆ, ਤੁਹਾਡੀ ਗੱਲ ਨਾਲ ਸਹਿਮਤ ਬੱਲਸੋ ਸਾਹਿਬ। ਮੇਰਾ ਖਿਆਲ ਹੈ ਜੀ ਕਿ ਇਸ ਡਿਬੇਟ ਤੇ ਇੰਨਾ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਉਹਦੇ ਫਿਰ ਬਣ ਜਾਣਾ ਚਾਹੀਦਾ। ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਬੱਲਸੋ ਸਾਹਿਬ, ਉਧਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ। ਕਰੀਏ ਅਕਾਲੀ ਦਲ ਨੂੰ ਬਦਨਾਮ ਕਰੀਏ, ਇੱਕ ਮਾਫੀ ਮੰਗ ਗਿਆ, ਦੂਜੇ ਨੇ 4 ਮਹੀਨੇ ਬਾਅਦ ਮੰਗ ਲੈਣੀ ਹੈ, ਇਸ ਗੱਲ ਦੀ ਗਾਰੰਟੀ ਹੈ। ਓਕੇ ਜੀ, ਹੁਣ ਜਿਹੜਾ ਡਿਬੇਟ ਦਾ ਜਿਹੜਾ ਸਮਾਂ ਹੈ ਉਹ ਥੋੜਾ ਪਾਰ ਲੰਘ ਗਿਆ, ਪਰ ਅਖੀਰ ਦੇ ਵਿੱਚ ਮੈਂ ਸਿਰਫ ਇੱਕੋ ਗੱਲ ਪੁੱਛਣਾ ਚਾਹਾਂਗਾ ਕਿ ਜਿਹੜੀ ਗੱਲ ਆਪਾਂ ਸਟਾਰਟਿੰਗ ਜਦੋਂ ਸ਼ੁਰੂ ਕੀਤੀ ਸੀਗੀ ਕਿ ਧਾਰਮਿਕ ਜਿਹੜੀ ਚੀਜ਼ ਹੈ ਜਿਸ ਨਾਲ ਹਰ ਕੋਈ ਬੰਦੋ ਦਿਲੋਂ ਜੁੜਿਆ, ਕੋਈ ਧਰਮ ਨਹੀਂ ਆਪਾਂ ਦੇਖਦੇ, ਉਸ ਨੂੰ ਇੱਕ ਰਾਜਨੀਤੀ ਨਾਲ ਜੋੜਨਾ ਕਿੰਨੀ ਕੁ ਸਹੀ ਗੱਲ ਹੈ, ਕਿੰਨੀ ਕੁ ਗਲਤ ਗੱਲ ਹੈ, ਉਹਦੇ ਤਾਂ ਆਪਣੇ ਵਿਊ ਪੁਆਇੰਟ ਦੱਸ ਦਿਓ ਤੇ ਆਪਾਂ ਬਸ ਅੱਜ ਦੀ ਜਿਹੜੀ ਡਿਬੇਟ ਉੱਥੇ ਖਤਮ ਕਰਦੇ ਹਾਂ ਜੀ। ਮੈਂ ਸਭ ਤੋਂ ਪਹਿਲਾਂ ਭੁੱਲਰ ਸਾਹਿਬ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਇਸ ਨੂੰ ਰਾਜਨੀਤੀ ਰੰਗ ਦੇਣਾ ਧਾਰਮਿਕ ਚੀਜ਼ਾਂ ਨੂੰ ਕਿੰਨਾ ਕੁ ਸਹੀ ਹੈ, ਕਿੰਨਾ ਕੁ ਗਲਤ ਹੈ? ਭੁੱਲਰ ਸਾਹਿਬ। 100% ਗਲਤ ਹੈ ਜੀ। ਪਹਿਲੀ ਗੱਲ ਤਾਂ ਇਹਨਾਂ ਗੱਲਾਂ ਦੇ ਵਿੱਚ ਇੰਟਰਫੇਰੈਂਸ ਹੋਣੀ ਨਹੀਂ ਚਾਹੀਦੀ ਕਿ ਅੱਜ ਕੋਰੀਡੋਰ ਖੁੱਲ ਗਿਆ ਜੀ, ਅੱਜ ਬੰਦ ਹੋ ਗਿਆ ਜੀ। ਜੇਕਰ ਖੁੱਲਾ ਸੀ, ਉਹਦੀ ਕੋਈ ਪ੍ਰੋਬਲਮ ਨਹੀਂ ਸੀ ਆਈ, ਤਾਂ ਉਹਨੂੰ ਬੰਦ ਨਹੀਂ ਸੀ ਕੀਤਾ ਜਾਣਾ ਚਾਹੀਦਾ। ਜੇ ਕਰੋਨਾ ਦੇ ਬਹਾਨੇ ਦੀ ਗੱਲ ਕਰਦੇ ਆ, ਕਰੋਨਾ ਦੌਰਾਨ ਮੀਟਿੰਗਾਂ ਚੱਲਦੀਆਂ ਰਹੀਆਂ, ਇਲੈਕਸ਼ਨ ਦੇ ਏਡੇ ਏਡੇ ਵੱਡੇ ਇਕੱਠ ਹੁੰਦੇ ਰਹੇ ਆ, ਰੈਲੀਆਂ ਹੁੰਦੀਆਂ ਰਹੀਆਂ ਨੇਗੀਆਂ, ਉਹ ਕਿਉਂ ਨਹੀਂ ਰੋਕੀਆਂ ਗਈਆਂ? ਇਹ ਕਿਉਂ ਰੋਕਿਆ ਗਿਆ? ਤੀਜੀ ਗੱਲ ਮੈਂ ਕਹੂੰਗਾ ਵੀ ਜੇਕਰ ਇਹਦੇ ਵਿੱਚ
ਕੋਈ ਵੀ ਬੰਦਾ ਐਜ਼ ਏ ਵੀਆਈਪੀ ਪਹਿਲਾਂ ਜਾਊਗਾ ਜਾਂ ਦੂਜਾ ਬਾਅਦ 'ਚ ਜਾਊਗਾ ਵਾਲਾ ਸਿਸਟਮ ਅਪਣਾਇਆ ਜਾਂਦਾ ਹੈ ਤਾਂ ਉਹ 100% ਗਲਤ ਹੈ ਜੀ। ਪੱਲਾ ਸਾਹਿਬ, ਮੈਂ ਤਾਂ ਜੀ ਜਦੋਂ ਡਿਬੇਟ ਸਟਾਰਟ ਹੋਈ ਸੀ ਮੈਂ ਤਾਂ ਉਹਦੇ ਵਿੱਚ ਹੀ ਕਹਿ ਚੁੱਕਾ ਸੀ ਕਿ ਇਹ ਹੋ ਜਾਏ ਕਿਸੇ ਵੀ ਧਾਰਮਿਕ ਮੁੱਦੇ ਨੂੰ ਸਿਆਸੀ ਮਫਾਦ ਵਾਸਤੇ ਨਹੀਂ ਵਰਤਿਆ ਜਾਣਾ ਚਾਹੀਦਾ। ਜੇ ਉਹ ਸੈਂਟਰ ਗਵਰਨਮੈਂਟ ਨੇ ਵਰਤਿਆ ਉਹ ਵੀ ਗਲਤ ਹੈ, ਜੇ ਉਹਨੂੰ ਕੋਈ ਹੋਰ ਵਰਤਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਵੀ ਗਲਤ ਹੈ। ਕੋਰੀਡੋਰ ਖੁੱਲ ਗਿਆ, ਕੋਰੀਡੋਰ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ। ਇਲੈਕਟਡ ਬਾਡੀਜ਼, ਜੇ ਐਸਜੀਪੀਸੀ ਨੂੰ ਇੱਕ ਸੰਸਥਾ ਕਹਿ ਲਿਆ ਜਾਂਦਾ, ਐਸਜੀਪੀਸੀ ਵੀ ਵੋਟਾਂ ਰਾਹੀਂ ਚੁਣੀ ਹੋਈ ਇੱਕ ਨੁਮਾਇੰਦਾ ਜਮਾਤ ਹੈ। ਦੂਜੇ ਬੰਨੇ ਵੋਟਾਂ ਰਾਹੀਂ ਚੁਣੀ ਹੋਈ ਇੱਕ ਨੁਮਾਇੰਦਾ ਜਮਾਤ ਗਵਰਨਮੈਂਟ ਹੈ। ਗਵਰਨਮੈਂਟ ਦੇ ਵਿੱਚ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਇੱਥੇ ਪ੍ਰਾਇੋਰਟੀ ਮਿਲ ਗਈ ਤੇ ਐਸਜੀਪੀਸੀ ਦੇ ਵਿੱਚ ਵੀ ਉਹ ਪ੍ਰਾਇੋਰਟੀ ਗਿਣੀ ਜਾਣੀ ਹੈ। ਇਸ ਕਰਕੇ ਇਹ ਪ੍ਰਾਇੋਰਟੀਜ਼ ਨਾ ਦਿੱਤੀਆਂ ਜਾ ਰਹੀਆਂ ਨੇ। ਜਿਹੜੀ ਗੱਲ ਮੈਂ ਪਹਿਲਾਂ ਉਠਾਈ ਸੀਗੀ, ਇਹ ਸਾਰੇ ਦਾ ਸਾਰਾ ਅਧਿਕਾਰ ਜਿਹੜਾ ਉਹ ਸੈਂਟਰ ਗਵਰਨਮੈਂਟ ਦਾ। ਸੈਂਟਰ ਗਵਰਨਮੈਂਟ ਜਿਹਨੇ ਕਿਸੇ ਨੇ ਅਪਲਾਈ ਕੀਤਾ ਉਹਦੀ ਐਪਲੀਕੇਸ਼ਨ ਦੇ ਉੱਤੇ ਕਰ ਰਹੀ ਹੈ, ਕਾਰਵਾਈ ਕਰ ਰਹੀ ਹੈ। ਜੇ ਸੈਂਟਰ ਗਵਰਨਮੈਂਟ ਨੇ ਕਿਸੇ ਪ੍ਰਾਇੋਰਟੀ 'ਚ ਲੈਣਾ ਹੁੰਦਾ ਤੇ ਕਾਂਗਰਸ ਦੀ ਸਰਕਾਰ ਦੇ ਵਜ਼ੀਰਾਂ ਨੂੰ ਜਾਂ ਐਮਐਲਏ ਨੂੰ ਭੇਜਣ ਤੋਂ ਪਹਿਲਾਂ ਉਹ ਕਾਂਗਰਸ ਦੇ ਪ੍ਰਧਾਨ ਨੂੰ ਵੀ ਭੇਜ ਸਕਦੀ ਸੀ। ਐਸਜੀਪੀਸੀ ਇੱਕ ਧਾਰਮਿਕ ਹੈ। ਐਸਜੀਪੀਸੀ ਸਾਡੇ ਗੁਰਦੁਆਰੇ ਦੇ ਪ੍ਰਬੰਧ ਦੇ ਲਈ ਬਣੀ ਹੋਈ ਹੈ। ਉਹ ਪਹਿਲਾਂ ਜਾਵੇ, ਉਹ ਪਹਿਲਾਂ ਜਾ ਕੇ ਉੱਥੋਂ ਦਾ ਪ੍ਰਬੰਧ ਦੇਖੇ। ਐਸਜੀਪੀਸੀ ਅੱਜ ਕਿੰਨੀ ਧਾਰਮਿਕ ਹੈ, ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਡਿਬੇਟ ਦੇ ਅੰਤਿਮ ਪੜਾਅ ਵਿੱਚ ਪਹੁੰਚ ਚੁੱਕੇ ਹਾਂ। ਐਸਜੀਪੀਸੀ ਕਿੰਨੀ ਧਾਰਮਿਕ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿੰਨੀ ਕੁ ਧਾਰਮਿਕ ਰਹਿਣ ਦਿੱਤੀ ਹੈ, ਉਹ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਮੈਂ ਰਿਕੁਐਸਟ ਕਰਾਂਗਾ ਕਿ ਅਸੀਂ ਅਗਲੀ ਡਿਬੇਟ ਰੱਖ ਲਾਂਗੇ ਇਸ ਮੁੱਦੇ ਤੇ। ਅਸੀਂ ਅਗਲੀ ਡਿਬੇਟ ਰੱਖ ਲਾਂਗੇ ਇਸ ਮੁੱਦੇ ਦੇ ਉੱਪਰ ਜੀ। ਅਸੀਂ ਡਿਬੇਟ ਤੋਂ ਮੁੱਦੇ ਤੋਂ ਬਹੁਤ ਬਾਹਰ ਹੋ ਚੁੱਕੇ ਹਾਂ ਤੇ ਹੁਣ ਆਪਾਂ ਲਾਸਟ ਵਿੱਚ ਗਰਵਲ ਸਾਹਿਬ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਇਸ ਪੂਰੇ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਤੁਹਾਡੇ ਵਿਊ ਪੁਆਇੰਟ ਕੀ ਨੇ ਕਿ ਬਾਕੀ ਇਦਾਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ। ਗਰਵਲ ਸਾਹਿਬ, ਸਾਡਾ ਮੰਨਣਾ ਇਹ ਹੈ ਕਿ ਧਰਮ ਤੇ ਰਾਜਨੀਤੀ ਨੂੰ ਬਿਲਕੁਲ ਵੱਖਰੇ ਹੋਣਾ ਚਾਹੀਦਾ ਹੈ। ਸਾਡਾ ਮੰਨਣਾ ਇਹ ਹੈ ਕਿ ਧਰਮ ਨੂੰ ਇਸਤੇਮਾਲ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਇਆ ਜਾਂਦਾ ਹੈ। ਲੋਕਾਂ 'ਚ ਨਫ਼ਰਤਾਂ ਫੈਲਾਈਆਂ ਜਾਂਦੀਆਂ ਨੇ, ਵੋਟਾਂ ਲਈ ਧਰਮ ਇਸਤੇਮਾਲ ਕੀਤਾ ਜਾਂਦਾ ਹੈ ਤੇ ਬਦਕਿਸਮਤੀ ਨਾਲ ਸਾਰੀਆਂ ਪਾਰਟੀਆਂ ਇਹਨਾਂ ਦਾ ਇਤਿਹਾਸ ਰਿਹਾ ਕਿ ਇਹ ਕਰ ਚੁੱਕੀਆਂ ਨੇ। ਸਾਡਾ ਮੰਨਣਾ ਇਹ ਹੈ ਕਿ ਹੁਣ ਤੋਂ ਅਸੀਂ ਸਿਰਫ ਤੇ ਸਿਰਫ ਉਹਨਾਂ ਮੁੱਦਿਆਂ ਦੀ ਗੱਲ ਕਰੀਏ ਜਿਨ੍ਹਾਂ ਦਾ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਤੇ ਅਸਰ ਹੋਵੇ। ਧਰਮ ਇੱਕ ਪਰਸਨਲ ਫੀਲਿੰਗ ਹੈ। ਹਰ ਬੰਦੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ, ਤਾਂ ਹੀ ਦੇਸ਼ ਦੀ ਤਰੱਕੀ ਹੋਊਗੀ। ਬਸ ਇਦੋਂ ਲੰਬੀ ਚੌੜੀ ਗੱਲ ਹੋਈ ਜੀ। ਬਾਕੀ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਜਿਹੜੀਆਂ ਕੋਈ ਵੀ ਸਰਕਾਰ ਹੋਵੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਖੇਲਣਾ ਚਾਹੀਦਾ, ਕੋਈ ਵੀ ਪੋਲੀਟੀਕਲ ਪਾਰਟੀ ਨੂੰ ਨਹੀਂ ਖੇਲਣਾ ਚਾਹੀਦਾ, ਕਿਉਂਕਿ ਲੋਕ ਹੁਣ ਸਮਝਦਾਰ ਹੋ ਚੁੱਕੇ ਨੇ। ਉਹ ਜਾਣੂ ਨੇ ਕਿ ਹਾਂ ਵੀ ਉਹਨਾਂ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ, ਉਹਨਾਂ ਦੇ ਮੁੱਦਿਆਂ ਨੂੰ ਸੁਲਝਾਉਣਾ ਚਾਹੀਦਾ। ਸੋ ਥੈਂਕ ਯੂ ਸੋ ਮਚ ਜਿਹੜੇ ਸਾਡੇ ਦੋ ਸਾਡੇ ਨਾਲ ਜੁੜੇ ਨੇ, ਜਿਹੜੇ ਸਾਡੇ ਨੁਮਾਇੰਦੇ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਆਪਣੀ ਆਪਣੀ ਪਾਰਟੀ ਦੇ ਵਿਊ ਪੁਆਇੰਟ ਰੱਖੇ ਨੇ। ਥੈਂਕ ਯੂ ਸੋ ਮਚ ਅੱਜ ਦੀ ਡਿਬੇਟ ਦਾ ਹਿੱਸਾ ਬਣਨ ਦੇ ਲਈ। ਧੰਨਵਾਦ।